ਬੇਟੀਆਂ ਨਾਲ ਬਲਾਤਕਾਰ ਹੋ ਰਿਹਾ, ਲੋਕ ਟੋਏ ਡਿਗ ਮਰ ਰਹੇ ਆ, ਪਸ਼ੂ ਦੀ ਤਾਂ ਸੁਰੱਖਿਆ ਹੈਗੀ ਆ, ਬੱਚੀਆਂ ਦੀ ਸੁਰੱਖਿਆ ਹੈ ਨਹੀਂ। ਦਿੱਲੀ 'ਚ ਮਹੀਨੇ 'ਚ ਬਲਾਤਕਾਰ ਹੋ ਜਾਂਦਾ, ਕਈਆਂ ਦੇ ਪਰਚੇ ਦਰਜ ਹੁੰਦੇ ਆ, ਕਈਆਂ ਦੇ ਨਹੀਂ ਹੁੰਦੇ। ਕਿਹੜਾ ਡਿਜੀਟਲ ਇੰਡੀਆ, ਕਿਹੜੇ ਰਾਮ ਰਾਜ ਦੀ ਗੱਲ ਕਰ ਰਹੇ ਆ? ਕਿੱਦਾਂ ਯਕੀਨ ਕਰਾਂਗੇ ਅਸੀਂ? ਯਕੀਨ ਕਰਕੇ ਤਾਂ ਲੋਕਾਂ ਨੇ ਦੂਰੀ ਦੀ ਸਰਕਾਰ ਬਣਾਤੀ। ਬੀਜੇਪੀ ਜਦੋਂ ਵੀ ਵੋਟਾਂ ਲੈਂਦੀ ਆ ਉਦੋਂ ਸੀਤਾ ਮਾਤਾ ਦੇ ਪਤੀ ਰਾਮ ਜੀ ਦੇ ਨਾਂ ਤੇ ਲੈ, ਤੇ ਜਦੋਂ ਕੰਮ ਕਰਨਾ ਹੁੰਦਾ ਉਦੋਂ ਅਨੀਤਾ ਦੇ ਪਤੀ ਮੁਕੇਸ਼ ਅੰਬਾਨੀ ਲਈ ਕਰਦੇ। ਤਾਂ ਬਾਈ ਸੰਘਰਸ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਤੁਹਾਨੂੰ ਵੀ ਹੁਣ ਇੱਥੇ 15-18 ਦਿਨ ਹੋ ਗਏ ਰਹਿੰਦਿਆਂ ਨੂੰ, ਤਾਂ ਸਰਕਾਰ ਦਾ ਰਵੱਈਆ ਜਿਹੜਾ ਦੇਸੀ ਭਾਸ਼ਾ ਝਾੜੀ ਵੱਲ ਜਿਹਾ, ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਸਾਨੂੰ ਚਾਹੇ 2 ਮਹੀਨੇ ਇੱਥੇ ਬਹਿਣਾ ਪੈ ਜੇ, ਚਾਹੇ 3 ਮਹੀਨੇ ਬਹਿਣਾ ਪੈ ਜੇ, ਅਖੀਰ ਨੂੰ ਇੱਕ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਸ਼ਾਂਤਮਈ ਅੰਦੋਲਨ ਆਪਦੀਆਂ ਰੋਟੀਆਂ ਲਾਉਣੇ ਆ, ਖਾ ਲੈਂਦੇ ਆ, ਇੱਥੇ ਬਹਿ ਜਾਂਦੇ ਆ, ਤੇ ਮੋਦੀ ਨੂੰ ਮਜਬੂਰ ਕਰ ਦਾਂਗੇ। ਇਹ ਚੁੱਪ ਸਾਡੀ ਇੱਥੇ ਬੈਠਿਆਂ ਦੀ ਉਹਨੂੰ ਵੀ ਪਤਾ, ਸ਼ਾਂਤਮਈ ਬੈਠੇ ਆ ਪਰ ਤਿਆਰੀ ਵੀ ਭੁੱਲ ਜਾਂਦੇ। ਮੋਦੀ ਨੂੰ ਪਤਾ ਹੀ ਹੋਣਾ ਮੇਰੇ ਖਿਆਲ 'ਚ ਵੀ ਜੇ ਹਰਿਆਣਿਓਂ ਆ ਗਏ ਤਾਂ ਗਾਂ ਕਿੰਨੀ ਕੁ ਵਾਟ ਆ। ਕੀ ਲੱਗਦਾ ਸਰਕਾਰ ਤੇ ਪ੍ਰੈਸ਼ਰ ਹੈਗਾ? ਜਿੰਨਾ ਕੁ ਪਹਿਲੇ 2-3 ਦਿਨ ਜਦੋਂ ਅਸੀਂ ਬਾਰਡਰ ਭੰਨ ਕੇ ਆਏ ਆ, ਬੈਰੀਅਰ ਤੋੜ ਕੇ ਆਏ ਆ, ਕੰਡਿਆਲੀਆਂ ਤਾਰਾਂ ਪੁੱਟ ਕੇ ਆਏ ਆ, ਇਹਨਾਂ ਦੀਆਂ ਪਾਣੀ ਵਾਲੀਆਂ ਜਿਹੜੀਆਂ ਉਹ ਫੁਹਾਰਿਆਂ ਦੇ ਮੂੰਹ ਮੋੜ ਕੇ ਇਹਨਾਂ ਦੇ ਸਿਰਾਂ 'ਚ ਕਰਕੇ ਆਏ ਆ, ਚੀਕਾਂ ਇਹਨਾਂ ਦੀਆਂ ਨਿਕਲੀਆਂ ਪਈਆਂ, ਇਹ ਹੁਣ ਆਵਾਜ਼ਾਂ ਮਾਰਨ ਚਾਹੇ ਨਾ ਮਾਰਨ। ਇਹ ਅੰਦੋਲਨ ਇੱਥੇ ਬੈਠਾ, ਅਸੀਂ ਇੱਥੇ ਬੈਠੇ ਆ, ਸਾਨੂੰ ਬੈਠਿਆਂ ਨੂੰ ਦੇਖ ਕੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਦਿਨ ਰੋਜ਼ ਸਿਰ ਖੜੇ ਹੋ ਰਹੇ ਆ। ਦਿਨ ਬ ਦਿਨ ਸੰਸਥਾਵਾਂ ਉੱਠ ਰਹੀਆਂ, ਦਿਨ ਬ ਦਿਨ ਲੋਕ ਉੱਠ ਰਹੇ ਆ, ਬੁੱਧੀਜੀਵੀ ਉੱਠ ਰਹੇ ਆ। ਹੈਦਰਾਬਾਦ ਦੀਆਂ ਚੋਣਾਂ ਤੁਸੀਂ ਵੇਖੀਆਂ, ਹੈਦਰਾਬਾਦ ਦੀਆਂ ਚੋਣਾਂ ਇਹਨਾਂ ਨੇ ਐਂ ਬਣਾਤੀਆਂ ਜਿਵੇਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੁੰਦੀਆਂ। ਇਹਨਾਂ ਦੇ ਸਾਰੇ ਮੰਤਰੀ ਜਾ ਕੇ ਉੱਥੇ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਰੋਜ਼ ਉੱਥੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਦੇ ਆ। ਕੀ ਉਦੋਂ ਕਰੋਨਾ ਨਹੀਂ ਹੁੰਦਾ? ਕੀ ਕਿਸਾਨਾਂ ਵਾਲੀ ਕਰੋਨਾ ਹੁੰਦਾ? ਜੇ ਕਰੋਨਾ ਦਾ ਬਹਾਨਾ ਪਾਰਲੀਮੈਂਟ ਸੈਸ਼ਨ ਲਈ ਚੱਲ ਸਕਦਾ ਤਾਂ ਕਰੋਨਾ ਵੇਲੇ ਕਿਸਾਨੀ ਬਿੱਲ ਲਿਆਉਣੇ ਇੰਨੇ ਕਿੰਨੇ ਜ਼ਰੂਰੀ ਸੀ? ਇੱਥੋਂ ਪਤਾ ਲੱਗਦਾ ਕਿ ਅਡਾਨੀਆਂ ਅੰਬਾਨੀਆਂ ਪੂੰਜੀਵਾਦੀਆਂ ਨੂੰ ਉਹਨਾਂ ਲਈ ਇਸੇ ਕਰਕੇ ਅਸੀਂ ਸਲੋਗਨ ਵੀ ਲਾਇਆ, ਨਾ ਕਿਸਾਨੋਂ ਦਾ ਨਾ ਮਜ਼ਦੂਰੋਂ ਦਾ, ਮੋਦੀ ਹੈ ਅਮੀਰੋਂ। ਤਾਂ ਬਾਈ ਪੰਜਾਬ ਤੇ ਆਉਣੇ ਉਹਦੇ 86% ਨਸ਼ੇੜੀ ਆ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਦਰ ਭਟਕ ਰਹੇ ਆ। ਤਾਂ ਤੁਹਾਨੂੰ ਲੱਗਦਾ ਵੀ ਉਹ 86% ਜੇ ਨਸ਼ੇੜੀ ਆ, ਤੇ ਆ ਇੱਥੇ ਜਿਹੜੇ ਦਿੱਲੀ ਨੂੰ ਵਿਗਾੜ ਰਹੇ ਆ, ਥੱਪੀਆਂ ਮਾਰਦੇ ਸ਼ਾਮ ਨੂੰ, ਕੋਈ 86% ਨਸ਼ੇੜੀ ਵਾਲੀ ਗੱਲ ਕਿਤੇ ਢੁੱਕਦੀ ਨਜ਼ਰ ਨਹੀਂ ਆ ਰਹੀ। ਤਾਂ ਉਹ ਪਾਰਟੀਆਂ ਨੂੰ ਤੁਹਾਡਾ ਕੀ ਜਵਾਬ? ਜੀ ਕੁਝ ਅਖੌਤੀ ਲੀਡਰ ਜਿਹੜੇ ਜਿਨ੍ਹਾਂ ਦੀ ਆਪਦੀ ਦੁਕਾਨ ਨਹੀਂ ਚੱਲਦੀ ਸੀ, ਉਹਨਾਂ ਨੇ ਇੱਕ ਬਹਾਨਾ ਬਣਾਇਆ ਵੀ ਕਿਉਂ ਨਾ ਅਸੀਂ ਪੰਜਾਬ ਦੇ ਆਪ ਦੀ ਦੁਕਾਨ ਚਲਾਉਣ ਲਈ ਉਹਨਾਂ ਨੇ ਇੱਕ ਸਾਡੇ ਤੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਜੋ ਨੌਜਵਾਨ ਆ ਉਹ ਨਸ਼ੇੜੀ ਆ। ਪਹਿਲਾਂ ਤਾਂ ਇਹਦਾ ਡੌਲਾ ਵੇਖੋ ਤੇ ਫਿਰ ਉਹਦਾ ਡੌਲਾ ਵੇਖੋ, ਤੁਹਾਨੂੰ ਕਿਹੜੇ ਪਾਸੇ ਨਸ਼ੇੜੀ ਲੱਗਦੀ ਹੈ। ਪੰਜਾਬ ਦੇ ਸ਼ੇਰ ਪੁੱਤ ਆ ਜਿਨ੍ਹਾਂ ਨੇ ਸਰੀਰ ਪਾਲੇ ਹੋਇਆ। ਔਰ ਦੱਸੋ, ਮੈਂ ਗਿਣ ਲੈਨੇ ਆਪਾਂ ਬੰਦੇ ਜਿੰਨੇ ਖਲੋਤੇ ਜਿੰਨੇ ਬੈਠੇ ਆ। ਲਓ ਜੀ, ਇਹ ਪੰਜਾਬ ਦੇ ਇਹ ਗੱਭਰੂ ਪੁੱਤ ਆ। ਸਿਰਫ ਸਾਡੇ ਤੇ ਟੈਗ ਲਾਇਆ ਸੀਗਾ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰ ਦਿਓ। ਉਹ ਤੁਹਾਡੇ ਸਾਹਮਣੇ ਟਰੋਲ ਚੱਲ ਰਿਹਾ। ਅਮਿਤ ਸ਼ਾਹ ਨੂੰ ਮੋਦੀ ਪੁੱਛਦਾ, ਕਹਿੰਦਾ ਤੂੰ ਤਾਂ ਕਹਿੰਦਾ ਸੀ ਅੱਧੇ ਕੈਨੇਡਾ ਜਾਵੜੇ, ਅੱਧੇ ਨਸ਼ੇੜੀ ਆ, ਆਹ ਕਿਹੜੇ ਬੈਠੇ ਆ? ਵੀ ਸਬਰ ਨਾਲ ਬੈਠੇ ਆ, ਪਰ ਤਿਆਰੀ ਸਾਡੀ ਆ, ਫੁੱਲ ਤਿਆਰੀ ਆ ਸਾਡੀ। ਜਦੋਂ ਸਾਨੂੰ ਕੋਈ ਸੰਕੇਤ ਮਿਲਿਆ ਵੀ ਇਹ 19-21 ਕਰਦੇ ਆ ਤਾਂ ਪਾਰਲੀਮੈਂਟ ਖੜੀ ਜੀ 10 ਕਿਲੋਮੀਟਰ ਤੇ ਸਾਰੇ ਬੈਰੀਕੇਡ ਤੋੜ ਕੇ ਪਾਰਲੀਮੈਂਟ ਨੂੰ ਘੇਰਾ ਪਾਵਾਂਗੇ। ਸੋ ਅਸੀਂ ਜੇ ਸਾਡੇ ਨਾਲ ਧੱਕਾ ਹੋਊਗਾ ਤਾਂ ਅਸੀਂ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਾਂਗੇ। ਤੇ ਅੱਜ ਉਹ ਆਵਾਜ਼ ਪੰਜਾਬ ਤੋਂ ਉੱਠ ਕੇ ਹਰਿਆਣੇ ਵਿੱਚ ਹੁੰਦੀ ਹੋਈ, ਰਾਜਸਥਾਨ ਵੇਚਦੀ ਹੁੰਦੀ ਹੋਈ ਸਾਰੇ ਭਾਰਤ ਦੇਸ਼ ਦੇ ਵਿੱਚ ਜਾ ਚੁੱਕੀ ਆ। ਤੋਂ ਤੁਹਾਡੇ ਸਾਹਮਣੇ ਕੇਸਰੀ ਨਿਸ਼ਾਨ ਸਾਹਿਬ ਉੱਚਾ, ਸਦਾ ਹੀ ਉੱਚਾ, ਕਿਉਂਕਿ ਇਹ ਦੁਨੀਆ ਦੇ ਉਹਨਾਂ ਮੁਲਕਾਂ ਝੂਲਦਾ ਜਿਹੜਾ ਇਸ ਭਾਰਤ ਤੋਂ 200 ਸਾਲ ਐਡਵਾਂਸ ਆ। ਇਹ ਨਿਸ਼ਾਨ ਸਾਹਿਬ ਸਾਡੇ ਨਿਸ਼ਾਨ ਗੁਰੂ ਨੇ ਸਾਨੂੰ ਇਹ ਝੰਡਾ ਬਖਸ਼ਿਆ, ਇਹ ਹਮੇਸ਼ਾ ਹੀ ਉੱਚਾ ਰਹੂਗਾ। ਇਸ ਕਰਕੇ ਉਹ ਝੰਡਾ ਲਾਇਆ ਤੇ ਭਾਰਤ ਦੇ ਅਸੀਂ ਵਸਨੀਕ ਆ। ਸਾਡਾ ਭਾਰਤ ਦੇਸ਼ ਦੇ ਵਿੱਚ ਬਹੁਤ ਯਕੀਨ ਆ। ਅਸੀਂ ਚਾਹੁੰਦੇ ਆ ਕਿ ਸਾਡਾ ਭਾਰਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਇਸ ਕਰਕੇ ਅਸੀਂ ਆਪਣੇ ਭਾਰਤ ਦੇਸ਼ ਦੇ ਝੰਡੇ ਜੇ ਅਜੇ ਵੀ ਇੰਨਾ ਲੜਕੇ ਵੀ ਖਾਦੀ ਹੱਥ ਚਾਵੜੇ ਪੱਲੇ ਗਾਉ ਨਹੀਂ ਗੁਰਾਂ ਮਗਰ ਲੈਣੇ ਨਹੀਂ ਛੱਡਣਾ, ਵੀ ਕਰਕੇ ਕੀ ਆਏ ਹੋ? ਸਹੀ ਗੱਲ ਬਈ, ਬਿਲਕੁਲ ਸਹੀ ਗੱਲ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਯੋਧਿਆਂ ਜਰਨੈਲਾਂ ਦੀ ਧਰਤੀ ਤੋਂ ਆਏ ਆ। ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ। ਅਸੀਂ ਹੱਕਾਂ ਲਈ ਖੜਨਾ ਵੀ ਜਾਣਦੇ ਆ, ਲੜਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ। ਅੱਜ ਲੜ ਵੀ ਰਹੇ ਆ, ਖੜ ਵੀ ਰਹੇ ਆ, ਅੱਜ ਮਰ ਵੀ ਰਹੇ ਆ। ਤਾਂ ਨਾਲ ਹੀ ਟਿੱਕਰੀ ਬਾਰਡਰ ਦੇ ਉੱਤੇ ਇੱਕ ਹੋਰ ਮਾਹੌਲ ਜਿਹੜਾ ਹੈਗਾ, ਰਾਤ ਨੂੰ ਸੌਣ ਦੇ ਵਾਸਤੇ ਜਿਹੜੇ ਉਹ ਆਧੁਨਿਕ ਤਰੀਕੇ ਦੇ ਜਿਹੜੇ ਟੈਂਟ ਆ ਉਹ ਲਾਏ ਗਏ ਆ ਨੌਜਵਾਨਾਂ ਨੇ। ਤੇ ਨੌਜਵਾਨ ਡਟੇ ਵੀ ਹੋਇਆ ਜਿਹੜਾ ਉਹ, ਕਿਉਂਕਿ ਜਿੱਥੇ ਅਸੀਂ ਟਰਾਲੀਆਂ ਦੇ ਵਿੱਚ ਬੈਠੇ ਦੇਖਿਆ, ਕਿਸਾਨ ਤੰਬੂਆਂ ਦੇ ਵਿੱਚ ਬੈਠੇ ਦੇਖਿਆ, ਨਾਲ ਹੀ ਆਧੁਨਿਕ ਟੈਂਟ ਜਿਹੜੇ ਆ ਉਹ ਜਿਨ੍ਹਾਂ ਨੂੰ ਜਿਹੜਾ ਕਿ ਜਦੋਂ ਪਹਾੜਾਂ 'ਚ ਘੁੰਮਣ ਜਾਂਦੇ ਆ ਮੁੰਡੇ ਕੁੜੀਆਂ ਜਾਂ ਕੋਈ ਲੋਕ ਘੁੰਮਣ ਜਾਂਦੇ ਆ ਉਹ ਲਾਉਂਦੇ ਨਾ, ਉਹ ਇੱਥੇ ਲਾਏ ਇਹਨਾਂ ਨੇ, ਵਧੀਆ ਨਾਲ ਪ੍ਰਬੰਧ ਕੀਤਾ। ਔਰ ਮਗਰ ਬਹੁਤ ਸਾਰੇ ਜਿਹੜੇ ਮਗਰ ਬੈਨਰ ਇਹਨਾਂ ਨੇ ਲਾਏ ਹੋਏ ਆ, ਮਗਰ ਕੁਛ ਅਜਿਹੀਆਂ ਸ਼ਬਦਾਵਲੀਆਂ ਲਿਖ ਕੇ ਲਾਈਆਂ ਹੋਈਆਂ, ਉਹ ਵੀ ਜਿਹੜਾ ਜ਼ਰੂਰ ਕੈਮਰੇ ਦੀ ਨਿਗਾਹ ਦੇ ਵਿੱਚ ਲਾਓ। ਔਰ ਕੇਸਰੀ ਨਿਸ਼ਾਨ ਸਾਹਿਬ ਵੀ ਇੱਥੇ ਝੂਲ ਰਿਹਾ ਹੈਗਾ। ਤਾਂ ਇੱਕ ਨਾਲ ਉਹ ਦਿਖਾਓ, ਪਹਿਲੀ ਵਾਰ ਐਸਾ ਸੈਲਾਬ ਦੇਖਿਆ ਦਿੱਲੀ ਵੱਲ ਚੜ੍ਹਦਾ
ਪੰਜਾਬ ਦੇਖਿਆ। ਇਹ ਵੀ ਟਿੱਕਰੀ ਬਾਰਡਰ, ਔਰ ਇਹ ਵੇਖੋ ਜੇਠ ਹਾੜ ਦੀਆਂ ਧੁੱਪਾਂ ਪਸੀਨਿਆਂ ਵਿੱਚ ਰਿੱਝੇ ਹੋਇਆਂ, ਉਹ ਮਾਘ ਦੀਆਂ ਰਾਤਾਂ ਤਰੇਲਾਂ ਵਿੱਚ ਭਿੱਜੇ ਹੋਇਆਂ। ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਨੌਜਵਾਨਾਂ ਦੇ ਨਾਲ ਜਿਹੜੇ ਸੰਘਰਸ਼ ਦੇ ਵਿੱਚ ਬੈਠੇ ਹੋਏ ਆ, ਤਾਂ ਉਹ ਕੀ ਸੋਚਦੇ ਆ, ਕੀ ਕਹਿਣਾ ਚਾਹੁੰਦੇ ਆ ਭਾਰਤੀ ਸਰਕਾਰ ਬਾਰੇ, ਕਿਸਾਨ ਸੰਘਰਸ਼ ਦੇ ਬਾਰੇ। ਟਿੱਕਰੀ ਬਾਰਡਰ ਦਾ ਮਾਹੌਲ ਅੱਜ ਸ਼ਾਮ ਜਿਹੜੀ ਆ ਸਾਡੀ ਉਹ ਟਿੱਕਰੀ ਬਾਰਡਰ ਦੇ ਵਿੱਚ ਹੋਊਗੀ, ਜਿੱਥੇ ਨੌਜਵਾਨ ਬੈਠੇ ਆ ਉੱਥੇ ਇਹਨਾਂ ਜਿਹੜਾ ਕਿ ਤੰਬੂਆਂ ਦੇ ਵਿੱਚ ਉਹ ਕੁਝ ਬਜ਼ੁਰਗ ਵੀ ਜਿਹੜੇ ਉਹ ਬੈਠੇ ਹੋਏ। ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਰਿਆਂ ਦਾ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਥੋੜੀ ਜਿਹੀ ਮੈਨੂੰ ਵੀ ਜਗ੍ਹਾ ਦੇ ਦਿਓ, ਮੈਂ ਗੱਲਬਾਤ ਕਰੂੰਗਾ ਜੀ। ਤੇ ਉੱਦਾਂ ਇਹ ਸਾਡੇ ਇਲਾਕੇ ਦੇ ਮਾਲਵੇ ਚੋਂ ਹੀ ਆ ਬਹੁਤੇ ਨੌਜਵਾਨ, ਤਾਂ ਅਸੀਂ ਗੱਲਬਾਤ ਕਰਾਂਗੇ। ਹੋਰ ਜੀ ਠੀਕ ਠਾਕ ਹੋ ਤੁਸੀਂ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤਾਂ ਮੈਂ ਨਿੱਜੀ ਤੌਰ ਤੇ ਜਾਣਦਾ ਹੋਣ ਕਰਕੇ ਤੁਹਾਡੇ ਮੂੰਹ 'ਚੋਂ ਸੁਣਨਾ ਚਾਹੁੰਦਾ, ਤੁਸੀਂ ਆਪਣਾ ਬਾਰੇ ਜ਼ਰੂਰ ਦੱਸੋ, ਆਪਣੇ ਗਰੁੱਪ ਬਾਰੇ ਜ਼ਰੂਰ ਦੱਸੋ, ਕਿਉਂਕਿ ਟਰਾਲੀਆਂ 'ਚ ਕਿਸਾਨ ਬੈਠੇ ਆ, ਤੰਬੂਆਂ 'ਚ ਬੈਠੇ ਆ, ਤੁਸੀਂ ਵੱਖਰਾ ਲਾਇਆ ਹੋਇਆ ਮਾਹੌਲ ਇੱਥੇ ਸਾਰੇ ਵੇਖ ਕੇ ਵੀ ਟੱਪਦੇ ਵੀ ਇਹਨਾਂ ਨੇ ਬੜੇ ਯਾਰ ਬਾਹਰਲੇ ਦੇਸ਼ੋਂ ਲਿਆਂਦੇ ਲੱਗਦੇ ਆ, ਕਿਉਂਕਿ ਬਹੁਤ ਸਾਰੇ ਕਿਸਾਨ ਘਰਾਂ 'ਚ ਰਹਿਣ ਵਾਲੇ, ਪਿੰਡਾਂ 'ਚ ਰਹਿਣ ਵਾਲੇ ਆ, ਪੁੱਤ ਕਿਸਾਨਾਂ ਦੇ ਕੈਨੇਡਾ ਅਮਰੀਕਾ ਜਾ ਕੇ ਝੰਡੇ ਗੱਡੀ ਬੈਠੇ ਆ, ਪਰ ਇਹ ਮਿੱਟੀ ਨਾਲ ਜੁੜੇ ਹੋਏ ਆ, ਪਿੰਡਾਂ 'ਚ ਰਹਿਣ ਵਾਲੇ। ਕੀ ਆਪਣੇ ਬਾਰੇ ਜ਼ਰੂਰ ਦੱਸੋ ਸਭ ਤੋਂ ਪਹਿਲਾਂ। ਮੇਰਾ ਨਾਮ ਅਰਸ਼ਦੀਪ ਸਿੰਘ ਬਰਾੜਾ ਜੀ, ਪਿੰਡ ਮੇਰਾ ਭਾਗਸਰ ਹੈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਤੇ ਅਸੀਂ ਇੱਥੇ ਪਹਿਲੇ ਦਿਨ ਤੋਂ ਹੀ ਡੇਰੇ ਲਾਏ ਆ। ਮੇਰੇ ਨਾਲ ਮੇਰਾ ਭਰਾ ਜਗਦੀਸ਼ ਧਨੋਆ, ਇਹ ਪਿੰਡ ਕੋਟਲੀ ਦੇਵਨ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਮੇਰੇ ਭਰਾ ਰਾਮਪੁਰਾ ਫੂਲ ਤੋਂ ਆ, ਕੁਛ ਭਾਗੀਵੰਦਰ ਤੋਂ ਆ, ਕੁਛ ਜੈਤੋ ਤੋਂ ਆ, ਜਿਹੜੇ ਹੁਣ ਇੱਥੇ ਮੌਕੇ ਦੇ ਸੱਜਣ ਮੌਜੂਦ ਆ। ਕੁਛ ਆਹ ਸਾਡੇ ਲੁਧਿਆਣੇ ਤੋਂ ਹਲਵਾਰੇ ਦੇ ਨੇੜੇ ਪਿੰਡ ਆ ਉੱਭੋਵਾਲ, ਉੱਥੋਂ ਦੇ ਆ। ਤੇ ਅਸੀਂ ਪਹਿਲੇ ਦਿਨ ਹੀ ਆਏ ਸੀਗੇ ਟਰੈਕਟਰ ਟਰਾਲੀਆਂ ਤੇ। ਜਦੋਂ ਆਏ ਨਾਲ ਸਾਡੇ ਕਾਰਾਂ ਤੇ ਵੀ ਸੀਗੇ 2-3, ਆ ਕੇ ਅਸੀਂ ਇੱਥੇ ਮਾਹੌਲ ਵੇਖਿਆ ਤਾਂ ਅਸੀਂ ਆਖਿਆ ਯਾਰ ਕਿਉਂ ਨਾ 2-4 ਸਾਡੇ NRI ਦੋਸਤ, ਉਹਨਾਂ ਨਾਲ ਗੱਲ ਕੀਤੀ। ਇੱਥੇ ਦਿੱਲੀ ਦੇ ਵੀ ਸੱਜਣ ਸਾਡੇ ਨਾਲ ਸੀਗੇ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਵੀ ਯਾਰ ਆਪਣੇ ਬਹੁਤ ਸਾਰੇ ਇਹੋ ਜਿਹੇ ਦੋਸਤ ਆ ਜਿਹੜੇ ਕਾਰਾਂ ਤੇ ਆਉਣਗੇ। ਹੁਣ ਟਰੈਕਟਰ ਟਰਾਲੀਆਂ ਤਾਂ ਲਈ ਆਉਂਦੇ ਆ, ਤੇ ਕਾਰਾਂ ਤੇ, ਰੇਲ ਗੱਡੀ ਤੇ, ਬੱਸਾਂ ਤੇ ਆਉਣ ਵਾਲੇ ਵੀ ਬਹੁਤ ਆ, ਤੇ ਉਹਨਾਂ ਨੂੰ ਪੈਣ ਪੂਣ 'ਚ ਕੋਈ ਪਰੇਸ਼ਾਨੀ ਨਾ ਆਵੇ। ਵੈਸੇ ਤਾਂ ਟਰਾਲੀਆਂ 'ਚ ਵੀ ਬਹੁਤ ਪੁਖਤਾ ਪ੍ਰਬੰਧ ਆ ਸਾਰੇ ਸਾਡੇ ਇੱਥੇ ਕਿਸਾਨ ਵੀਰਾਂ ਦਾ, ਪਰ ਅਸੀਂ ਫਿਰ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ। ਅਸੀਂ ਇੱਥੋਂ ਟੈਂਟ ਖਰੀਦੇ 15-16 ਤੇ ਉਹ ਇੱਥੇ ਲਾ ਦਿੱਤੇ। ਉਹਨਾਂ ਵਿੱਚ ਕੰਬਲ ਪ੍ਰੋਪਰ ਰੱਖਤੇ, ਥੱਲੇ ਵਧੀਆ ਗਰਮ ਚਾਦਰ ਵਿਛਾਤੀ, ਤਾਂ ਕਿ ਸਾਡੇ ਕੋਈ ਵੀ ਵੀਰ ਇੱਥੇ ਜਦੋਂ ਆਉਂਦਾ ਉਹਨਾਂ ਲਈ ਇਹ 24 ਘੰਟੇ ਖੁੱਲ੍ਹੇ ਆ, ਜਦੋਂ ਮਰਜ਼ੀ ਆਉਣ, ਇੱਥੇ ਰਹਿਣ। ਗੁਰੂ ਘਰ ਲੰਗਰ ਸਭ ਟਰਾਲੀਆਂ ਦੇ ਵਿੱਚ ਚੱਲ ਰਿਹਾ, ਜਿੱਥੋਂ ਮਰਜ਼ੀ ਛਕਣ, ਕੋਈ ਦਿੱਕਤ ਨਹੀਂ ਜੀ। ਇਸ ਕਰਕੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਸਾਡੇ ਕੋਈ ਵੀ ਜੋ ਕਿਸਾਨ ਵੀਰ ਆ ਜੋ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਚੱਲ ਕੇ ਆਉਂਦੇ ਆ, ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਜਿਵੇਂ ਕੋਈ ਕੱਲਾ ਆ ਜਾਂਦਾ ਕਾਫਲੇ 'ਚ ਨਹੀਂ ਆਇਆ, ਤਾਂ ਉਹ ਇੱਥੇ ਆ ਕੇ ਰੁਕ ਸਕਦਾ ਤੁਹਾਡੇ ਨਾਲ ਸੰਪਰਕ। ਹੁਣ ਸਾਡੇ ਕੋਲੇ ਜੀ ਇੱਥੇ 2 ਜਣੇ ਫਰੀਦਕੋਟ ਤੋਂ, 3 ਜਣੇ ਆਏ ਵੇ ਕਾਰ ਤੇ, ਉਹ ਇਸ ਤੰਬੂ 'ਚ। ਕੱਲ ਕੋਈ ਉਧਰੋਂ ਕੁੰਡਲੀ ਬਾਰਡਰ ਤੋਂ ਇੱਧਰ ਆ ਗਏ ਟਿਕਰੀ ਤੇ, ਰਾਤ ਨੂੰ ਉਹਨਾਂ ਨੂੰ ਬੱਸ ਨਹੀਂ ਮਿਲੀ, ਉਹ ਆ ਗਏ, ਕਹਿੰਦੇ ਬਾਈ ਜੀ ਇੱਥੇ ਰਹਿਣੇ। ਹੁਣ ਇੱਕ ਫੈਮਿਲੀ ਆ ਕੇ ਗਈ ਸੀ, ਕਹਿੰਦੇ ਬਾਈ ਜੀ ਸਾਡੇ ਨਾਲ ਔਰਤਾਂ, ਅਸੀਂ ਕਿਹਾ ਜੀ ਰਹਿਣ ਨੂੰ ਇੱਥੇ ਜੀ ਆਇਆਂ ਨੂੰ ਆ, ਪਰ ਪਰਲੇ ਪਾਸੇ ਪੰਪ ਤੇ ਖਾਲਸਾ ਸਾਈਡ ਨੇ ਔਰਤਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀਗਾ, ਤੁਸੀਂ ਉੱਧਰ ਚਲੇ ਜਾਓ, ਜੇ ਤੁਹਾਨੂੰ ਉੱਥੇ ਨਾ ਜਗ੍ਹਾ ਮਿਲੀ ਤਾਂ ਤੁਸੀਂ ਇੱਥੇ ਆ ਜਿਓ। ਤਾਂ ਇਹ ਮਾਹੌਲ ਆ ਜਿੱਦਾਂ ਅਸੀਂ ਨਾ ਕੱਲ ਰਾਤ ਹੀ ਦਿਖਾ ਰਹੇ ਸੀ ਕੁੰਡਲੀ ਬਾਰਡਰ ਤੇ ਹੇਮਕੁੰਟ ਫਾਊਂਡੇਸ਼ਨ ਆ, ਉਹਨਾਂ ਨੇ 200 ਦੇ ਲਗਭਗ ਇਸ ਤਰ੍ਹਾਂ ਦੇ ਜਿਹੜੇ ਉਹ ਟੈਂਟ ਲਾਏ ਹੋਏ ਆ। ਤਾਂ ਉਹਨਾਂ 'ਚ ਸੰਗਤ ਜਿਹੜੀ ਸਿੰਗਲ ਆਉਂਦੇ, ਜਿੱਦਾਂ ਕੋਈ ਸਾਈਕਲ ਤੇ ਆ ਰਿਹਾ, ਕੋਈ ਮੋਟਰਸਾਈਕਲ ਤੇ ਆ ਰਿਹਾ, ਕੋਈ ਕਾਰ ਤੇ ਆ ਰਿਹਾ। ਹੁਣ ਕਾਰ 'ਚ ਤਾਂ ਲੱਤਾਂ ਨਹੀਂ ਸਿੱਧੀਆਂ ਹੁੰਦੀਆਂ, ਫਿਰ ਕੰਬਲ ਵੀ, ਰਜਾਈਆਂ ਵੀ ਨਾਲ ਲੈ ਕੇ ਆਉਂਦੇ ਆ, ਤਾਂ ਉਹਨਾਂ ਵਾਸਤੇ ਪ੍ਰਬੰਧ ਕੀਤਾ ਗਿਆ। ਤਾਂ ਬਾਈ ਸੰਘਰਸ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਤੁਹਾਨੂੰ ਵੀ ਹੁਣ ਇੱਥੇ 15-18 ਦਿਨ ਹੋ ਗਏ ਰਹਿੰਦਿਆਂ ਨੂੰ, ਤਾਂ ਸਰਕਾਰ ਦਾ ਰਵੱਈਆ ਜਿਹੜਾ ਦੇਸੀ ਭਾਸ਼ਾ 'ਚ ਅੜੀਅਲ ਜਿਹਾ, ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਵੇਖੋ ਜੀ, ਅੜੀਅਲ ਪਹਿਲਾਂ ਵੀ ਸੀਗਾ। ਜਦੋਂ ਸਾਨੂੰ ਇਹ ਕਿਹਾ ਗਿਆ ਸੀ ਤੁਹਾਨੂੰ ਹਰਿਆਣਾ ਨਹੀਂ ਟੱਪਣ ਦੇਣਾ, ਤਾਂ ਪੰਜਾਬ ਦੇ ਨੌਜਵਾਨਾਂ ਨੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈ ਕੇ, ਥਾਪੜਾ ਲੈ ਕੇ, ਤੇ ਅੱਜ ਅਸੀਂ ਤੁਹਾਡੇ ਸਾਹਮਣੇ ਆਪਾਂ ਕਿੱਥੇ ਆ ਕੇ ਬੈਠੇ ਆ। ਅਸੀਂ ਸਬਰ ਨਾਲ ਚੱਲਣਾ। ਸਾਨੂੰ ਚਾਹੇ 2 ਮਹੀਨੇ ਇੱਥੇ ਬਹਿਣਾ ਪੈ ਜੇ, ਚਾਹੇ 3 ਮਹੀਨੇ ਬਹਿਣਾ ਪੈ ਜੇ, ਅਖੀਰ ਨੂੰ ਇੱਕ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਸਾਡੇ ਸਾਰਿਆਂ ਦੇ ਵਿੱਚ ਇਹ ਪੂਰਾ ਵਿਸ਼ਵਾਸ ਆ, ਤੇ ਅਸੀਂ ਨਾ ਦਿੱਲੀ ਦੇ ਕਿਸੇ ਨੂੰ, ਅਸੀਂ ਤੁਸੀਂ ਦੇਖ ਰਹੇ ਹੋਗੇ, ਕਿਸੇ ਆਵਾਜਾਈ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਰਹੇ, ਕਿਸੇ ਦੁਕਾਨਦਾਰ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਰਹੇ। ਸ਼ਾਂਤਮਈ ਅੰਦੋਲਨ ਆ, ਆਪਦੀਆਂ ਰੋਟੀਆਂ ਲਾਉਣੇ ਆ, ਖਾ ਲੈਂਦੇ ਆ ਤੇ ਇੱਥੇ ਬਹਿ ਜਾਂਦੇ ਆ, ਤੇ ਮੋਦੀ ਨੂੰ ਮਜਬੂਰ ਕਰ ਦਾਂਗੇ। ਇਹ ਚੁੱਪ ਸਾਡੀ ਇੱਥੇ ਬੈਠਿਆਂ ਦੀ, ਉਹਨੂੰ ਵੀ ਪਤਾ ਇਹ ਤਿਆਰੀ ਵੀ ਸਾਡੀ ਪੂਰੀ ਆ। ਸ਼ਾਂਤਮਈ ਬੈਠੇ ਆ, ਪਰ ਤਿਆਰੀ ਵੀ ਫੁੱਲ 'ਚ ਆ। ਤਾਂ ਮੋਦੀ ਨੂੰ ਪਤਾ ਹੀ ਹੋਣਾ ਮੇਰੇ ਖਿਆਲ 'ਚ ਵੀ ਜੇ ਹਰਿਆਣਿਓਂ ਆ ਗਏ ਤਾਂ ਗਾਂ ਕਿੰਨੀ ਕੁ ਵਾਟ ਆ। ਤਾਂ ਕੀ ਲੱਗਦਾ ਸਰਕਾਰ ਤੇ ਪ੍ਰੈਸ਼ਰ ਹੈਗਾ? ਜਿੰਨਾ ਕੁ ਪਹਿਲੇ 2-3 ਦਿਨ ਜਦੋਂ ਅਸੀਂ ਬਾਰਡਰ ਭੰਨ ਕੇ ਆਏ ਆ, ਬੈਰੀਅਰ ਤੋੜ ਕੇ ਆਏ ਆ, ਕੰਡਿਆਲੀਆਂ ਤਾਰਾਂ ਪੁੱਟ ਕੇ ਆਏ ਆ, ਇਹਨਾਂ ਦੀਆਂ ਪਾਣੀ ਵਾਲੀਆਂ ਜਿਹੜੀਆਂ ਉਹ ਫੁਹਾਰਿਆਂ ਦੇ ਮੂੰਹ ਮੋੜ ਕੇ ਇਹਨਾਂ ਦੇ ਸਿਰਾਂ 'ਚ ਕਰਕੇ ਆਏ ਆ, ਤਾਂ ਉਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀ, ਮੀਡੀਆ 'ਚ ਵੀ ਸੀ, ਵਾਰ-ਵਾਰ ਮੀਟਿੰਗਾਂ ਹੋ ਰਹੀਆਂ ਸੀ। ਜਿਵੇਂ ਜਿਵੇਂ ਸਮਾਂ ਪੈ ਰਿਹਾ ਇੱਦਾਂ ਲੱਗਦਾ ਵੇਖਣ 'ਚ ਵੀ ਸ਼ਾਇਦ ਪ੍ਰੈਸ਼ਰ ਘਟ ਰਿਹਾ। ਤੁਹਾਨੂੰ ਨਿੱਜੀ ਤੌਰ ਤੇ ਕੀ ਲੱਗਦਾ? ਭਾਈ ਜੀ ਬਹੁਤ ਪ੍ਰੈਸ਼ਰ ਆ ਜੀ,
ਚੀਕਾਂ ਇਹਨਾਂ ਦੀਆਂ ਨਿਕਲੀਆਂ ਪਈਆਂ ਇਹ ਹੁਣ ਆਵਾਜ਼ਾਂ ਮਾਰਨ ਚਾਹੇ ਨਾ ਮਾਰਨ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਾ ਕੇ ਕਾਨੂੰਨ ਬਾਰੇ ਸਮਝਾ ਰਹੇ ਆ, ਗਾਂ ਜਾ ਕੇ ਦੂਰ ਜਾ ਕੇ ਕਿਤੇ ਹੋਰ ਜਾ ਕੇ ਉੜੀਸਾ ਦੇ ਵਿੱਚ ਜਾ ਕੇ ਕਦੇ ਗੁਜਰਾਤ 'ਚ ਜਾ ਕੇ ਤਾਂ ਕਾਨੂੰਨ ਨਾਲ ਸਮਝਾਉਂਦੇ ਆ। ਉੱਥੋਂ ਦੇ ਕਿਸਾਨਾਂ ਨੂੰ ਕਹਿੰਦੇ ਵੀ ਸਾਡੇ ਨਾਲ ਗੱਲ ਕਰੋ, ਤੁਹਾਨੂੰ ਕਾਨੂੰਨ ਸਮਝਾਈਏ। ਉੱਥੋਂ ਦੇ ਕਿਸਾਨ ਵੀ ਹੁਣ ਇਹਨਾਂ ਨੂੰ ਇਹ ਜਵਾਬ ਦੇਣ ਲੱਗ ਪਏ ਵੀ ਸਾਨੂੰ ਸਮਝਾਓ ਨਾ, ਜਾ ਕੇ ਜਿਹੜੇ ਲੋਕ ਦਿੱਲੀ ਨੂੰ ਘੇਰਾ ਪਾਈ ਬੈਠੇ ਆ ਕਿਸਾਨ, ਉਹਨਾਂ ਨੂੰ ਜਾ ਕੇ ਗੱਲਾਂ ਸਮਝਾਓ। ਸੋ ਤੁਹਾਨੂੰ ਮੈਂ ਉਹੀ ਕਹਿ ਰਿਹਾ ਨਾ, ਇਹ ਅੰਦੋਲਨ ਇੱਥੇ ਬੈਠਾ, ਅਸੀਂ ਇੱਥੇ ਬੈਠੇ ਆ, ਸਾਨੂੰ ਬੈਠਿਆਂ ਨੂੰ ਦੇਖ ਕੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਦਿਨ ਰੋਜ਼ ਸਿਰ ਖੜੇ ਹੋ ਰਹੇ ਆ। ਦਿਨ ਬ ਦਿਨ ਸੰਸਥਾਵਾਂ ਉੱਠ ਰਹੀਆਂ, ਦਿਨ ਬ ਦਿਨ ਲੋਕ ਉੱਠ ਰਹੇ ਆ, ਬੁੱਧੀਜੀਵੀ ਉੱਠ ਰਹੇ ਆ। ਕਿੰਨੀਆਂ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਦੇਖ ਕੇ ਜਿਨ੍ਹਾਂ ਨੂੰ ਹਾਂ ਦਾ ਨਾਅਰਾ ਮਾਰਨ ਤੇ ਜਿਨ੍ਹਾਂ ਨੂੰ ਐਂ ਲੱਗਦਾ ਯਾਰ ਵਾਕਈ ਕਿਸਾਨਾਂ ਨਾਲ ਧੱਕਾ ਹੋ ਰਿਹਾ, ਵਾਕਈ ਕਿਸਾਨੀ ਨਾਲ ਧੱਕਾ ਹੋ ਰਿਹਾ, ਦੇਸ਼ ਦੇ ਅੰਨਦਾਤੇ ਨਾਲ ਧੱਕਾ ਹੋ ਰਿਹਾ। ਜਿੰਨਾ ਚਿਰ ਇਹ ਅੰਦੋਲਨ ਚੱਲੂਗਾ ਉਹਦਾ ਸਾਨੂੰ ਫਾਇਦਾ ਹੀ ਹੋਣਾ ਜੀ। ਮੈਂ ਆਪਦੇ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਵੀ ਇੱਥੇ ਕਿਸਾਨ ਬੈਠੇ ਆ, ਬੜੇ ਜਸ਼ੀਲੇ ਨੌਜਵਾਨ ਆਉਂਦੇ ਆ, ਸਾਡੇ ਭਰਾਵਾਂ ਵਰਗੇ ਇੱਥੇ ਆਉਂਦੇ ਆ, ਹੋਰ ਆ ਕੇ ਕਹਿੰਦੇ ਯਾਰ ਹੋਰ ਕਿੰਨਾ ਕੁ ਚਿਰ ਬਹਿਣਾ, ਦਿੱਲੀ ਚੱਲ ਗਏ ਆਪਾਂ, ਪਾਰਲੀਮੈਂਟ ਘੇਰ ਗਏ। ਪਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਆਪਾਂ ਇੱਥੇ ਸ਼ਾਂਤਮਈ ਤਰੀਕੇ ਨਾਲ ਕਰੀਏ। ਆਪਣਾ ਇੱਥੋਂ ਦਾ ਅੰਦੋਲਨ ਇਹ ਹੌਲੀ ਹੌਲੀ ਸਾਰੇ ਸੂਬਿਆਂ ਦੇ ਵਿੱਚ ਇੱਕ ਲਹਿਰ ਬਣਾ ਦੂਗਾ ਤੇ ਸਾਰਾ ਦੇਸ਼ ਉੱਠ ਕੇ ਖੜਾ ਹੋ ਕੇ ਦਿੱਲੀ ਆ ਜਾਊਗਾ। ਇਸ ਕਰਕੇ ਸਬਰ ਨਾਲ ਇੱਥੇ ਬੈਠੇ ਰਹੋ, ਇੱਕ ਦਿਨ ਇਹੋ ਜਾਊਗਾ ਮੋਦੀ ਆਪ ਆ ਕੇ ਇੱਥੇ ਖੜੂਗਾ, ਦੋਨੇ ਬਾਰਡਰਾਂ ਤੇ ਆ ਕੇ ਜਿਵੇਂ ਕਹੋਗੇ ਉਵੇਂ ਕਰਨ ਨੂੰ ਤਿਆਰ ਹੋ ਜਾਊਗਾ। ਬਿਲਕੁਲ, ਤਾਂ ਤੁਹਾਨੂੰ ਜਾਪਦਾ ਵੀ ਮੋਦੀ ਇੱਥੇ ਆਊਗਾ? ਕਿਉਂਕਿ ਉਹ ਇਹ ਕਹਿ ਰਹੇ ਆ ਵੀ ਅਸੀਂ ਉੱਥੇ ਜਾਵਾਂਗੇ ਤੇ ਸਾਡੇ ਗੱਲ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਹੈ। ਕਿਸਾਨ ਲੀਡਰ ਦੱਸਦੇ ਆ, ਕਿਸਾਨ ਲੀਡਰ ਕਹਿੰਦੇ ਵੀ ਜਦੋਂ ਸੋਮ ਪ੍ਰਕਾਸ਼ ਜਾਂ ਕੋਈ ਹੋਰ ਜਿਹੜੇ ਬੰਦੇ ਆ ਲੀਡਰ ਆ ਇਹਨਾਂ ਦੇ ਖੇਤੀਬਾੜੀ ਮੰਤਰੀ ਉਸ ਨੂੰ ਸਮਝਾਉਣ ਲੱਗ ਪਏ ਵੀ ਨਾ ਕਰੋ, ਕਹਿੰਦੇ ਅਸੀਂ ਉਹਨਾਂ ਨੂੰ ਐਂ ਕਿਹਾ ਵੀ ਤੁਸੀਂ ਉੱਥੇ ਆ ਕੇ ਸਮਝਾ ਦਿਓ ਤਾਂ ਉਹ ਸਾਡੇ ਗੱਲ ਪੈ ਜਾਣਗੇ। ਜੇ ਮੋਦੀ ਭਾਰਤੀ ਪ੍ਰਧਾਨ ਮੰਤਰੀ ਜਾਂ ਕੋਈ ਸੀਨੀਅਰ ਅਧਿਕਾਰੀ ਇੱਥੇ ਆਉਂਦਾ, ਤੁਹਾਨੂੰ ਲੱਗਦਾ ਵੀ ਲੋਕ ਉਹਨਾਂ ਦੇ ਗੱਲ ਪੈਣਗੇ ਜਾਂ ਨਹੀਂ ਪੈਣਗੇ? ਕੀ ਲੱਗਦਾ ਤੁਹਾਨੂੰ? ਦੇਖੋ ਜੀ, ਅਸੀਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਆ ਸਾਰੇ, ਤੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਸੀਗੀ ਵੀ ਜਦੋਂ ਤੁਹਾਡੇ ਕੋਈ ਘਰੇ ਆਉਂਦਾ, ਘਰੇ ਆ ਇਹਨੂੰ ਦੇਗ ਪੱਕੀ, ਤੁਹਾਨੂੰ ਪਤਾ ਹੀ ਆ। ਤੇ ਉਸ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਜੇ ਇੱਥੇ ਆਊਗਾ ਸਾਡੇ ਕਿਸਾਨ ਜਥੇਬੰਦੀਆਂ ਸਾਡੇ ਕਿਸਾਨ ਨੂੰ ਨਾ ਸਵਾਗਤ ਕਰਨਗੇ। ਇਹ ਸਿਰਫ ਇੱਕ ਆਕਰੋਸ਼ ਆ ਜੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਸਾਡੀ ਗੱਲ ਨਹੀਂ ਸੁਣੀ, ਸਾਨੂੰ ਰਾਹਾਂ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ, ਵਾਟਰ ਕੈਨਨਾਂ ਦੇ ਨਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਸੜਕਾਂ ਪੱਟੀਆਂ, ਉੱਥੇ ਟਿੱਪਰ ਵੱਡੇ ਵੱਡੇ ਖੜੇ ਕਰਤੇ, ਉਹਦਾ ਇੱਕ ਆਕਰੋਸ਼ ਸੀਗਾ। ਉਸ ਕਰਕੇ 2-3 ਦਿਨ 4-5 15 ਦਿਨ ਸਾਨੂੰ ਇਹ ਗੱਲਾਂ ਭੈੜੀਆਂ ਲੱਗੀਆਂ। ਇੱਥੇ ਮੋਦੀ ਦੇ ਉਲਟ ਬਹੁਤ ਸਾਰੇ ਨਾਅਰੇ ਵੱਜੇ। ਹਾਂ, ਮੋਦੀ ਇੱਥੇ ਆਵੇ, ਉਹਦੇ ਮੰਤਰੀ ਆ ਕੇ ਗੱਲ ਕਰਨ। ਪਹਿਲਾਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਗੱਲ ਹੀ ਕਰਦੀਆਂ। ਸੋ ਸਾਨੂੰ ਇਹਦੇ ਵਿੱਚ ਕੋਈ ਨਹੀਂ, ਸਾਡੇ ਕੋਲੇ ਕੋਈ ਆਉਂਦਾ ਅਸੀਂ ਉਹਦਾ ਸਵਾਗਤ ਕਰਾਂਗੇ, ਉਹਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ, ਆਪਦੀਆਂ ਮੰਗਾਂ ਰੱਖਾਂਗੇ, ਸਾਡੀਆਂ ਮੰਗਾਂ ਨੂੰ ਮੰਨੇ। ਸਾਡੀਆਂ ਸਾਰੀਆਂ ਜਾਇਜ਼ ਮੰਗਾਂ, ਇੱਕ ਵੀ ਕੋਈ ਨਜਾਇਜ਼ ਮੰਗ ਨਹੀਂ। ਨਾ ਇਹ ਕਾਲੇ ਕਾਨੂੰਨ ਕਿਸੇ ਕਿਸਾਨ ਨੇ ਮੰਗੇ, ਨਾ ਇਹ ਕਿਸੇ ਕਿਸਾਨੀ ਜਥੇਬੰਦੀ ਨੇ ਮੰਗੇ, ਨਾ ਇਹ ਕਿਸੇ ਪੋਲੀਟੀਕਲ ਪਾਰਟੀ ਨੇ ਮੰਗੇ। ਕਿਸੇ ਨੂੰ ਇਹ ਲੋੜ ਨਹੀਂ ਸੀਗੀ। ਚੁੱਪ ਕਰਕੇ ਕਰੋਨਾ ਦੇ ਵਿੱਚ ਇਹਨਾਂ ਨੇ ਇਹ ਕਾਲੇ ਬਿੱਲ ਲੈ ਕੇ ਆਂਦੇ। ਅੱਜ ਕਰੋਨਾ ਦਾ ਬਹਾਨਾ ਮਾਰ ਕੇ ਸੈਸ਼ਨ ਨਹੀਂ ਬੁਲਾ ਰਿਹਾ ਪਾਰਲੀਮੈਂਟ ਦਾ। ਠੀਕ, ਜੇ ਕਰੋਨਾ ਇੰਨਾ ਹੀ ਤੁਹਾਨੂੰ ਖਤਰਨਾਕ ਲੱਗਦਾ ਸੀਗਾ ਤਾਂ ਉਦੋਂ ਫਿਰ ਇਹ ਦਵਾ ਦਾ ਬਿੱਲ ਲਿਆਉਣ ਦੀ ਕੀ ਲੋੜ ਸੀ? ਸਮਾਂ ਬੀਤਦਾ, ਅਗਲੇ ਸਾਲ ਲੈ ਆਉਂਦੇ, ਉਦੋਂ ਅਗਲੇ ਸਾਲ ਲੈ ਆਉਂਦੇ। ਤੁਹਾਡੀ ਕਿਹੜਾ ਸਰਕਾਰ ਡਿੱਗਣ ਲਈ ਆ? 3.5 ਸਾਲ ਤੁਹਾਡੇ ਕੋਲੇ ਪਏ ਆ। ਕਰੋਨਾ ਵੀ ਇਹਦੀ ਇੱਕ ਬਿੱਲੀ ਆ, ਨਾ ਉਹ ਬਿਹਾਰ 'ਚ ਚੱਲਦੀ ਆ। ਹੈਦਰਾਬਾਦ ਦੀਆਂ ਚੋਣਾਂ ਤੁਸੀਂ ਵੇਖੀਆਂ, ਹੈਦਰਾਬਾਦ ਦੀਆਂ ਚੋਣਾਂ ਇਹਨਾਂ ਨੇ ਐਂ ਬਣਾਤੀਆਂ ਜਿਵੇਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੁੰਦੀਆਂ। ਕਿਉਂ? ਉੱਥੇ ਕਰੋਨਾ ਹੈ ਨਹੀਂ ਸੀ। ਅਮਿਤ ਸ਼ਾਹ ਰੈਲੀਆਂ ਕਰਦਾ 4 ਮਹੀਨਿਆਂ ਨੂੰ ਵੈਸਟ ਬੰਗਾਲ ਦੇ ਵਿੱਚ ਵੋਟਾਂ, ਇਹਨਾਂ ਦੇ ਸਾਰੇ ਮੰਤਰੀ ਜਾ ਕੇ ਉੱਥੇ ਜੈ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਰੋਜ਼ ਉੱਥੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਦੇ ਆ। ਕੀ ਉਦੋਂ ਕਰੋਨਾ ਨਹੀਂ ਹੁੰਦਾ? ਕੀ ਕਿਸਾਨਾਂ ਆਰੀ ਕਰੋਨਾ ਹੁੰਦਾ? ਅੱਜ ਇਹਨਾਂ ਦਾ ਇਹ ਮੰਤਵ ਆ ਕਿ ਅਸੀਂ ਪਾਰਲੀਮੈਂਟ ਸੈਸ਼ਨ ਨਾ ਸੱਦੀਏ, ਕਰੋਨਾ ਦਾ ਬਹਾਨਾ ਬਣਾ ਦਈਏ। ਜੇ ਕਰੋਨਾ ਦਾ ਬਹਾਨਾ ਪਾਰਲੀਮੈਂਟ ਸੈਸ਼ਨ ਲਈ ਚੱਲ ਸਕਦਾ ਤਾਂ ਕਰੋਨਾ ਵੇਲੇ ਕਿਸਾਨੀ ਬਿੱਲ ਲਿਆਉਣੇ ਇੰਨੇ ਕਿੰਨੇ ਜ਼ਰੂਰੀ ਸੀ? ਇੱਥੋਂ ਪਤਾ ਲੱਗਦਾ ਕਿ ਅਡਾਨੀਆਂ ਅੰਬਾਨੀਆਂ ਪੂੰਜੀਵਾਦੀਆਂ ਨੂੰ ਆਪਦਾ ਇਹ ਜੋ ਉਹਨਾਂ ਨੇ ਇਹਦੇ ਸਰਕਾਰ ਬਣਾਉਣ ਦੇ ਵਿੱਚ ਮਦਦ ਕੀਤੀ ਸੀ, ਇਹ ਦੁਬਾਰਾ ਉਹਨਾਂ ਲਈ ਇਸੇ ਕਰਕੇ ਇੱਥੇ ਅਸੀਂ ਇੱਕ ਸਲੋਗਨ ਵੀ ਲਾਇਆ, ਨਾ ਕਿਸਾਨੋਂ ਕਾ ਨਾ ਮਜ਼ਦੂਰੋਂ ਕਾ, ਮੋਦੀ ਹੈ ਅਮੀਰੋਂ ਕਾ। ਤਾਂ ਉਹ ਜਿਹੜਾ ਮਗਰ ਨਾਰਾ ਲਿਖਿਆ ਹੋਇਆ ਉਧਰ ਕੈਮਰਾ ਮਾੜਾ ਘੁਮਾ ਦਿਓ ਜੀ, ਨਾ ਕਿਸਾਨੋਂ ਕਾ ਨਾ ਮਜ਼ਦੂਰੋਂ ਕਾ, ਮੋਦੀ ਹੈ ਅਮੀਰੋਂ ਕਾ। ਔਰ ਕਿਉਂ ਆਖਰ ਅਜਿਹਾ ਹੁੰਦਾ? ਔਰ ਉਧਰ ਵੀ ਉਹ ਪੜਨ ਚ ਮੈਨੂੰ ਦੇਖ ਨਹੀਂ ਰਿਹਾ, ਉਹ ਵੀ ਤੁਸੀਂ ਦਿਖਾਇਓ ਜਰੂਰ। ਉਹ ਵੀ ਰਿਲਾਇੰਸ ਬਾਰੇ ਲਿਖਿਆ ਕੋਈ ਬਹੁਤ ਸਾਰੀਆਂ ਸੋਹਣੀਆਂ ਜਿਹੜੀਆਂ ਸ਼ਬਦਾਵਲੀਆਂ ਨਾ। ਔਰ ਵੇਖੋ, ਇਹ ਸੁੱਤੇ ਨਾ ਘਰਾਂ 'ਚ ਰਹਿ ਜਾਇਓ, ਦਿੱਲੀ 'ਚ ਪੰਜਾਬ ਬੁੱਕ ਦਾ। ਔਰ ਪੰਜਾਬ ਨੇ ਦੱਸਤਾ ਮੈਂ ਹੈਗਾ ਕੀ ਆ। ਤਾਂ ਬਾਈ ਪੰਜਾਬ ਤੇ ਆਉਣੇ ਆ ਤੁਸੀਂ,
ਯੂਨੀਵਰਸਿਟੀ 'ਚ ਪੜ੍ਹੇ ਵੀ ਹੋ, ਉੱਥੇ ਤੁਸੀਂ ਅਗਵਾਈ ਵੀ ਕੀਤੀ ਆ ਨੌਜਵਾਨਾਂ ਦੀ, ਤਾਂ ਬਹੁਤ ਸਾਰੇ ਸਿਆਸੀ ਲੀਡਰ, ਹਾਲਾਂਕਿ ਕੋਈ ਇੱਧਰੋਂ ਗਏ ਸੀ 17 'ਚ ਗਏ, ਕੋਈ ਉਦੋਂ ਬਾਅਦ ਗਏ 19 'ਚ ਗਏ, ਉਹਨਾਂ ਦੇ 86% ਨਸ਼ੇੜੀ ਆ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਦਰ ਭਟਕ ਰਹੇ ਆ। ਤਾਂ ਤੁਹਾਨੂੰ ਲੱਗਦਾ ਵੀ ਉਹ 86% ਜੇ ਨਸ਼ੇੜੀ ਆ, ਤੇ ਆ ਇੱਥੇ ਜਿਹੜੇ ਦਿੱਲੀ ਨੂੰ ਵੰਗਾਰ ਰਹੇ ਆ, ਥਾਪੀਆਂ ਮਾਰਦੇ ਸ਼ਾਮ ਨੂੰ, ਉੱਥੇ ਲਾ ਕੇ ਟਰੈਕਟਰ ਕਹਿੰਦੇ ਵੀ ਆਉਣ ਦਿਓ ਇੱਕ ਵਾਰੀ, ਦੱਸੋ ਟੱਕਰਨਾ ਕਿਵੇਂ, ਹਾਲਾਂਕਿ ਸ਼ਾਂਤਮਈ ਆ ਪਰ ਫਿਰ ਵੀ ਨੌਜਵਾਨ ਜੋਸ਼ 'ਚ ਬਹੁਤ ਆ। ਤੇ 86% ਨਸ਼ੇੜੀ ਵਾਲੀ ਗੱਲ ਕਿਤੇ ਢੁੱਕਦੀ ਨਜ਼ਰ ਨਹੀਂ ਆ ਰਹੀ, ਤਾਂ ਉਹ ਪਾਰਟੀਆਂ ਨੂੰ ਤੁਹਾਡਾ ਕੀ ਜਵਾਬ ਆ? ਬਾਈ ਜੀ ਕੁਝ ਅਖੌਤੀ ਲੀਡਰ ਜਿਹੜੇ ਜਿਨ੍ਹਾਂ ਦੀ ਆਪਦੀ ਦੁਕਾਨ ਨਹੀਂ ਚੱਲਦੀ ਸੀਗੀ, ਉਹਨਾਂ ਨੇ ਇੱਕ ਬਹਾਨਾ ਬਣਾਇਆ ਵੀ ਕਿਉਂ ਨਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਛੇੜੇ ਆਪਦੀ ਦੁਕਾਨ ਚਲਾਉਣ ਲਈ। ਉਹਨਾਂ ਨੇ ਇੱਕ ਸਾਡੇ ਤੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਜੋ ਨੌਜਵਾਨ ਆ ਉਹ ਨਸ਼ੇੜੀ ਆ। ਮੈਂ ਤੁਹਾਨੂੰ ਇੱਥੇ ਸਾਡੇ ਆ 3 ਬੈਠੇ ਆ ਜੀ, ਬਾਈ ਜੀ ਮੇਰਾ ਡੌਲਾ ਵਿਖਾਇਓ, ਜ਼ਰੂਰੀ ਆ ਵਿਖਾਉਣਾ ਇਹ ਵੀ। ਪਹਿਲਾਂ ਤਾਂ ਇਹਦਾ ਡੌਲਾ ਵੇਖਿਓ ਤੇ ਫਿਰ ਉਹਦਾ ਡੌਲਾ ਵੇਖੋ, ਤੁਹਾਨੂੰ ਕਿਹੜੇ ਪਾਸੋਂ ਇਹ ਨਸ਼ੇੜੀ ਲੱਗਦੇ ਆ। ਇਹ ਬਾਈ ਇਹ ਬਿਲਕੁਲ ਤਾਂ ਇਹ ਪੰਜਾਬ ਦੇ ਸ਼ੇਰ ਪੁੱਤ ਆ ਜਿਨ੍ਹਾਂ ਨੇ ਸਰੀਰ ਪਾਲੇ ਹੋਇਆ। ਔਰ ਦੱਸੋ, ਮੈਂ ਗਿਣ ਲੈਨੇ ਆਪਾਂ ਬੰਦੇ ਜਿੰਨੇ ਖਲੋਤੇ ਜਿੰਨੇ ਬੈਠੇ ਆ, ਤਾਂ ਲਓ ਜੀ ਇਹ ਪੰਜਾਬ ਦੇ ਇਹ ਗੱਭਰੂ ਪੁੱਤ ਆ ਜਿਨ੍ਹਾਂ ਨੇ ਆਪਦੀਆਂ ਕਿਰਤ ਕਮਾਈਆਂ ਕੀਤੀਆਂ ਔਰ ਸਰੀਰ ਸਾਂਭੇ। ਨੂੰ ਸਿਰਫ ਸਾਡੇ ਤੇ ਟੈਗ ਲਾਇਆ ਸੀਗਾ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰ ਦਿਓ। ਉਹ ਤੁਹਾਡੇ ਸਾਹਮਣੇ ਟਰੋਲ ਚੱਲ ਰਿਹਾ। ਅਮਿਤ ਸ਼ਾਹ ਨੂੰ ਮੋਦੀ ਪੁੱਛਦਾ, ਕਹਿੰਦਾ ਤੂੰ ਤਾਂ ਕਹਿੰਦਾ ਸੀ ਅੱਧੇ ਕੈਨੇਡਾ ਜਾਵੜੇ ਅੱਧੇ ਨਸ਼ੇੜੀ ਆ, ਆਹ ਕਿਹੜੇ ਬੈਠੇ ਆ? ਠੀਕ ਆ, ਇਹ ਉਹੀ ਬੈਠੇ ਆ, ਇਹ ਸਾਡੇ ਉਹੀ ਬਾਜਾਂ ਵਾਲੇ ਦੇ ਪੁੱਤਰ ਬੈਠੇ ਆ ਜੀ। ਠੀਕ, ਸਾਰੇ ਪੰਜਾਬ ਦੇ ਅੱਜ ਸਾਨੂੰ ਜਿੱਥੇ ਵੀ ਵੇਖੋ, ਅੱਜ ਪੰਜਾਬ ਦਾ ਕੋਈ ਵੀ ਵਸਿੰਦਾ ਕਿਸੇ ਵੀ ਮੁਲਕ 'ਚ ਬੈਠਾ, ਉਹ ਇਸ ਅੰਦੋਲਨ ਦੇ ਵਿੱਚ ਚੱਤੋ ਬਹਿਰੋ ਦੀ ਖਬਰ ਉਡੀਕਦਾ ਰਹਿੰਦਾ ਵੀ ਦਿਲ ਇੱਥੇ ਵੀ ਉੱਥੇ ਕੀ ਬਣੀ ਜਾਂਦਾ ਕੀ ਨਹੀਂ ਬਣੀ ਜਾਂਦਾ। ਚਾਹੇ ਕੋਈ ਪੈਸੇ ਦੀ ਲੋੜ ਆ ਉਹ ਭੇਜ ਰਹੇ ਆ, ਕੋਈ ਚੀਜ਼ਾਂ ਦੀ ਲੋੜ ਆ ਉਹ ਭੇਜ ਰਹੇ ਆ, ਬਦਾਮ ਆਈ ਜਾਂਦੇ ਆ। ਸੋ ਜਿੰਨੇ ਸਾਡੇ ਵੀਰ ਅੱਜ ਬਾਹਰ ਬੈਠੇ ਆ ਉਹ ਸਾਡੀ ਤਾਕਤ ਹੈ। ਜਿਹੜੇ ਭਰਾ ਸਾਡੇ ਬਾਹਰ ਬੈਠੇ ਆ ਉਹ ਸਾਡੀਆਂ ਬਾਹਾਂ, ਅੱਜ ਉਹੀ ਬਾਹਾਂ ਸਾਡੇ ਨਾਲ ਖੜੀਆਂ। ਤੇ ਸਾਡੇ ਪੰਜਾਬ ਦੇ ਨੌਜਵਾਨ, ਸਾਡੇ ਬਜ਼ੁਰਗ, ਸਾਡੇ ਇਹਨਾਂ ਵਰਗੇ ਬਜ਼ੁਰਗ ਸਾਡੇ ਨਾਲ ਸਾਨੂੰ ਆਸ਼ੀਰਵਾਦ ਦਿੰਦੇ ਆ। ਤੇ ਅਸੀਂ ਤਾਂ ਜੀ ਇੱਥੇ ਬੈਠੇ ਆ, ਤੁਹਾਨੂੰ ਦੱਸਿਆ ਵੀ ਸਬਰ ਨਾਲ ਬੈਠੇ ਆ, ਪਰ ਤਿਆਰੀ ਸਾਡੀ ਆ, ਫੁੱਲ ਤਿਆਰੀ ਹੈ ਸਾਡੀ। ਜਦੋਂ ਸਾਨੂੰ ਕੋਈ ਸੰਕੇਤ ਮਿਲਿਆ ਵੀ ਇਹ 19-21 ਕਰਦੇ ਆ, ਤਾਂ ਪਾਰਲੀਮੈਂਟ ਖੜੀ ਜੀ 10 ਕਿਲੋਮੀਟਰ ਤੇ ਸਾਰੇ ਬੈਰੀਗੇਡ ਤੋੜ ਕੇ ਪਾਰਲੀਮੈਂਟ ਨੂੰ ਘੇਰਾ ਪਾਵਾਂਗੇ। ਪਰ ਹਜੇ ਸਾਨੂੰ ਪਤਾ ਸਾਨੂੰ ਇੱਥੇ ਬੈਠਣਾ ਹੀ ਪੈਣਾ, ਤਾਂ ਕਿ ਅਸੀਂ ਬੈਠ ਰਹੇ। ਸਾਨੂੰ ਇਹ ਆ ਵੀ ਇਹਨੂੰ ਪ੍ਰਮਾਤਮਾ ਸਮੱਤ ਬਖਸ਼ੂ, ਇਹਨੂੰ ਇਹਦੀ ਪਾਰਟੀ ਵਾਲੇ ਸਲਾਹ ਦੇਣਗੇ। ਹੋ ਸਕਦਾ 3-4 ਮਹੀਨੇ ਜਿਹੜੀ ਪਾਰਟੀ 'ਚ ਬਗਾਵਤ ਹੋ ਜੇ ਵੀ ਇੱਕ ਬੰਦੇ ਦੀ ਅੜੀ ਕਰਕੇ ਕਿਉਂ ਤੂੰ ਪਾਰਟੀ ਨੂੰ ਨੁਕਸਾਨ ਕਰਦਾ। ਹਰਿਆਣੇ ਵਿੱਚ ਤੁਹਾਨੂੰ ਸਾਹਮਣੇ ਅੱਜ ਬੀਜੇਪੀ ਦੇ ਲੀਡਰਾਂ ਨੂੰ ਭਜਾ ਰਹੇ ਆ, ਉਹਨਾਂ ਦੀ ਸਿਕਿਉਰਿਟੀ ਦੇ ਨਾਲ ਉਹਨਾਂ ਦੇ ਮਗਰ ਪਏ ਆ। ਮੱਧ ਪ੍ਰਦੇਸ਼ ਦੇ ਵਿੱਚ ਤੋਮਰ ਨੂੰ ਉੱਥੋਂ ਦੇ ਕਿਸਾਨਾਂ ਨੇ ਘੇਰ ਲਿਆ। ਸੋ ਇਦੋਂ ਵੱਡਾ ਕੀ ਸਬੂਤ ਆ ਜੀ ਇਸ ਅੰਦੋਲਨ ਦਾ? ਸਾਰੇ ਪਾਸੇ ਹਾਹਾਕਾਰ ਮੱਚਿਆ ਪਿਆ, ਸਾਰਾ ਦੇਸ਼ ਦਾ ਕਿਸਾਨ ਕਹਿ ਰਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ। ਇਹ ਕਾਨੂੰਨ ਇਸ ਭਾਰਤ ਨੂੰ ਖਤਮ ਕਰ ਦੇਣਗੇ। ਜੇ ਕਿਸਾਨ ਹੈ ਨਹੀਂ, ਫਿਊਚਰ ਹੈ ਨਹੀਂ, GDP ਨੂੰ ਖਤਮ ਕਰ ਦੇਣਗੇ। ਇਸ ਕਰਕੇ ਇਹਨਾਂ ਕਾਨੂੰਨਾਂ ਦਾ ਦੇਸ਼ ਤੇ ਲਾਗੂ ਕਰਨ ਦੇ ਨਾਲ ਸਾਡੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਅੱਜ ਤਾਂ ਬਥੇਰੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਕੱਲਾ ਕਿਸਾਨ ਇੱਥੇ ਬੈਠਾ, ਹੌਲੀ ਹੌਲੀ ਛੋਟੇ ਦੁਕਾਨਦਾਰ ਨੂੰ ਵੀ ਸਮਝ ਆ ਰਹੀ ਆ, ਹੌਲੀ ਹੌਲੀ ਮੱਧ ਵਰਗੀ ਨੂੰ ਵੀ ਸਮਝ ਆ ਰਹੀ ਆ ਕਿ ਜੇ ਇਹ ਕਾਲੇ ਕਾਨੂੰਨ ਵਾਪਸ ਆ ਗਏ, ਆਉਂਦੇ 10-15 ਸਾਲਾਂ ਤੱਕ ਜਿਹੜਾ ਛੋਟਾ ਦੁਕਾਨਦਾਰ ਆ ਉਹਨਾਂ ਦੇ ਘਰ ਦਾ ਖਰਚਾ ਵੀ ਵੱਧ ਜਾਊਗਾ, ਜਿਹੜਾ ਮੱਧ ਵਰਗੀ ਆ ਉਹਦੇ ਘਰ ਦਾ ਖਰਚਾ ਵੀ ਵੱਧ ਜਾਊਗਾ। ਸੋ ਇਸ ਕਰਕੇ ਹੌਲੀ ਹੌਲੀ ਇੱਥੋਂ ਤੁਹਾਡੇ ਮਾਧਿਅਮ ਦੇ ਜ਼ਰੀਏ ਹੌਲੀ ਹੌਲੀ ਸਭ ਹਿੰਦੁਸਤਾਨ ਦੇ ਸਭ ਵਰਗ ਨੂੰ ਇਹ ਸਮਝ ਆ ਰਹੀ ਆ ਕਿ ਇਹ ਇਕੱਲਾ ਕਿਸਾਨ ਵਿਰੋਧੀ ਕਾਨੂੰਨ ਨਹੀਂ, ਇਹ ਕਿਸਾਨ ਦੇ ਨਾਲ ਨਾਲ ਦੇਸ਼ ਵਿਰੋਧੀ ਕਾਨੂੰਨ ਆ। ਤਾਂ ਕਾਨੂੰਨ ਜਿਹੜਾ ਉਹ ਕਿਸਾਨ ਵਿਰੋਧੀ ਨਹੀਂਗਾ, ਬਲਕਿ ਉਹ ਇਨਸਾਨ ਵਿਰੋਧੀ ਆ। ਤਾਂ ਸਾਰੇ ਜਿਹੜੇ ਬਾਕੀ ਖਿੱਤਿਆਂ ਦੇ ਲੋਕ ਆ ਨਾ, ਉਹ ਸੰਘਰਸ਼ ਜੁਟ ਰਹੇ ਆ। ਤਾਂ ਅਸੀਂ ਲਗਾਤਾਰ 24-25 ਨੂੰ ਜਦੋਂ ਤੁਰੇ, ਕਿਸਾਨ ਦੇਸ਼ ਪੰਜਾਬ ਦੇ ਵਿੱਚੋਂ ਤੁਰੇ, ਹਰਿਆਣੇ ਵਾਲੇ ਨਾਲ ਤੁਰੇ, ਅਸੀਂ ਉਦੋਂ ਦੇ ਇੱਥੇ ਆ। ਤਾਂ ਵਿਦੇਸ਼ਾਂ 'ਚ ਚੋਗਾ ਚੁਗਣਗੇ ਸਾਡੇ ਨਿੱਕੇ ਭਰਾ, ਸਾਡੀਆਂ ਨਿੱਕੀਆਂ ਭੈਣਾਂ, ਸਾਡੇ ਮਿੱਤਰ ਸੱਜਣ ਜਿਹੜੇ ਉਧਰ ਪੜ੍ਹਨ ਗਏ ਆ ਔਰ ਰਾਤ ਨੂੰ ਸ਼ਿਫਟਾਂ ਲਾਉਂਦੇ ਆ, ਉਹ ਬਰਫ਼ ਦੇ ਵਿੱਚ ਖਲੋ ਕੇ ਕਿਸਾਨੀ, ਕਿਉਂਕਿ ਜਿਹੜੀ ਜਨਮ ਭੂਮੀ, ਜਿਹੜੇ ਉਹਨਾਂ ਦੇ ਵੱਡਿਆਂ ਨੇ ਜ਼ਮੀਨਾਂ ਗਹਿਣੇ ਰੱਖ ਕੇ, ਜ਼ਮੀਨਾਂ ਵੇਚ ਕੇ ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਭੇਜਿਆ, ਕਿਉਂਕਿ ਇੱਥੇ ਖੋਤੇ ਘੋੜੇ ਦਾ ਇੱਕ ਮੁੱਲ ਆ। ਇੱਥੇ ਪਤਾ ਨਹੀਂ ਲੱਗਦਾ ਵੀ ਖੋਤਾ ਕਿਹੜਾ ਘੋੜਾ ਕਿਹੜਾ, ਘੋੜੇ ਰਾਜ ਕਰ ਰਹੇ ਆ, ਇੱਥੇ ਖੋਤੇ ਰਾਜ ਕਰ ਰਹੇ ਆ। ਤਾਂ ਅਜਿਹਾ ਵਰਤਾਰਾ ਹੈਗਾ ਬਾਈ। ਇੱਕ ਪਾਸੇ ਤਾਂ ਵਿਦੇਸ਼ਾਂ 'ਚ ਲੋਕ ਖਲੋਤੇ ਆ, ਤਾਂ ਜਦੋਂ ਉਹ ਇੰਡੀਅਨ ਐਮਬੈਸੀ ਦੇ ਬਾਹਰ ਪ੍ਰਦਰਸ਼ਨ ਕਰਦੇ ਆ, ਉਹਨਾਂ ਦੀ ਗੱਲਬਾਤ ਸੁਣੀ ਜਾਂਦੀ ਵੀ ਤੁਸੀਂ ਕਿਉਂ ਖਲੋਤੇ ਹੋ। ਉਹ ਕਹਿੰਦੇ ਇੰਡੀਆ 'ਚ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਖਲੋਤੇ ਆ। ਤਾਂ ਭਾਰਤ ਇੱਕ ਅਜਿਹਾ ਮੁਲਕ ਆ ਜਿਹਦੇ 'ਚ 86% ਕੁਰਬਾਨੀਆਂ ਸਾਡੇ ਵੱਡਿਆਂ ਨੇ ਦਿੱਤੀਆਂ, ਸਾਡੇ ਯੋਧਿਆਂ ਨੇ। ਪਰ 19 ਸਾਲਾਂ ਬਾਅਦ ਜਾ ਕੇ ਐਡਵਾਇਰ ਸੋਧਿਆ ਜਾ ਕੇ, ਬਹੁਤ ਸਾਰੀਆਂ ਉਦਾਹਰਨਾਂ, ਇੱਕ ਨਹੀਂ ਸਾਡੀ ਜ਼ਬਾਨ ਥੱਕ ਜਾਂਦੀ ਹੈ ਇੰਨੀਆਂ ਉਦਾਹਰਨਾਂ। ਤਾਂ ਇੱਕ ਪਾਸੇ ਉਹ ਮੁਲਕ ਆ
ਜਿੱਥੇ ਸਹੂਲਤਾਂ, ਜਿੱਥੇ ਪਤਾ ਲੱਗਦਾ ਵੀ ਹੀਰਾ ਕਿਹੜਾ ਔਰ ਜਿਹੜਾ ਕੱਚ ਕਿਹੜਾ, ਪਛਾਣ ਆ। ਖੋਤੇ ਘੋੜੇ ਦਾ ਵੱਖਰਾ ਵੱਖਰਾ ਮੁੱਲ ਲਾਉਂਦੇ ਆ ਉੱਥੇ, ਇੱਥੇ ਨਹੀਂ ਹੈਗਾ। ਤਾਂ ਇੱਥੇ ਬੇਗਾਨਗੀ ਦਾ ਅਹਿਸਾਸ ਕਿਉਂ ਆ? ਰੋਜ਼ਾਨਾ ਅਸੀਂ ਲਾਸ਼ਾਂ ਲਿਜਾ ਰਹੇ ਹਾਂ, ਕੱਲ 3 ਲਾਸ਼ਾਂ ਲਗਾਏ ਆ। ਪ੍ਰਮਾਤਮਾ ਕਰੇ ਅੱਜ ਦੀ ਰਾਤ ਜਿਹੜੀ ਪੈਣੀ ਹੈ ਸੁੱਖ ਸ਼ਾਂਤੀ ਹੋਵੇ। ਸਾਡਾ ਪਰਿਵਾਰ ਹੈ, ਤੁਸੀਂ ਸਾਡੇ ਭਾਈ ਹੋ, ਸਾਡੇ ਬਜ਼ੁਰਗ ਬੈਠੇ ਆ, ਸਾਡੀਆਂ ਮਾਤਾਵਾਂ ਭੈਣੀਆਂ। ਰੋਜ਼ਾਨਾ ਅਸੀਂ ਲਾਸ਼ਾਂ ਲਿਜਾ ਰਹੇ ਹਾਂ ਪਿੰਡਾਂ ਨੂੰ, ਕਿੰਨੀਆਂ ਕੁ ਲਾਸ਼ਾਂ ਹੋਰ ਲਿਜਾਵਾਂਗੇ? ਸਾਡੇ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਹੈ? ਬੇਗਾਨਗੀ ਦਾ ਅਹਿਸਾਸ ਵੇਖੋ ਵੀਰ ਮੇਰਿਆ, ਤੁਸੀਂ ਬਾਹਰਲੇ ਦੇਸ਼ਾਂ ਦੀ ਗੱਲ ਕੀਤੀ ਆ, ਠੀਕ, ਉੱਥੇ ਥੋੜ੍ਹੀਆਂ ਜਿਹੀਆਂ ਸਾਡੇ ਵਿੱਚ ਵੀ ਕਮੀਆਂ। ਅਸੀਂ ਵੀ ਜਦੋਂ ਆਪਦੇ ਲੀਡਰ ਚੁਣਨੇ ਆ, ਸਾਡਾ ਹੱਕ ਬਣਦਾ, ਸਾਡੇ ਵਿੱਚੋਂ ਹੀ ਪੱਤਰਕਾਰ ਆ, ਸਾਡੇ ਵਿੱਚੋਂ ਹੀ ਪੁਲਿਸ ਆ, ਸਾਡੇ ਵਿੱਚੋਂ ਹੀ ਲੀਡਰ ਆ, ਸਾਡੇ ਵਿੱਚੋਂ ਹੀ ਫੌਜ ਆ, ਸਾਡੇ ਵਿੱਚੋਂ ਹੀ, ਜੇ ਆਪਾਂ ਆਪਦੇ ਸੋਚਣ ਦਾ ਨਜ਼ਰੀਆ ਬਦਲ ਗਏ, ਜਦੋਂ ਵੋਟਾਂ ਆਉਂਦੀਆਂ ਉਦੋਂ ਮੰਗਾਂ ਸਹੀ ਰੱਖੀਏ, ਚੋਣ ਮੈਨੀਫੈਸਟੋ ਨੂੰ ਪੜ੍ਹੀਏ, ਜਿਹੜੀ ਪਾਰਟੀ ਚੋਣ ਮੈਨੀਫੈਸਟੋ ਨੂੰ ਨਹੀਂ ਉਹਦੇ ਤੇ ਪੂਰਾ ਉਤਰਦੀ, ਉਹਨੂੰ ਅਗਲੀ ਵਾਰ ਆਪਾਂ ਇਹ ਕਹਿਣ ਜੋਗੇ ਹੋਈਏ ਭਾਈ ਤੁਸੀਂ ਸਾਡੇ ਨਾਲ ਪਿਛਲੀ ਵਾਰ ਇਹ ਵਾਅਦੇ ਕੀਤੇ ਸੀ, ਇਹ ਪੂਰੇ ਨਹੀਂ ਕੀਤੇ, ਇਸ ਕਰਕੇ ਆਉਂਦੀ ਯਾਰ ਤੁਹਾਨੂੰ ਅਸੀਂ ਵੇਖਾਂਗੇ। ਕੁਛ ਆਪਦੀਆਂ ਮੰਗਾਂ ਵੀ ਇਦਾਂ ਦੀਆਂ ਲੈ ਗਏ ਜਿਹਦੇ ਨਾਲ ਸਾਡਾ ਆਉਣ ਵਾਲਾ ਭਵਿੱਖ, ਸਾਡੀ ਆਉਣ ਵਾਲੀ ਜਵਾਨੀ ਸਾਨੂੰ ਗਾਲਾਂ ਨਾ ਕੱਢੇ ਕਿ ਬਾਪੂ ਤੁਸੀਂ ਆਹ ਕੀ ਕਰ ਗਏ, ਉਹਨਾਂ ਵੇਲੇ ਤੁਸੀਂ ਇਹ ਚੀਜ਼ਾਂ ਸੋਚੀਆਂ ਕਿਉਂ ਨਹੀਂ? ਵਾਤਾਵਰਨ ਬਾਰੇ ਸਾਨੂੰ ਸੋਚਣਾ ਚਾਹੀਦਾ, ਸਾਨੂੰ ਪਾਣੀ ਬਾਰੇ ਸੋਚਣਾ ਚਾਹੀਦਾ, ਇਹਨਾਂ ਚੀਜ਼ਾਂ ਕਰਨੀ, ਸਾਨੂੰ ਐਜੂਕੇਸ਼ਨ ਬਾਰੇ ਸੋਚਣਾ ਚਾਹੀਦਾ, ਇਹਨਾਂ ਚੀਜ਼ਾਂ ਕਰਨੀ ਸਾਡੇ ਨੌਜਵਾਨਾਂ ਨੂੰ ਧਿਆਨ ਦੇਣਾ ਪਊਗਾ। ਤਾਂ ਜਾ ਕੇ ਸਾਡੀ ਅਗਲੀ ਪੀੜ੍ਹੀ ਸਾਨੂੰ ਮਤਲਬ ਕਹੂਗੀ ਕਿ ਸਾਡੇ ਬਾਬਿਆਂ ਨੇ ਸਾਡੇ ਲਈ ਹੱਕਾਂ ਲਈ ਸੋਚਿਆ। ਨਹੀਂ ਤਾਂ ਤੁਸੀਂ ਇਹ ਦੇਖੋ ਹੌਲੀ ਹੌਲੀ ਅਸੀਂ ਨਿਘਾਰ ਵੱਲ ਜਾ ਰਹੇ ਹਾਂ। ਇਹੋ ਜਿਹੇ ਬੜੇ ਮੁੱਦੇ ਆ, ਜੇ ਸਾਰਾ ਦੇਸ਼ ਦਾ ਨੌਜਵਾਨ ਆਪਦੀ ਮੈਂ ਛੱਡਣੀ ਪਊਗੀ, ਆਪਦੇ ਘਰ ਬਾਰੇ ਸੋਚਣਾ ਛੱਡਣਾ ਪਊਗਾ। ਜਦੋਂ ਆਪਾਂ ਸਾਰੇ ਆਪਦੇ ਖਿੱਤੇ ਬਾਰੇ, ਆਪਦੀ ਧਰਤੀ ਬਾਰੇ, ਆਪਦੇ ਵਾਤਾਵਰਨ ਬਾਰੇ, ਸਾਡੇ ਤਾਂ ਗੁਰੂਆਂ ਨੇ ਕਿਹਾ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਜਦੋਂ ਇਹ 3 ਚੀਜ਼ਾਂ ਦੀ ਅਸੀਂ ਮਹੱਤਤਾ ਸਮਝਾਂਗੇ, ਹਰ ਇਨਸਾਨ ਨੂੰ ਧਰਤੀ ਦੇ ਤਿੰਨਾਂ ਚੀਜ਼ਾਂ ਦੀ ਮਹੱਤਤਾ ਸਮਝਣੀ ਚਾਹੀਦੀ ਆ, ਤਾਂ ਉਦੋਂ ਆਪੇ ਜਦੋਂ ਹਰ ਬੰਦਾ, ਤੇ ਇਹਨਾਂ ਵਿੱਚੋਂ ਲੀਡਰ ਵੀ ਚੰਗੇ ਨਿਕਲਣਗੇ, ਤੇ ਜਦੋਂ ਲੀਡਰ ਚੰਗੇ ਆਉਣਗੇ ਤਾਂ ਲੋਕਾਂ ਦੀ ਗੱਲ ਸੁਣਨਗੇ, ਤਾਂ ਤੁਸੀਂ ਉਦੋਂ ਆਪ ਫਰਕ ਜਾਣੋਗੇ। ਉਦੋਂ ਇਹੋ ਜਿਹਾ ਅੰਦੋਲਨ ਵੀ ਨਹੀਂ ਹੋਣਗੇ ਕਿ ਸੜਕਾਂ ਤੇ ਬੈਠੇ ਰਹੀਏ। ਕਿਸੇ, ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਲੰਬਾ ਤੇ ਇੰਨਾ ਚਿਰ ਲੰਬਾ ਚੱਲਣ ਵਾਲਾ ਇਹ ਪਹਿਲਾ ਅੰਦੋਲਨ ਹੋਊਗਾ। ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦਾ, ਪਹਿਲਾਂ ਵੀ ਇੱਕ ਅੰਦੋਲਨ ਜਦੋਂ ਭਗਤ ਸਿੰਘ ਦੇ ਫਾਦਰ ਹਰਿਆਣੇ ਤੇ ਚਾਚਾ ਜੀ ਹਰਿਆਣੇ, ਜਦੋਂ ਅੰਗਰੇਜ਼ਾਂ ਨੇ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਗੜੀ ਸੰਭਾਲ ਜੱਟਾ ਲਹਿਰ ਚੱਲੀ ਹੈ ਜਦੋਂ, ਉਦੋਂ ਵੀ ਇਸੇ ਤਰ੍ਹਾਂ 9 ਮਹੀਨੇ ਅੰਦੋਲਨ ਚੱਲਿਆ ਸੀ ਤੇ ਫਿਰ ਜਾ ਕੇ ਅੰਗਰੇਜ਼ ਮੰਨੇ ਸੀਗੇ। ਤੇ ਅੱਜ ਵੀ ਉਹੀ ਮੋਦੀ ਅੰਗਰੇਜ਼ਾਂ ਵਾਲੇ ਕੰਮ ਤੇ ਆਇਆ ਵਿਆ, ਤੇ ਇਹਨੂੰ ਵੀ ਇੱਕ ਨਾ ਇੱਕ ਦਿਨ ਮੰਨਣਾ ਹੀ ਪੈਣਾ। ਤੁਹਾਡੀ ਗੱਲਬਾਤ ਅੱਗੇ ਚੱਲਦੀ ਤਾਂ ਮੈਨੂੰ ਜਿੱਦਾਂ ਤੁਸੀਂ ਗੱਲਬਾਤ ਕੀਤੀ ਵੀ ਸਾਨੂੰ ਚੰਗੇ ਲੋਕ ਚੁਣਨੇ ਪੈਣਗੇ ਜਿਹੜੇ ਵਾਅਦਿਆਂ ਤੇ ਉਹ ਪੂਰੇ ਵਾਅਦੇ ਉਹਨਾਂ ਦੇ ਲਾਰੇ ਨਾ ਬਣ ਜਾਣ। ਤਾਂ ਬਾਈ ਸੰਵਿਧਾਨ ਜਿਹੜਾ ਚੋਣ ਮੈਨੀਫੈਸਟੋ ਜਿਹਾ ਹੁੰਦਾ ਵੋਟਾਂ ਵੇਲੇ ਲੋਕ ਜਿਹੜੇ ਲੀਡਰ ਬਣਾਉਂਦੇ ਆ, ਇਸ ਚੋਣ ਮੈਨੀਫੈਸਟੋ ਦੇ ਵਿੱਚ ਵੀ ਸੀਗੀ ਸਵਾਮੀਨਾਥਨ ਕਮਿਸ਼ਨ, ਜੇ ਉਹ ਲਾਗੂ ਹੋ ਜੇ ਤੇ ਆਹ ਕਾਨੂੰਨ ਭਲਾ ਰੋਜ਼ ਬਣਾ ਲਓ, ਕਿਉਂਕਿ ਉਹਨਾਂ 'ਚ ਸਾਰਾ ਕੁਝ ਹੀ ਆ ਜਾਂਦਾ ਕਿ ਉਹ ਚੋਰ ਨਹੀਂ, ਚੋਰ ਦੀ ਮਾਂ ਹੀ ਮਰ ਜਾਂਦੀ ਹੈ, ਫਿਰ ਚੋਰ ਜੰਮਣਾ ਹੀ ਨਹੀਂਗਾ। ਤਾਂ ਇਹ ਚੋਣ ਮੈਨੀਫੈਸਟੋ ਲੈ ਕੇ ਆਉਂਦੇ ਆ, ਸਹੁੰਆਂ ਖਾਂਦੇ ਆ, ਸੰਵਿਧਾਨ, ਭਾਰਤੀ ਸੰਵਿਧਾਨ ਦੀਆਂ ਸਹੁੰਆਂ ਖਾਂਦੇ ਪਏ, ਅਸੀਂ ਸਹੁੰ ਖਾਂਦੇ ਹਾਂ। ਔਰ ਸਹੁੰ ਖਾਣ ਵਾਲਾ ਬੰਦਾ ਜਿਹੜਾ ਮੁੱਕਰ ਜੇ, ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ, ਪਰ ਗੁਰਬਾਣੀ ਕਹਿੰਦੀ ਹੈ ਵੀ ਬਚਨ ਕਰਾਇਆ ਤਾਂ ਖਿਸਕ ਜਾਏ, ਹੈ ਨਾ, ਜਿਹੜਾ ਬਚਨ ਕਰਕੇ ਖਿਸਕ ਜੇ ਉਹ ਇਨਸਾਨ ਕੀ ਮਰਦ ਨਹੀਂ ਕਹਾਇਆ ਜਾ ਸਕਦਾ। ਤਾਂ ਇਹ ਕੈਸੇ ਲੋਕ ਆ? ਇੱਕ ਪਾਸੇ ਕਹਿੰਦੇ ਵੀ ਸਾਡਾ ਰਾਮ ਰਾਜ ਆ ਜੀ, ਜਿਹੜਾ ਹਿੰਦੂ ਆਸਥਾ ਦਾ ਪ੍ਰਤੀਕ ਹੈ, ਭਗਵਾਨ ਰਾਮਚੰਦਰ ਜੀ, ਉਹਦੇ ਨਾਲ ਉਹਦੀ ਤੁਲਨਾ ਕਰਦੇ ਆ। ਤਾਂ ਇਹਨਾਂ ਦੇ ਰਾਜ ਦੇ ਵਿੱਚ ਬੇਟੀਆਂ ਨਾਲ ਬਲਾਤਕਾਰ ਹੋ ਰਿਹਾ, ਲੋਕ ਟੋਏ ਡਿੱਗ ਡਿੱਗ ਮਰ ਰਹੇ ਆ, ਪਸ਼ੂ ਦੀ ਤਾਂ ਸੁਰੱਖਿਆ ਹੈਗੀ ਆ, ਬੱਚੀਆਂ ਦੀ ਸੁਰੱਖਿਆ ਹੈ ਨਹੀਂ। ਦਿੱਲੀ 'ਚ ਮਹੀਨੇ 'ਚ ਬਲਾਤਕਾਰ ਹੋ ਜਾਂਦਾ, ਕਈਆਂ ਦੇ ਪਰਚੇ ਦਰਜ ਹੁੰਦੇ ਆ, ਕਈਆਂ ਦੇ ਨਹੀਂ ਹੁੰਦੇ। ਕਿਹੜਾ ਡਿਜੀਟਲ ਇੰਡੀਆ, ਕਿਹੜੇ ਰਾਮ ਰਾਜ ਦੀ ਗੱਲ ਕਰ ਰਹੇ ਆ? ਕਿੱਦਾਂ ਯਕੀਨ ਕਰਾਂਗੇ ਅਸੀਂ? ਯਕੀਨ ਕਰਕੇ ਤਾਂ ਲੋਕਾਂ ਨੇ ਦੂਰੀ ਦੀ ਸਰਕਾਰ ਬਣਾਤੀ ਇਹਨਾਂ ਦੀ, ਜਿਹਨੂੰ ਇਹ ਗਊ ਮਾਤਾ ਕਹਿੰਦੇ ਆ। ਅੱਜ ਸਭ ਤੋਂ ਵੱਧ ਜੇ ਉਹਨੂੰ ਕੋਈ ਰੋਟੀਆਂ ਖਵਾ ਰਿਹਾ ਤਾਂ ਜਾ ਕੇ ਵੇਖੋ ਸਾਡੇ ਕਿਸਾਨ ਹੀ ਖਵਾ ਰਹੇ ਆ। ਜਦੋਂ ਗਊ ਮਾਤਾ ਦੇਖ ਕੇ ਇੱਥੇ ਆ ਜਾਂਦੀਆਂ ਤਾਂ ਅਸੀਂ ਉਹਨੂੰ ਕੋਈ ਡਾਂਗ ਮਾਰ ਕੇ ਭਜਾਉਂਦੇ ਨਹੀਂ, ਸਾਡੇ ਕਿਸਾਨ ਉਹਨੂੰ ਇੱਥੋਂ ਜੋ ਵੀ ਇੱਥੇ ਰੋਟੀ ਪਾਣੀ ਹੁੰਦੀ ਆ ਸਾਰੀ ਉਹਨੂੰ ਪਾਉਂਦੇ ਆ। ਦੂਜੀ ਗੱਲ, ਮੈਂ ਹੋਰ ਵੀ ਚੈਨਲਾਂ ਤੇ ਕਿਹਾ ਜੀ, ਬੀਜੇਪੀ ਜਦੋਂ ਵੀ ਵੋਟਾਂ ਲੈਂਦੀ ਆ ਉਦੋਂ ਸੀਤਾ ਮਾਤਾ ਦੇ ਪਤੀ ਰਾਮ ਜੀ ਦੇ ਨਾਂ ਤੇ ਲੈਂਦੀ ਆ, ਤੇ ਜਦੋਂ ਕੰਮ ਕਰਨਾ ਹੁੰਦਾ ਉਦੋਂ ਅਨੀਤਾ ਦੇ ਪਤੀ ਮੁਕੇਸ਼ ਅੰਬਾਨੀ ਲਈ ਕਰਦੀ ਹੈ। ਠੀਕ, ਹੁਣ ਇਹਨਾਂ ਨੇ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ, ਜੈ ਸ਼੍ਰੀ ਰਾਮ ਦੇ ਰਾਮ ਮੰਦਿਰ ਬਣਿਆ, ਪਿੱਛੇ ਜੇ ਯੋਗੀ ਆਦਿੱਤਿਆਨਾਥ ਦਾ ਬਿਆਨ ਆਇਆ ਕਿ ਇਹ ਰਾਮ ਮੰਦਿਰ ਬਣਿਆ ਜਰ ਨਹੀਂ ਸਕੇ। ਠੀਕ, ਇਸ ਕਰਕੇ ਕਿਸਾਨ ਅੰਦੋਲਨ ਹੋ ਰਿਹਾ, ਆਪੋਜੀਸ਼ਨ ਪਾਰਟੀਆਂ ਕਿਸਾਨਾਂ ਨੂੰ ਸ਼ਹਿ ਦੇ ਰਹੀਆਂ। ਰਾਮ ਮੰਦਿਰ ਬਣਿਆ, ਕਿਸੇ ਨੇ ਕੁਝ ਵੀ ਨਹੀਂ ਆਖਿਆ, ਕੋਈ ਗੱਲ ਹੋਈ। ਤੁਸੀਂ ਰਾਮ ਮੰਦਿਰ ਜਨਮ ਭੂਮੀ ਕਹਿੰਦੇ ਹੋ, ਕਿਸੇ ਨੇ ਸਾਰਿਆਂ ਨੇ ਕਿਹਾ ਠੀਕ ਆ। ਇਸ ਕਰਕੇ ਕੋਈ ਧਰਮ ਦੀ ਤਾਂ ਗੱਲ ਵੀ ਹੈ ਨਹੀਂ। ਅਸੀਂ ਰੋਜ਼ ਇੱਥੇ ਨਾ ਜੀ 500-700 ਚਾਰਟ ਬਣਾਉਣੇ ਆ, ਹਰ ਚਾਰਟ ਤੇ ਅਸੀਂ ਵੱਖਰੇ ਵੱਖਰੇ ਸਲੋਗਨ ਲਿਖਦੇ ਆ। ਇੱਕ ਦਿਨ ਅਸੀਂ 3000 ਚਾਰਟ ਬਣਾਇਆ ਜਿਹਦੇ ਉੱਤੇ ਅਸੀਂ ਲਿਖਿਆ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ। ਅਸੀਂ ਹੁਣ ਹਿੰਦੀ ਦੇ ਵਿੱਚ ਵੀ ਲਿਖਿਆ, ਅੰਗਰੇਜ਼ੀ ਦੇ ਵਿੱਚ ਵੀ ਲਿਖਿਆ, ਪੰਜਾਬੀ ਦੇ ਵਿੱਚ ਵੀ ਲਿਖਿਆ, ਤੇ ਸਾਰੀਆਂ ਟਰਾਲੀਆਂ ਤੇ ਲਾਉਣ ਦੀ ਕੋਸ਼ਿਸ਼ ਕੀਤੀ।
ਤਾਂ ਕਿ ਜਿਹੜਾ ਗੋਦੀ ਮੀਡੀਆ ਇੱਥੇ ਆਉਂਦਾ, ਜੋ ਦਿੱਲੀ ਦੇ ਲੋਕ ਇੱਥੇ ਦੇਖਣ ਆਉਂਦੇ, ਤਾਂ ਉਹਨਾਂ ਨੂੰ ਪਤਾ ਲੱਗੇ ਇਹ ਕਿਸਾਨ ਆਏ ਵੇ ਆ, ਇਹ ਕੋਈ ਅੱਤਵਾਦੀ ਨਹੀਂ ਆਏ ਵੇ, ਇਹ ਕੋਈ ਵੱਖਵਾਦੀ ਨਹੀਂ ਆਏਗੇ। ਏਜੰਸੀਆਂ ਤੇ ਬੜੇ ਇਹੋ ਜਿਹੇ ਇਹਨਾਂ ਦੇ ਪੱਤਰਕਾਰ ਜਾਂ ਇਹਨਾਂ ਦੇ ਹੱਥ ਠੋਕੂ ਫਿਲਮੀ ਕਲਾਕਾਰ ਉਹ ਇਸ ਅੰਦੋਲਨ ਨੂੰ ਕਿਸੇ ਹੋਰ ਲੀਹ ਤੇ ਲੈ ਕੇ ਜਾਣਾ ਚਾਹੁੰਦੇ ਸੀ। ਉਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਸਾਨੂੰ ਅੱਤਵਾਦੀ ਕਹਿਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਆ ਜੀ, ਇਹ ਤਾਂ ਜੀ ਚਾਈਨਾ ਨੇ ਹਾਈਜੈਕ ਕਰ ਲਿਆ, ਤਾਂ ਪਾਕਿਸਤਾਨ ਨੇ ਹਾਈਜੈਕ ਕਰ ਲਿਆ, ਇਹ ਅੰਦੋਲਨ ਤਾਂ ਵੱਖਵਾਦੀਆਂ ਦਾ ਅੰਦੋਲਨ ਆ, ਇਹ ਤਾਂ ਹੌਲੀ ਹੌਲੀ ਐਂ ਹੋ ਜਾਊਗਾ। ਪਰ ਉਹ ਚੀਜ਼ਾਂ ਦਾ ਸਾਡੇ ਕਿਸਾਨਾਂ ਨੇ, ਸਾਡੇ ਪੰਜਾਬੀਆਂ ਨੇ, ਸਾਡੇ ਨੌਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ। ਤਾਂ ਅੱਜ ਸਾਰੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ, ਸਾਰੇ ਹਿੰਦੁਸਤਾਨ ਦੇ ਵਿੱਚ ਵੀ, ਖੁਦ ਦਿੱਲੀ ਦੇ ਵਸਨੀਕ ਇਹ ਗੱਲ ਨੂੰ ਮੰਨਣ ਲੱਗ ਪਏ ਕਿ ਇੱਥੇ ਕੋਈ ਵੀ ਵੱਖਵਾਦੀ ਨਹੀਂ, ਇੱਥੇ ਕੋਈ ਵੀ ਕਿਸੇ ਹੋਰ ਮਤਲਬ ਕੋਈ ਧਰਮ ਦਾ ਸਾਨੂੰ ਹੈ ਨਹੀਂ, ਕੋਈ ਮੁਸਲਮਾਨ ਸਿੱਖ ਈਸਾਈ ਦੇ ਨਾਂ ਤੇ ਵੰਡਣ ਵਾਲੇ ਨਹੀਂ, ਇਹਨਾਂ ਦਾ ਪਹਿਲਾ ਧਰਮ ਕਿਸਾਨੀ ਆ। ਇੱਥੇ ਸਾਰੇ ਕਿਸਾਨ ਆਏ ਵੇ ਆ, ਆਪਦੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਆਏ ਵੇ ਆ। ਤੁਹਾਡੇ ਸਾਹਮਣੇ ਭਾਰਤ ਦੇ ਝੰਡੇ ਲਾਏ ਆ, ਅਸੀਂ ਭਾਰਤ ਦੇ ਵਸਨੀਕ ਆ, ਅਸੀਂ ਭਾਰਤ ਦੇ ਝੰਡੇ ਲਾਏ। ਇਸੇ ਕਰਕੇ ਅਸੀਂ ਕੱਲ ਸਾਡਾ ਇੱਕ ਦੋਸਤ NRI ਵੀਰ ਅਮਰੀਕਾ ਤੋਂ ਆਇਆ, ਉਹ ਇਸ ਬਾਰਡਰ ਤੇ ਗਾਜੀਪੁਰ ਉਸ ਬਾਰਡਰ ਤੇ ਵੀ ਉਹ ਤਿਰੰਗੇ ਝੰਡੇ ਵੰਡ ਕੇ ਗਿਆ, ਕੁੰਡਲੀ ਤੇ ਵੀ ਵੰਡੀ ਜਾਂਦਾ, ਟਿਕਰੀ ਤੇ ਵੀ ਵੰਡ ਕੇ ਗਿਆ। ਅਸੀਂ ਆਪ ਇੱਥੇ ਝੰਡੇ ਲਾਏ ਆ ਕਿਉਂਕਿ ਅਸੀਂ ਭਾਰਤ ਦੇ ਵਸਨੀਕ ਆ। ਸਾਨੂੰ ਇਹਨਾਂ ਨਾਲੋਂ ਵੱਧ ਫਿਕਰ ਆ ਸਾਡੇ ਦੇਸ਼ ਦਾ। ਅਸੀਂ ਵੀ ਚਾਹੁੰਦੇ ਸਾਡਾ ਦੇਸ਼ ਬੁਲੰਦੀਆਂ ਤੇ ਜਾਵੇ, ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਸਾਡਾ ਭਾਰਤ ਆਵੇ। ਤੇ ਇਸ ਕਰਕੇ ਇਹਨਾਂ ਨੂੰ ਇਹ ਸਮਝਣਾ ਪਊਗਾ ਭਾਰਤ ਤਾਂ ਪਹਿਲੇ ਨੰਬਰ ਤੇ ਆਊਗਾ ਜੇ ਕਿਸਾਨੀ ਬਚੂਗੀ। ਹਰ ਚੀਜ਼ ਕਿਸਾਨੀ ਨਾਲ ਚੱਲਦੀ ਹੈ ਜੀ, ਕਿਸਾਨੀ ਤੋਂ ਬਾਅਦ ਸਭ ਕੁਝ ਤੁਰਦਾ। ਇਸ ਕਰਕੇ ਮੋਦੀ ਗਵਰਨਮੈਂਟ ਨੂੰ ਤੇ ਮੋਦੀ ਦੇ ਜਿਹੜੇ ਇੱਥੇ ਲੋਕਲ ਲੀਡਰ ਬੈਠੇ ਆ, ਮੈਨੂੰ ਜਿੱਥੋਂ ਤੱਕ ਲੱਗਦਾ ਜਸਵੀਰ ਵੀਰ, ਇਹਨਾਂ ਦੇ ਜਿੰਨੇ ਵਰਕਰ ਆ ਉਹ ਵੀ ਇਹ ਗੱਲ ਸਮਝ ਗਏ ਵੀ ਇਹ ਕਾਨੂੰਨ ਗਲਤ ਆ। ਇਹਨਾਂ ਦੇ ਜਿਹੜੇ ਛੋਟੇ ਲੀਡਰ ਆ ਉਹ ਵੀ ਇਹ ਗੱਲ ਸਮਝ ਗਏ ਤੇ ਵੱਡੇ ਲੀਡਰ ਵੀ ਸਮਝੀ ਬੈਠੇ ਆ। ਹੁਣ ਤਾਂ ਸਿਰਫ ਇੱਕ ਬੰਦੇ ਦੀ ਆਕੜ ਆ, ਠੀਕ ਜੀ, ਉਹਦੀ ਹਉਮੈ ਆ, ਉਹਦੀ ਈਗੋ ਆ, ਜਿਹੜੀ ਨੂੰ ਉਹਨੂੰ ਐਂ ਲੱਗ ਰਿਹਾ ਵੀ ਨਹੀਂ ਮੈਂ ਜੋ ਕਰਤਾ, ਕਿਉਂਕਿ ਉਹਨੇ ਦੇਸ਼ ਦੇ ਵਿੱਚ ਉਹਨੇ ਧਾਰਾ 370 ਲਈ ਜੰਮੂ ਕਸ਼ਮੀਰ ਵਾਲਿਆਂ ਨੂੰ ਸਮਝਾਇਆ ਕਿ ਤੁਹਾਨੂੰ ਨਹੀਂ ਇਹਦੀ ਸਮਝ ਆਈ, ਇਹ ਬਹੁਤ ਸਹੀ ਆ। ਵਪਾਰੀਆਂ ਨੂੰ ਕਹਿੰਦਾ GST ਤੁਹਾਡੇ ਲਈ ਬਹੁਤ ਸਹੀ ਹੈ, ਤੁਹਾਨੂੰ ਸਮਝ ਨਹੀਂ ਆਈ। ਜਦੋਂ ਇਹਨੇ ਨੋਟਬੰਦੀ ਕੀਤੀ ਸਾਡੇ ਦੇਸ਼ ਦੀ ਪ੍ਰਜਾ ਨੂੰ ਕਹਿੰਦਾ ਇਹ ਬਹੁਤ ਸਹੀ ਹੈ, ਤੁਹਾਨੂੰ ਇਹਦੀ ਸਮਝ ਨਹੀਂ ਆਈ। ਮਤਲਬ ਜਿਹੜੀ ਵੀ ਚੀਜ਼ ਇਹ ਕਹਿੰਦਾ ਵੀ ਤੁਹਾਨੂੰ ਸਮਝ ਨਹੀਂ ਆਈ, ਮੈਂ ਇਹ ਤੁਹਾਡੇ ਹੱਥ ਲਿਖਕ ਲਈ ਕੀਤੀ ਆ। ਹੁਣ ਵੀ ਇਹ ਕਿਸਾਨਾਂ ਨੂੰ ਸਮਝਾ ਰਿਹਾ ਕਿ ਜਿਹੜੇ ਮੈਂ ਕਾਲੇ ਕਾਨੂੰਨ ਬਣਾਏ ਆ ਇਹ ਤੁਹਾਡੇ ਹੱਕ ਦੇ ਆ, ਤੁਹਾਨੂੰ ਸਮਝ ਨਹੀਂ ਆ ਰਹੀ, ਮੈਂ ਸਹੀ ਬਣਾਏ ਆ। ਇਸ ਕਰਕੇ ਹੁਣ ਇਹਨੂੰ ਪਤਾ ਲੱਗ ਗਿਆ ਜੋ ਇਹਨੇ ਪਹਿਲਾਂ ਕਰਤਾ, ਪਹਿਲਾਂ ਦੇਸ਼ ਵਾਲੇ ਲੋਕ ਚੁੱਪ ਕਰਕੇ ਸਬਰ ਨਾਲ ਦੇਖੀ ਗਏ, ਚੱਲ ਹੁਣ ਵੀ ਸਮਝਦਾ, ਹੁਣ ਵੀ ਸੁਧਰੂ। ਪਰ ਹੁਣ ਇਹਨੇ ਗਲਤ ਟਾਈਮ ਤੇ ਆ ਕੇ ਗਲਤ ਪੰਗਾ ਲੈ ਲਿਆ, ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨਾਲ ਪੰਗਾ ਲਿਆ। ਇਸ ਕਰਕੇ ਅੱਜ ਸਾਰਾ ਦੇਸ਼ ਦਾ ਕਿਸਾਨ ਦਿੱਲੀ ਆਉਣ ਲਈ ਤਿਆਰ ਆ, ਚਾਹੇ ਉਹ ਕੇਰਲਾ ਹੋਵੇ, ਮੱਧ ਪ੍ਰਦੇਸ਼ ਹੋਵੇ, ਕਿਉਂਕਿ ਪਹਿਲਾਂ ਵੀ ਇੱਥੇ ਤਾਮਿਲਨਾਡੂ ਦੇ ਕਿਸਾਨ ਆਏ ਸੀ। ਉਹਨਾਂ ਵਿਚਾਰਿਆਂ ਨੇ ਗਲ 'ਚ ਹੱਡੀਆਂ ਆਪਦੇ ਪੂਰਵਜਾਂ ਦੀਆਂ ਪਾ ਕੇ ਪ੍ਰੋਟੈਸਟ ਕੀਤਾ, ਮੂੰਹ 'ਚ ਚੂਹੇ ਪਾ ਕੇ ਪ੍ਰੋਟੈਸਟ ਕੀਤਾ। ਉਹ ਇਹ ਵੀ ਕਹਿੰਦੇ ਸੀ ਜੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਨਾ ਹੁੰਦਾ ਉੱਥੇ ਤਾਂ ਅਸੀਂ ਇੱਥੇ ਸ਼ਰ ਭੁੱਖੇ ਮਰ ਜਾਂਦੇ। ਉਹ ਵਿਚਾਰੇ ਉੱਥੇ ਲੰਗਰ ਖਾ ਕੇ ਆਉਂਦੇ ਸੀ। ਤਾਂ ਇਹਨਾਂ ਨੂੰ ਇਹੀ ਲੱਗਿਆ ਕਿ ਕਿਸਾਨ ਆਉਂਦੇ ਆ ਕੇ ਬਹਿ ਜਾਂਦੇ ਆ, ਪ੍ਰੋਟੈਸਟ ਕਰਕੇ ਮੁੜ ਜਾਂਦੇ ਆ, ਤਾਂ ਅਸੀਂ ਗੋਂਗਲੂਆਂ ਤੋਂ ਮਿੱਟੀ ਝਾੜ ਦਾਂਗੇ, ਉਹਨਾਂ ਕੋਲੇ ਆ ਕੇ ਮਾੜਾ ਮੋਟਾ ਕਰਕੇ ਤੇ ਮੋੜ ਦਾਂਗੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਅੱਜ ਉਸ ਕੌਮ ਨਾਲ ਪੰਗਾ ਪਿਆ ਜਿਨ੍ਹਾਂ ਨੇ ਹਮੇਸ਼ਾ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ। ਸੋ ਅਸੀਂ ਜੇ ਸਾਡੇ ਨਾਲ ਧੱਕਾ ਹੋਊਗਾ ਤਾਂ ਅਸੀਂ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਾਂਗੇ। ਤੇ ਅੱਜ ਉਹ ਆਵਾਜ਼ ਪੰਜਾਬ ਤੋਂ ਉੱਠ ਕੇ ਹਰਿਆਣੇ ਵਿੱਚ ਹੁੰਦੀ ਹੋਈ, ਰਾਜਸਥਾਨ ਵੇਚਦੀ ਹੁੰਦੀ ਹੋਈ ਸਾਰੇ ਭਾਰਤ ਦੇਸ਼ ਦੇ ਵਿੱਚ ਜਾ ਚੁੱਕੀ ਆ, ਤਾਂ ਉਹ ਤੁਹਾਡੇ ਸਾਹਮਣੇ ਆ। ਤਾਂ ਮੇਰਾ ਆਖਰੀ ਆ ਤੁਹਾਡੇ ਕੋਲੇ, ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੇ ਕੌਮ ਉਹਦੇ ਨਾਲ ਪੰਗਾ ਲੈ ਲਿਆ ਜਿੰਦੀ ਹੋਂਦ ਬਹੁਤ, ਸਾਡੇ ਦੇਸ਼ ਪੰਜਾਬ ਦੀ ਹੋਂਦ ਤਾਂ ਇਹ ਜਿਹੜਾ ਝੰਡਾ ਉਹ ਨੀਵਾਂ ਲਾਇਆ ਹੁੰਦਾ ਕੋਈ ਕਾਰਨ ਆ। ਚਲੋ ਪਹਿਲਾਂ ਤੁਸੀਂ ਉਹੀ ਦੱਸ ਦਿਓ। ਕੇਸਰੀ ਨਿਸ਼ਾਨ ਸਾਹਿਬ ਉੱਚਾ, ਸਦਾ ਹੀ ਉੱਚਾ, ਕਿਉਂਕਿ ਇਹ ਦੁਨੀਆ ਦੇ ਉਹਨਾਂ ਮੁਲਕਾਂ 'ਚ ਝੂਲਦਾ ਜਿਹੜਾ ਇਸ ਭਾਰਤ ਤੋਂ 200 ਸਾਲ ਐਡਵਾਂਸ ਆ। ਇੱਥੇ ਤਾਂ ਹਜੇ ਤੱਕ ਮਤਲਬ ਬਹੁਤ ਕੁਛ ਹੈ। ਖੈਰ ਇਹ ਕੇਸਰੀ ਨਿਸ਼ਾਨ ਸਾਹਿਬ ਸਾਨੂੰ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ, ਠੀਕ ਹੈ, ਤੇ ਹਮੇਸ਼ਾ ਹੀ ਇਦਾਂ ਹੀ ਝੂਲਦਾ ਰਹੂਗਾ। ਸਾਡੇ ਸਿੱਖ ਕੌਮ ਦੀ ਨਿਸ਼ਾਨੀ ਆ ਇਹ। ਅਸੀਂ ਜਿੱਥੇ ਵੀ ਜਾਂਦੇ ਆ, ਸਾਡੀ ਸਿੱਖ ਰੈਜੀਮੈਂਟ ਆ, ਜਦੋਂ ਉਹ ਵੀ ਕਿਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀ ਆ, ਉਹ ਵੀ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਜਾਂਦੀ ਆ। ਤਾਂ ਹੀ ਹਮੇਸ਼ਾ ਸਾਡੇ ਲਈ ਇਹ ਨਿਸ਼ਾਨ ਸਾਹਿਬ, ਸਾਡੇ ਨਿਸ਼ਾਨ ਗੁਰੂ ਨੇ ਸਾਨੂੰ ਇਹ ਝੰਡਾ ਬਖਸ਼ਿਆ, ਇਹ ਹਮੇਸ਼ਾ ਹੀ ਉੱਚਾ ਰਹੂਗਾ। ਇਸ ਕਰਕੇ ਉਹ ਝੰਡਾ ਲਾਇਆ। ਤੇ ਭਾਰਤ ਦੇ ਅਸੀਂ ਵਸਨੀਕ ਆ, ਸਾਡਾ ਭਾਰਤ ਦੇਸ਼ ਦੇ ਵਿੱਚ ਬਹੁਤ ਯਕੀਨ ਆ। ਅਸੀਂ ਚਾਹੁੰਦੇ ਆ ਕਿ ਸਾਡਾ ਭਾਰਤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਇਸ ਕਰਕੇ ਅਸੀਂ ਆਪਦੇ ਭਾਰਤ ਦੇਸ਼ ਦੇ ਝੰਡੇ ਵੀ ਲਾਏ ਆ। ਤਾਂ ਬਾਈ ਸ਼ੁਰੂ ਤੋਂ ਲੈ ਕੇ ਬਹੁਤ ਸਾਰੀਆਂ ਮਤਲਬ ਐਜੀਟੇਸ਼ਨਾਂ, ਸ਼ਬਦ ਬਾਅਦ 'ਚ ਬਣ ਜਾਂਦਾ, ਸੰਘਰਸ਼ ਲੜੇ, ਲਹਿਰਾਂ ਲੜੀਆਂ ਸੀ, ਬੜੀਆਂ ਜੰਗਾਂ ਲੜੀਆਂ, ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ ਰਹੇ ਸਾਡੇ ਵੱਡੇ। ਤਾਂ ਦਿੱਲੀ ਬਹੁਤ ਵਾਰੀ ਜਿੱਤੀ ਆ, ਇਤਿਹਾਸਕ ਪੱਖ ਆ ਬੜੇ, ਕੋਈ 18 ਵਾਰੀ ਕਹਿ ਰਿਹਾ, ਕੋਈ 9 ਵਾਰੀ ਕਹਿ ਰਿਹਾ। ਔਰ ਜਿੱਤਣ ਤੋਂ ਬਾਅਦ ਕਹਿ ਰਿਹਾ ਵੀ ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ। ਔਰ ਬਿੱਲੀ ਜਿਹੜੀ ਆ ਉਹ ਬੜਾ ਤੇਜ਼ ਪੰਛੀ ਹੁੰਦਾ, ਔਰ ਬਿੱਲੀ ਦੇ ਮਾਰ ਦੇਣਾ ਬੜੀ ਵੱਡੀ ਗੱਲ ਹੁੰਦੀ ਯਾਰ, ਉਹ ਉਹਦੀ ਨਿਆਈ ਆ। ਤਾਂ
ਆਨੰਦਪੁਰ ਦੇ ਮਤੇ ਦੀ ਗੱਲ ਤੁਰਦੀ ਰਹੀ ਆ, ਕਿਉਂਕਿ ਕਾਨੂੰਨ ਤਾਂ ਜੂਨ 'ਚ ਆਏ ਆ ਨਾ। ਜਦੋਂ ਇਹ ਕਾਨੂੰਨ ਨਹੀਂ ਸੀ ਕਿਸਾਨ ਉਦੋਂ ਵੀ ਖੁਦਕੁਸ਼ੀ ਕਰਦਾ ਸੀ। ਜੇ ਇਹ ਕਾਨੂੰਨ ਨਹੀਂ ਸੀ ਕਿ ਕਿਸਾਨ ਖੁਸ਼ਹਾਲ ਸੀ, ਨਹੀਂ ਖੁਸ਼ਹਾਲ ਸੀ। ਤਾਂ ਜੇ ਉਹ ਆਨੰਦਪੁਰ ਦੇ ਮਤੇ ਦੀ ਉਦੋਂ ਗੱਲ ਮੰਨੀ ਜਾਂਦੀ, ਪੰਜਾਬ ਖੁਦ ਮੁਖਤਿਆਰੀ ਲੈ ਜਾਂਦਾ, ਫਸਲਾਂ ਦੇ ਫੈਸਲੇ ਕਿਸਾਨ ਕਰਦਾ, ਦੇਸ਼ ਪੰਜਾਬ ਦੱਸਦਾ ਵੀ ਅਸੀਂ ਕਣਕ ਕਿਹੜੇ ਭਾਅ ਵਿੱਚ ਨਹੀਂ, ਪੈਟਰੋਲ ਦਾ ਮੁੱਲ ਪੈਟਰੋਲ ਵਾਲੀਆਂ ਕੰਪਨੀਆਂ ਤੈਅ ਕਰਦੀਆਂ, ਪੱਥਰ ਦਾ ਮੁੱਲ ਰਾਜਸਥਾਨ ਤੈਅ ਕਰਦਾ, ਕੋਲੇ ਦਾ ਮੁੱਲ ਜਿਨ੍ਹਾਂ ਕੋਲ ਕੋਲਾ ਹੁੰਦਾ ਉਹ ਤੈਅ ਕਰਦੇ ਆ, ਤਾਂ ਪਾਣੀ ਦਾ ਮੁੱਲ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਕਿਉਂ ਨਾ ਤੈਅ ਕਰਦਾ, ਝੋਨਾ ਜਿਹੜਾ ਕਣਕ ਜਿਹੜਾ ਪੰਜਾਬ ਕਿਉਂ ਨਾ ਤੈਅ ਕਰਦਾ। ਜੇ ਉਹ ਫੈਸਲਾ ਹੋ ਜਾਂਦਾ ਤਾਂ ਅੱਜ ਅਸੀਂ ਭਿਖਾਰੀ ਦੀ ਨਿਆਈ ਨਾ ਬਣਦੇ। ਭਰਪੂਰ ਸਿੰਘ ਬਲਬੀਰ ਦੀ ਸਪੀਚ ਵੀ ਮੇਰੇ ਪੁੱਤਰਾਂ ਨੇ ਦੇਸ਼ ਇਹ ਹਿੰਦੁਸਤਾਨ ਦੇ ਪਿੰਜਰੇ 'ਚ ਤੜਫ ਤੜਫ ਕੇ ਮਰਨਾ, ਅੱਜ ਅਸੀਂ ਮਰ ਰਹੇ ਹਾਂ। ਮੈਂ ਇਹ ਗੱਲ ਕਹਿਣਾ, ਸਾਡਾ ਦੇਸ਼ ਬਹੁਤ ਵਧੀਆ ਜੀ, ਇੱਥੇ ਸਭ ਧਰਮਾਂ ਦਾ ਸਤਿਕਾਰ ਆ, ਕਿੰਨੀਆਂ ਹੀ ਭਾਸ਼ਾਵਾਂ ਇੱਥੇ, ਇਹੀ ਇਹਦੀ ਖੂਬਸੂਰਤੀ ਆ। ਸੋ ਜਿੰਨਾ ਚਿਰ ਫੈਡਰਲ ਸਟਰਕਚਰ ਜਦੋਂ ਤਕੜਾ ਹੋਊਗਾ, ਜਦੋਂ ਸਾਰੀਆਂ ਸਟੇਟਾਂ ਕੋਲੇ ਵੱਧ ਅਧਿਕਾਰ ਹੋਣਗੇ, ਉਹਦੇ ਨਾਲ ਦੇਸ਼ ਵੀ ਮਜ਼ਬੂਤ ਹੋਊਗਾ। ਇਹ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ। ਜਦੋਂ ਸਟੇਟਾਂ ਕੋਲੇ ਇਹ ਹੌਲੀ ਹੌਲੀ ਸਟੇਟਾਂ ਤੋਂ ਅਧਿਕਾਰ ਖੋਣ ਜਾ ਰਹੇ ਆ, ਆਪਦੇ ਹਰ ਚੀਜ਼ ਨੂੰ ਆਪਦੇ ਜੋ ਕਿਸਾਨਾਂ ਦੇ ਕਾਨੂੰਨ ਬਣਾਉਣੇ ਆ, ਜੋ ਐਗਰੀਕਲਚਰ ਦੇ ਕਾਨੂੰਨ, ਉਹ ਤਾਂ ਸਟੇਟ ਕੋਲੇ ਹੱਕ ਆ, ਇਹਨਾਂ ਕੋਲੇ ਹੱਕ ਹੀ ਨਹੀਂ। ਹੁਣ ਇਹ ਕਹਿੰਦੇ ਅਸੀਂ ਤਾਂ ਬਣਾਈ ਵਪਾਰੀਆਂ ਲਈ ਆ, ਇਹ ਆਪਦੀ ਆ ਵੀ ਕਹਿੰਦੇ ਕਿਸਾਨੀ ਨੂੰ ਤਾਂ ਅਸੀਂ ਹੇੜੇ ਨਹੀਂ, ਕਿਉਂਕਿ ਕਿਸਾਨਾਂ ਦੇ ਹੱਕ ਦੇ ਕਾਨੂੰਨ ਸਿਰਫ ਕਿਸਾਨਾਂ ਨਾਲ ਕੋਈ ਵੀ ਕਾਨੂੰਨ ਬਣਦੇ ਆ ਉਹ ਸਟੇਟ ਗਵਰਨਮੈਂਟ ਦਾ ਇਸ਼ੂ ਆ। ਇਸ ਕਰਕੇ ਜੋ ਐਜੂਕੇਸ਼ਨ, ਇਹ ਸਾਰਾ ਕੁਝ ਆਪਦੇ ਹੱਥ ਵਿੱਚ ਕਰਨਾ ਚਾਹੁੰਦਾ ਮੋਦੀ। ਇਹ ਸਟੇਟਾਂ ਨੂੰ ਮਤਲਬ ਨਿਚੋੜ ਕੇ ਰੱਖਣਾ ਚਾਹੁੰਦਾ, ਸਾਰੀ ਤਾਕਤ ਆਪਦੇ ਕੋਲੇ ਲੈ ਕੇ ਜਾਣਾ ਚਾਹੁੰਦਾ। ਇਸ ਕਰਕੇ ਹਰ ਸਟੇਟ ਦੇ ਜਿੰਨੇ ਵੀ ਖੇਤਰੀਆਂ ਪਾਰਟੀਆਂ, ਉਹਨਾਂ ਨੂੰ ਇਕਜੁੱਟ ਹੋਣਾ ਪਊਗਾ, ਉਹਨਾਂ ਨੂੰ ਆਵਾਜ਼ ਬੁਲੰਦ ਕਰਨੀ ਪਊਗੀ ਫੈਡਰਲ ਸਟਰਕਚਰ ਲਈ। ਜਦੋਂ ਫੈਡਰਲ ਸਟਰਕਚਰ ਆਊਗਾ, ਜਦੋਂ ਸਟੇਟਾਂ ਤਕੜੀਆਂ ਹੋਣਗੀਆਂ, ਦੇਸ਼ ਆਪਦੀ ਆਪ ਤਕੜਾ ਹੋ ਜਾਊਗਾ। ਇਸ ਕਰਕੇ ਭਾਰਤ ਇੱਕ ਖੂਬਸੂਰਤ ਦੇਸ਼ ਆ। ਇੱਥੇ ਵੱਖ-ਵੱਖ, ਤੁਸੀਂ ਜਿਵੇਂ ਕਿਹਾ, ਕਿਤੋਂ ਪੱਥਰ ਨਿਕਲਦਾ, ਕਿਤੇ ਆਪਣੇ ਕਣਕਾਂ ਝੋਨਿਆਂ ਦੇ ਭੰਡਾਰ ਆ। ਇਸ ਕਰਕੇ ਆਪਾਂ ਤਾਮਿਲਨਾਡੂ ਦੇ ਵਿੱਚ ਜਾਂਦੇ ਹਾਂ, ਇਸ ਕਰਕੇ ਹਰ ਕਿਤੇ ਤੇਲਗੂ, ਤਮਿਲ, ਕਿੰਨੀਆਂ ਭਾਸ਼ਾਵਾਂ ਤੁਸੀਂ ਵੇਖੋ, ਗੁਜਰਾਤੀ, ਉੜੀਆ, ਬੰਗਾਲੀ, ਹਰ ਮਤਲਬ ਇਹ ਕਿੰਨੀਆਂ ਭਾਸ਼ਾ ਦਾ, ਕਿੰਨੇ ਲੋਕਾਂ ਦਾ ਇਹ ਸੁਮੇਲ ਜੁੜ ਕੇ ਫਿਰ ਇੱਕ ਭਾਰਤ ਦੇਸ਼ ਬਣਿਆ। ਇਸ ਕਰਕੇ ਅਸੀਂ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਗੱਲ ਨੂੰ ਸਮਝੋ, ਦੇਸ਼ ਨੂੰ ਧਰਮ ਦੇ ਨਾਂ 'ਤੇ ਨਾ ਵੰਡੋ। ਇਸੇ ਦੀ ਖੂਬਸੂਰਤੀ ਵੀ ਹਿੰਦੂ, ਸਿੱਖ, ਮੁਸਲਿਮ, ਈਸਾਈ ਇਹਦੇ ਨਾਲ ਹੀ ਸੀਗੀ। ਸਾਡਾ ਦੇਸ਼ ਆਜ਼ਾਦੀ ਤੋਂ ਪਹਿਲਾਂ ਕਿਵੇਂ ਸਾਡੇ ਵਿੱਚ ਪਿਆਰ ਸੀ, ਮੁਸਲਮਾਨ ਭਰਾਵਾਂ ਨਾਲ ਸਾਡਾ ਪਿਆਰ ਸੀ, ਹਿੰਦੂ ਭਰਾਵਾਂ ਨਾਲ ਸਾਡਾ ਪਿਆਰ ਸੀ, ਈਸਾਈਆਂ ਭਰਾਵਾਂ ਨਾਲ ਪਿਆਰ ਸੀ। ਅਸੀਂ ਸਾਰਿਆਂ ਨੇ ਕਿਵੇਂ ਦੇਸ਼ ਦੀ ਲੜਾਈ ਨੂੰ ਇਕਜੁੱਟ ਹੋ ਕੇ ਲੜਿਆ। ਜੇ ਇਕੱਠੇ ਮੁੱਠੀ ਮੀਚ ਕੇ ਲੜੇ ਤਾਂ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਿਆ, ਨਹੀਂ ਤਾਂ ਅੰਗਰੇਜ਼ ਵੀ ਸਾਨੂੰ ਪਾੜ ਸਕਦੇ ਸੀਗੇ। ਬਹੁਤ ਬਹੁਤ ਸ਼ੁਕਰੀਆ ਬਾਈ, ਤੁਸੀਂ ਸਾਨੂੰ ਸਮਝ ਦਿੱਤਾ, ਖੁੱਲੀਆਂ ਗੱਲਾਂ ਬਾਤਾਂ ਕੀਤੀਆਂ। ਅਰਸ਼ਦੀਪ ਸਿੰਘ ਰੋਬਿਨ ਬਰਾੜ ਸਾਡੇ ਇਲਾਕੇ ਦਾ ਹੀ ਸਾਡਾ ਵੱਡਾ ਵੀਰ ਆ। ਤਾਂ ਅਸੀਂ ਹੁਣ ਸਤਿ ਸ੍ਰੀ ਅਕਾਲ ਸਾਰਿਆਂ ਦੀ ਨਾਲ ਲੈ ਲਾਂਗੇ। ਹੋਰ ਬਾਈ ਤੁਹਾਡਾ ਕੀ ਹਾਲ ਚਾਲ ਹੈ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਭਾਗੀਵਾਂਦਰ, ਜ਼ਿਲ੍ਹਾ ਬਠਿੰਡਾ ਜੀ। ਬਠਿੰਡਿਓਂ ਆਏ ਹੋ ਤੁਸੀਂ, ਤਾਂ ਸੰਘਰਸ਼ 'ਚ ਆ ਕੇ ਕਿਵੇਂ ਲੱਗ ਰਿਹਾ? ਸੰਘਰਸ਼ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ, ਐਂ ਫੀਲ ਹੀ ਨਹੀਂ ਹੋ ਰਿਹਾ ਵੀ ਜਿਵੇਂ ਕਿਸੇ ਅਸੀਂ ਕਿਤੇ ਆਏ ਹਾਂ। ਸਾਨੂੰ ਵਧੀਆ ਲੱਗ ਰਿਹਾ ਜੀ। ਹਾਂਜੀ ਹਾਂਜੀ, ਜਿੰਨੇ ਵੀ ਚਾਰਟ ਅਸੀਂ ਵੰਡੇ ਆ, ਉਹ ਸਾਰੇ ਇਸ ਭਰਾ ਨੇ ਲਿਖੇ ਆ। ਪੰਜਾਬੀ, ਹਿੰਦੀ ਤੇ ਇੰਗਲਿਸ਼ ਦੀ ਇਹਦੀ ਰਾਈਟਿੰਗ ਬਾ ਕਮਾਲ ਆ। ਬਹੁਤ, ਫਿਰ ਤਾਂ ਬਾਈ ਤੁਸੀਂ ਬਹੁਤ ਵਧੀਆ, ਕਿਉਂਕਿ ਜਿਹੜੇ ਸ਼ਬਦਾਂ ਦੀ ਜਿਹੜੀ ਉਹ ਹੁੰਦੀ ਹੈ ਨਾ ਬਾਣ, ਉਹ ਬਹੁਤ ਤਿੱਖੀ ਹੁੰਦੀ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮਾ ਲਿਖਿਆ ਸੀ ਤੇ ਉਹ ਗਸ਼ ਖਾ ਕੇ ਡਿੱਗ ਪਿਆ ਸੀ, ਔਰ ਅੱਜ ਜਿਹੜਾ ਫਿਰ ਅਸੀਂ ਗੁਰੂ ਪਾਤਸ਼ਾਹ ਦੇ ਸਿੱਖ ਆ ਤਾਂ ਪੈ ਗਏ, ਕਿਉਂਕਿ ਤਰੇੜ ਕਰਕੇ ਉਹ ਲੈ ਜਾਂਦੇ ਸੀਗੇ, ਤਾਂ ਫਿਰ ਅਸੀਂ ਇਹ ਕਢਵਾ ਕੇ ਪ੍ਰਿੰਟ ਕਢਵਾ ਕੇ ਲਿਆਂਦੇ। ਤਾਂ ਮਤਲਬ ਜਿੰਨੇ ਵੀ ਚਾਰਟ ਹੁਣ ਤੱਕ ਤੁਹਾਨੂੰ ਟਰਾਲੀਆਂ ਤੇ ਲੱਗੇ ਮਿਲਣਗੇ, ਉਹ ਇਸ ਭਰਾ ਨੇ ਆਪਦੇ ਹੱਥੀਂ ਲਿਖ ਕੇ ਬਣਾਇਆ ਜੀ। ਹਰ ਰੋਜ਼ ਇਹ 4-5 ਘੰਟੇ ਚਾਰਟ ਬਣਾਉਂਦਾ, ਬਿਨਾਂ ਥੱਕੇ, ਬਿਨਾਂ ਢੂਈ ਸਿੱਧੇ ਕੀਤੇ। ਕੋਈ ਵੀ ਸੱਜਣ ਮਿੱਤਰ ਇਹਦੇ ਕੋਲੇ ਆ ਕੇ ਮੋਬਾਈਲ ਦੇ ਵਿੱਚੋਂ ਵਿਖਾ ਦਿੰਦਾ ਕਿ ਭਰਾ ਮੇਰੇ ਆਹ ਲਿਖ ਦੇ, ਨਾਲ ਦੀ ਨਾਲ ਲਿਖ ਕੇ ਉਹਨੂੰ ਚਾਰਟ ਬਣਾਉਂਦਾ, ਤੇ ਨਾਲ ਉਹਨੂੰ ਇਹ ਵੀ ਕਹਿੰਦਾ ਹੁਣ ਮੈਥੋਂ ਲਿਖਾ ਕੇ ਤਾਂ ਲੈ ਗਿਆ, ਟਰਾਲੀ ਤੇ ਜ਼ਰੂਰ ਲਾ ਲਈ। ਦੇਖੋ ਕਿੱਡਾ ਸੰਘਰਸ਼ ਦੇ ਬਹੁਤ ਸਾਰੇ ਰੂਪ ਆ। ਜਿੱਦਾਂ ਨਵੇਂ ਹਥਿਆਰ ਆ, ਨਵੀਂ ਜੰਗ ਪੇਸ਼ ਹੋਈ। ਪਹਿਲਾਂ ਸਾਡੀ ਕੌਮ ਤੇ ਹਥਿਆਰ ਪਤਾ ਕੀ ਵਰਤਦਾ ਸੀ ਜ਼ਾਲਮ? ਉਹ ਤੋਪਾਂ ਮਾਰਦਾ ਸੀ, ਅਸੀਂ ਕਹਿੰਦੇ ਸੀ ਤੋਪ ਆਉਣ ਦੇ। ਉਹ ਗੋਲੀ ਮਾਰਦਾ ਸੀ ਕਿ ਗੋਲੀ ਆਉਣ ਦੇ। ਜੇ ਉਹਨੇ ਰੰਬੀ ਚੁੱਕੀ, ਅਸੀਂ ਹੱਥ ਅੱਗੇ ਕੀਤੇ। ਉਹਨੇ ਆਰਾ ਚੁੱਕਿਆ, ਅਸੀਂ ਸਿਰ ਅੱਗੇ ਕੀਤਾ। ਜੋ ਆਇਆ ਅਸੀਂ ਪ੍ਰਵਾਨ ਕੀਤਾ। ਅੱਜ ਉਹਨੇ ਕਾਨੂੰਨ ਚੁੱਕਿਆ। ਹਥਿਆਰ ਬੜਾ ਉਹ ਨਮੂਨਾ ਜਿਹੇ ਤਰੀਕੇ ਦਾ ਹਥਿਆਰ ਆ। ਹੁਣ ਹਥਿਆਰ ਦਾ ਸਮਝ ਨਹੀਂ ਵੀ ਜਵਾਬ ਕਿਵੇਂ ਦਈਏ, ਤਾਂ ਜਵਾਬ ਜਿਹੜੇ ਆ ਉਹ ਇਹਨਾਂ ਦੀਆਂ ਕਲਮਾਂ ਬਣੀਆਂ, ਇਹਨਾਂ ਦੇ ਕੰਪਿਊਟਰ ਬਣੇ, ਇਹਨਾਂ ਦੇ ਮੋਬਾਈਲ ਬਣੇ। ਇਹ ਬਹੁਤ ਸੋਹਣਾ ਜਿਹੜਾ ਕਿ ਸੰਘਰਸ਼ ਲੜਿਆ ਜਾ ਰਿਹਾ। ਟਵਿੱਟਰ ਟੂ ਟਵਿੱਟਰ ਦੇਖੋ, ਕੰਗਣਾ ਨੂੰ ਭਜਾਇਆ ਦਿਲਜੀਤ ਉਹਨਾਂ ਨੇ, ਬੜਾ ਹੀ ਸੋਹਣਾ ਵਰਤਾਰਾ ਇੱਥੇ ਵਰਤ ਰਿਹਾ, ਔਰ ਪੂਰੀ ਦੁਨੀਆ ਨੂੰ ਪਤਾ ਲੱਗਿਆ ਵੀ ਇਹ ਲੜਦੇ ਕਿਵੇਂ ਆ। ਮੈਂ ਪੰਜਾਬ ਜਿੱਦਣ ਭਾਰਤ ਬੰਦ ਸੀ 8 ਤਰੀਕ ਨੂੰ, ਉੱਥੇ ਮੈਂ ਵੀ ਸਟੇਜ ਤੇ ਭਾਵਕ ਹੋ ਗਿਆ। ਚਲੋ ਜੇ ਅੱਜ ਸਾਡੇ ਹੱਥ 'ਚ ਨਾ ਹੁੰਦਾ ਜਗਾੜਮੈਂਟ, ਤਾਂ ਫਿਰ ਵੀ ਅਸੀਂ ਕਿਸੇ ਟਰਾਲੀ ਤੇ ਚੜ੍ਹ ਕੇ ਆ ਜਾਂਦੇ, ਕਿਉਂ ਖਾਨੇ ਤਾਂ ਅਸੀਂ ਵੀ ਆ।
ਤਾਂ ਪੰਜਾਬ ਜਿੱਤ ਚੁੱਕਿਆ। ਪੰਜਾਬ ਨੇ ਇਹ ਦੱਸਿਆ ਵੀ ਅਸੀਂ ਰਿਐਕਸ਼ਨ ਕਿਵੇਂ ਕਰਦੇ ਆ। ਹੁਣ ਵਾਰੀ ਲੀਡਰਾਂ ਦੀ ਆ ਵੀ ਲੀਡਰ ਜਿੱਤਦੇ ਆ ਕਿ ਨਹੀਂ ਲੀਡਰ। ਪੰਜਾਬ ਨੇ ਐਸਾ ਰਿਐਕਸ਼ਨ ਕੀਤਾ ਵੀ ਅੱਜ ਤੱਕ ਕੋਈ ਜਥੇਬੰਦੀ, ਕੋਈ ਸੰਸਥਾ ਦਿੱਲੀ ਨਹੀਂ ਸੀ ਪਹੁੰਚੀ ਇਸ ਤਰ੍ਹਾਂ ਬੈਰੀਕੇਡ ਤੋੜਦੀ, ਇਸ ਤਰ੍ਹਾਂ ਜਿਹੜਾ ਕਿ ਉਹਨਾਂ ਦੇ ਕੰਡਿਆਂ ਵਾਲੀਆਂ ਤਾਰਾਂ ਤੋੜਦੀ, ਪਾਣੀ ਦੇ ਫੁਹਾਰੇ ਬੰਦ ਕਰਦੀ। ਇਹ ਪੰਜਾਬ ਹੀ ਪਹੁੰਚ ਸਕਦਾ। ਫਿਰ ਦੱਸਦਾ ਵੀ ਉਹ ਦਿੱਲੀ 'ਚ ਪੰਜਾਬ ਮੁੱਕਦਾ, ਕਿਤੇ ਸੁੱਤੇ ਨਾ ਰਹਿ ਜਾਓ ਘਰਾਂ 'ਚ, ਪੂਰੀ ਦੁਨੀਆ ਜਾਗ ਚੁੱਕੀ ਆ। ਆਪਣੇ ਦੁਬਾਰਾ ਦੱਸਤਾ ਜੀ, ਜੇ ਅੰਗਰੇਜ਼ਾਂ ਨੂੰ ਇੱਥੋਂ 80% ਕੁਰਬਾਨੀਆਂ ਅਸੀਂ ਦੇ ਸਕਦੇ ਹਾਂ ਤਾਂ ਅੱਜ ਵੀ ਸਾਡਾ ਉਹੀ ਜਜ਼ਬਾ, ਉਸੇ ਜਨੂਨ ਨਾਲ ਅਸੀਂ ਇੱਥੇ ਬੈਠੇ ਆ ਤੇ ਪੰਜਾਬੀਆਂ ਨੇ ਦੁਬਾਰਾ ਫਿਰ 60 ਸਾਲਾਂ ਬਾਅਦ ਵਿਖਾਤਾ ਸਾਡੇ ਅੰਦਰ ਉਹੀ ਖੂਨ ਆ ਜਿਹੜਾ ਕਿਸੇ ਟਾਈਮ ਮੁਗਲਾਂ ਦੇ ਉਲਟ ਲੜਿਆ, ਜਿਹੜੇ ਧਾੜਵੀ ਬਾਹਰ ਇੱਧਰ ਆਉਂਦੇ ਸੀ ਉਹਨਾਂ ਦੇ ਉਲਟ ਲੜਦਾ ਰਿਹਾ, ਫਿਰ ਅੰਗਰੇਜ਼ਾਂ ਦੇ ਉਲਟ ਲੜਿਆ ਤੇ ਅੱਜ ਅਸੀਂ ਜਿਹੜਾ ਵੀ ਕੋਈ ਉੱਤੇ, ਚਾਹੇ ਇਹ ਦੇਸ਼ ਕਿਸੇ ਦਾ ਪਿਓ ਦੀ ਜ਼ਗੀਰ ਨਹੀਂ, ਇਹ ਹਰ 5 ਸਾਲ ਬਾਅਦ ਵੋਟਾਂ ਆਉਣੀਆਂ। ਉਦੋਂ ਜੇ ਕੋਈ ਇੱਥੇ ਸੋਚ ਕੇ ਬਹਿ ਜੇ ਕਿ ਮੈਂ ਇਹਦੇ ਦੇਸ਼ ਦੀ ਪਰਜਾ ਨੂੰ ਇਦਾਂ ਹੀ ਧੱਕੇ ਨਾਲ ਜੋ ਮੇਰਾ ਜੀ ਕਰੂਗਾ ਕਰ ਲਾਂਗੇ, ਤਾਂ ਅੱਜ ਪੰਜਾਬੀਆਂ ਨੇ ਫਿਰ ਉਸ ਗੱਲ ਦਾ ਸਬੂਤ ਦਿੱਤਾ ਕਿ ਅਸੀਂ ਹਮੇਸ਼ਾ ਪਹਿਲਾਂ ਵੀ ਸਿਰ ਦੇਣ ਲਈ ਅਸੀਂ ਮੂਹਰੇ ਸੀ, ਫਾਂਸੀਆਂ ਤੇ ਚੜ੍ਹਨ ਲਈ ਅਸੀਂ ਮੂਹਰੇ ਸੀ, ਚਰਖੜੀਆਂ ਤੇ ਚੜ੍ਹਨ ਲਈ ਅਸੀਂ ਮੂਹਰੇ ਸੀ, ਕਾਲੇ ਪਾਣੀ ਦੀ ਸਜ਼ਾ ਝੱਲਣ ਲਈ ਵੀ ਅਸੀਂ ਸਭ ਤੋਂ ਮੂਹਰੇ ਸੀ। ਤੇ ਅੱਜ ਜਦੋਂ ਕੋਈ ਸਾਡੇ ਨਾਲ, ਸਾਡੇ ਦੇਸ਼ ਦੇ ਕਿਸਾਨ ਨਾਲ ਧੱਕਾ ਕਰੂਗਾ ਤਾਂ ਅੱਜ ਸਾਡੇ ਪੰਜਾਬੀਆਂ ਨੇ ਫਿਰ ਆ ਕੇ ਦਿੱਲੀ ਝੰਡੇ ਗੱਡਤੇ ਤੇ ਦੱਸ ਦਿੱਤਾ ਕਿ ਸਾਡੇ ਅੰਦਰ ਉਹੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੂਨ ਹੈ। ਬਹੁਤ ਸੋਹਣੀਆਂ ਗੱਲਾਂ ਬਾਤਾਂ, ਬਹੁਤ ਸੋਹਣੀਆਂ ਗੱਲਾਂ ਬਾਤਾਂ ਨੌਜਵਾਨ ਕਰ ਰਿਹਾ। ਔਰ ਭਾਰਤੀ ਲੀਡਰਾਂ ਨੂੰ ਸਮਝ ਜਾਣਾ ਚਾਹੀਦਾ ਵੀ ਇਹ ਕਿੱਥੇ ਸਟੈਂਡ ਕਰਦੇ ਆ ਔਰ ਇਹ ਕਿੰਨਾਂ ਦੇ ਵਾਰਸ ਆ। ਠੀਕ ਆ, ਸਿਆਸੀ ਲੋਕਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਬੌਧਿਕ ਤੌਰ ਤੇ, ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ, ਨਸ਼ਾ ਲਿਆਂਦਾ, ਚਿੱਟਾ ਲਿਆਂਦਾ, ਕਾਲਾ ਲਿਆਂਦਾ, ਵਾਹ ਲਾ ਲਈ। ਪਰ ਜਦੋਂ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਤਾਂ ਆ ਬੈਠੇ ਆ। ਸਰਕਾਰ ਹੈਰਾਨ ਹੋ ਰਹੀ ਆ, ਉਹਨੂੰ ਸਮਝ ਨਹੀਂ ਆ ਰਹੀ ਵੀ ਕਰੀਏ ਕੀ ਇਹਨਾਂ ਦਾ। ਤਾਂ ਅਸੀਂ ਬਾਕੀ ਵੀ ਵੀਰਾਂ ਨਾਲ ਜ਼ਰੂਰ ਇੱਕ ਮਿੰਟ ਗੱਲਬਾਤ ਕਰਾਂਗੇ। ਹਾਂਜੀ ਬਾਈ, ਤੁਹਾਡਾ ਨਾਮ ਕੀ ਹੈ ਜ਼ਰੂਰ? ਮੇਰਾ ਨਾਮ ਬਲਵੰਤ ਸਿੰਘ ਹੈ ਜੀ, ਭਗਤਾ ਭਾਈਕਾ ਤੋਂ ਹੈ ਜੀ। ਤਾਂ ਬਾਈ ਤੁਸੀਂ ਭਗਤਾ ਭਾਈਕਾ ਤੋਂ ਆਏ ਹੋ, ਤਾਂ ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਉਸ ਇਲਾਕੇ 'ਚ ਆਏ? ਮੇਰੇ ਨਾਲ ਕਾਫੀ ਮੁੰਡੇ ਆਏ ਹੋਏ ਆ ਜੀ, ਕੁਝ ਚਲੇ ਗਏ ਨੇ ਵਾਪਸ, ਕੁਝ ਆ ਰਹੇ ਨੇ, ਅੱਜ ਰਾਤ ਤਾਈਂ ਪਹੁੰਚ ਵੀ ਜਾਣਗੇ ਜੀ। ਕਾਫੀ ਮੁੰਡੇ ਆਏ ਹੋਏ ਨੇ ਜੀ ਗਿਣਤੀ। ਤਾਂ ਜਿਹੜੇ ਪਰਿਵਾਰ ਪਿੱਛੋਂ ਫੋਨ ਕਰਦੇ ਕਿਉਂਕਿ ਨਾ ਇੱਥੇ ਨੁਕਸਾਨ ਬਹੁਤ, ਨੁਕਸਾਨ ਭਾਵੇਂ ਸ਼ਹਾਦਤਾਂ ਹੁੰਦੀਆਂ, ਹਾਲਾਂਕਿ ਨੁਕਸਾਨ ਸ਼ਬਦ ਮੈਨੂੰ ਨਹੀਂ ਵਰਤਣਾ ਚਾਹੀਦਾ, ਉਹ ਤਾਂ ਸ਼ਹਾਦਤ ਦੇ ਵਿੱਚ ਜਿਹੜੇ ਮੋਤੀ ਪਰੋਏ ਜਾ ਰਹੇ ਆ ਇਹ ਮਾਲਾ ਦੇ ਵਿੱਚ। ਤਾਂ ਪਰਿਵਾਰ ਤੁਹਾਨੂੰ ਕੀ ਕਹਿੰਦਾ? ਉੱਥੇ ਠੰਡ ਬਹੁਤ ਆ, ਇੱਥੇ ਕਰੋਨਾ ਬਹੁਤ ਆ, ਗੰਦਗੀ ਵੀ ਬਹੁਤ ਆ, ਲਾਗੇ ਤਾਗੇ ਰੂੜੀਆਂ ਵੱਡੀਆਂ ਵੱਡੀਆਂ ਜਿਹਨੂੰ ਡੰਪ ਆਉਂਦੇ ਆ, ਦਿੱਲੀ ਦੀਆਂ ਰੂੜੀਆਂ ਪੂਰੀ ਦੁਨੀਆ 'ਚ ਮਸ਼ਹੂਰ ਆ। ਤਾਂ ਪਰਿਵਾਰ ਪਿੱਛੋਂ ਫੋਨ ਕਰਕੇ ਤੁਹਾਨੂੰ ਕੀ ਕਹਿੰਦਾ ਵੀ ਵਾਪਸ ਆ ਜਾਓ, ਛੱਡੋ ਪਰੇ, ਕੀ ਕਹਿੰਦਾ ਉਹ ਸਾਨੂੰ ਦੱਸੋ। ਨਹੀਂ ਦੇਖੋ, ਗੱਲ ਇਹ ਹੈ ਜੀ, ਪਰਿਵਾਰਾਂ ਨੂੰ ਪਿੱਛੇ ਫਿਕਰ ਤਾਂ ਹੁੰਦੀ ਹੈ, ਕਿਉਂ ਮਾਤਾ ਪਿਤਾ ਹੈਗੇ ਨੇ, ਫਿਕਰ ਤਾਂ ਉਹਨਾਂ ਨੇ ਕਰਨੀ ਆ ਆਪਣੇ ਬੱਚਿਆਂ ਦੀ। ਪਰ ਗੱਲ ਇਹ ਹੈ ਵੀ ਹੁਣ ਜੇ ਅੱਗੇ ਆਪਾਂ ਆਪਣਾ ਫਿਊਚਰ ਦੇਖਦੇ ਹਾਂ, ਇਦੋਂ ਗਾਂ ਸਿਰਫ ਧੁੰਦਲਾ ਹੀ ਦਿਸਦਾ। ਇਸ ਕਰਕੇ ਉਹ ਕਹਿ ਰਹੇ ਨੇ ਵੀ ਕੋਈ ਗੱਲ ਨਹੀਂ, ਡਟੇ ਰਹੋ, ਅਸੀਂ ਘਰੇ ਹੈਗੇ ਆ, ਠੀਕ ਹੈ ਨਾ। ਜਿੰਨਾ ਚਿਰ ਤੁਹਾਡਾ ਹੈ ਕਾਨੂੰਨ ਵਾਪਸ, ਜਿੰਨਾ ਚਿਰ ਨਹੀਂ ਹੁੰਦੇ, ਕੋਈ ਗੱਲ ਨਹੀਂ, ਤੁਸੀਂ ਹੌਸਲਾ ਕਰੋ, ਅਸੀਂ ਪਿੱਛੇ ਹੈ ਘਰ ਸੰਭਾਲਣ ਵਾਸਤੇ, ਕੋਈ ਗੱਲ ਨਹੀਂ, ਚਲੋ। ਬਹੁਤ ਵਧੀਆ। ਹਾਂਜੀ ਬਾਈ, ਤੁਹਾਡਾ ਕੀ ਨਾਮ ਹੈ? ਸਨੀ ਸਿੱਧੂ ਨਾਮ ਹੈ ਜੀ, ਕਿੱਥੋਂ ਆਏ? ਦਿਆਲਪੁਰਾ ਮਿਰਜ਼ਾ ਪਿੰਡ ਹੈ ਜੀ, ਭਗਤਾ ਭਾਈ ਦੇ ਨਾਲ। ਦਿਆਲਪੁਰਾ, ਤੁਹਾਡੇ ਪਿੰਡ ਦਾ ਹੀਰਾ ਬੈਠਾ ਸਾਡਾ ਜੇਲ੍ਹਾਂ 'ਚ, ਦਵਿੰਦਰਪਾਲ ਸਿੰਘ ਭੁੱਲਰ, ਹਨਾ? ਦਿਆਲਪੁਰਾ ਭਾਈ ਕਾ ਜੀ, ਤੁਹਾਡੇ ਇਲਾਕੇ ਦਾ ਹੀ ਲੱਗ। ਬਿਲਕੁਲ ਨਾਲ ਨਾਲ ਹੀ ਹੈ। ਤਾਂ ਬਾਈ ਤੁਸੀਂ ਸੰਘਰਸ਼ 'ਚ ਆਏ ਹੋ, ਕੋਈ ਮੈਨੂੰ ਇਹੋ ਜਿਹੀ ਗੱਲ ਦੱਸੋ ਜਿਹੜੀ ਤੁਸੀਂ ਪਹਿਲਾਂ ਕਿਸੇ ਰੈਲੀਆਂ 'ਚ, ਕਿਸੇ ਮੋਰਚਿਆਂ, ਕਿਸੇ ਸੰਘਰਸ਼ 'ਚ ਨਾ ਵੇਖੀ ਹੋਵੇ, ਤੁਹਾਨੂੰ ਇੱਥੋਂ ਫੀਲ ਹੋਈ ਹੋਵੇ ਦਿਲ 'ਚੋਂ, ਹਾਲਾਂਕਿ ਇੰਨੇ ਦਿਨ ਹੋ ਗਏ, ਹੁਣ ਉਹ ਫੀਲ ਪਿੱਛੇ ਰਹਿ ਗਿਆ, ਹੁਣ ਅਸੀਂ ਇਹਦਾ ਹਿੱਸਾ ਬਣ ਚੁੱਕੇ, ਕੋਈ ਇਹੋ ਜਿਹੀ ਗੱਲ ਦੱਸੋ ਸਾਨੂੰ। ਫੀਲਿੰਗ ਇੱਦਾਂ ਬਾਈ, ਬੜੇ ਸੰਘਰਸ਼ ਆਪਾਂ ਪਹਿਲਾਂ ਦੇਖਿਆ, ਇੱਕ ਤਾਂ ਸਾਰੇ ਸ਼ਾਰਟ ਟਰਮ ਹੁੰਦੇ ਆ ਵੀ ਹਨਾ, ਜਲਦੀ ਖਤਮ ਹੋ ਜਾਂਦੇ ਆ। ਇਹ ਆਪਾਂ ਦੇਖ ਰਹੇ ਹਾਂ ਬੜਾ ਲੰਬਾ ਚੱਲਦਾ ਹੈ। ਜਿਹੜੀ ਸਭ ਤੋਂ ਵੱਡੀ ਗੱਲ ਮੈਂ ਫੀਲ ਕੀਤੀ ਹੈ ਵੀ ਜਿਹਨੂੰ ਮਰਜ਼ੀ ਦੇਖੋ ਤੁਹਾਨੂੰ ਹੱਸਦਾ ਚਿਹਰਾ ਮਿਲੂਗਾ। ਬੜੇ ਚੜ੍ਹਦੀ ਕਲਾ ਵਾਲੇ ਨੇ ਸਾਰੇ ਹਨਾ, ਕਿਸੇ ਨੂੰ ਵੀ ਬਜ਼ੁਰਗ ਹੈ, ਮਾਤਾਵਾਂ ਵੀ ਹੈ, ਭੈਣਾਂ ਹੈ, ਬੱਚੇ ਆ ਛੋਟੇ ਛੋਟੇ ਬਹੁਤ ਹਨਾ, ਕਿਸੇ ਨੂੰ ਵੀ ਪੁੱਛ ਲਓ, ਹਰ ਕੋਈ ਕਹਿੰਦਾ ਬਾਈ ਜੀ ਚੜ੍ਹਦੀ ਕਲਾ ਹੈ। ਬਸ ਇਹੀ ਇੱਕ ਪੋਜ਼ਿਟਿਵਿਟੀ ਹੈ, ਬਸ ਉਹਦੀ ਸਿਹਤ ਤੇ ਅਸੀਂ ਸਾਰੇ ਆਸਰੇ ਏਸੀ ਤੇ ਬੈਠੇ ਆ, 7-8 ਡਿਗਰੀ ਟੈਂਪਰੇਚਰ ਹੋ ਜਾਂਦਾ। ਬਿਲਕੁਲ ਜੀ, ਕੋਈ ਠੰਡ ਦਾ ਕਦੇ ਇਦਾਂ ਮਹਿਸੂਸ ਹੀ ਨਹੀਂ ਹੋਇਆ ਕਦੇ। ਮਤਲਬ ਅਸੀਂ ਆਪਸ ਵਿੱਚ ਗੱਲ ਕਰਦੇ ਹੁੰਦੇ ਆ ਵੀ ਜਜ਼ਬਾ ਕਾਇਮ ਹੈ, ਬਸ ਫਿਰ ਉਹ ਸਾਰਾ ਨਾਰਾ ਇੱਕ ਤਰ੍ਹਾਂ ਦਾ ਆਉਂਦਾ ਵੀ ਕਾਇਮ ਹੈ, ਬਸ ਉਹ ਉਸੇ ਜਜ਼ਬੇ ਤੇ ਚੱਲ ਰਹੇ ਹਾਂ। ਬਾਈ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸ਼ਗਨ ਬਰਾੜ ਵੀਰੇ। ਸ਼ਗਨ ਬਰਾੜ। ਸ਼ਗਨ ਬਾਈ, ਤੁਸੀਂ ਮੈਨੂੰ ਐ ਦੱਸੋ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਵੀ ਪੰਜਾਬ ਦਾ 80-86% ਨੌਜਵਾਨ ਨਸ਼ੇੜੀ ਆ, ਇਹ ਤਾਂ ਦਰ ਭਟਕ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਤਾਂ ਤੁਹਾਡਾ ਸਰੀਰ, ਬੱਬੇ ਦੀ ਬੜੀ ਕਿਰਪਾ, ਸਰੀਰ ਕਮਾਇਆ ਤੁਸੀਂ, ਕਿੰਨਾ ਕੁ ਨਸ਼ਾ ਕਰਦੇ ਹੋ ਤੁਸੀਂ? ਬਾਈ ਨਸ਼ਾ ਯਾਰ ਲੋਕ ਕਹਿਣ ਨੂੰ ਕੁਛ ਮਰਜ਼ੀ ਕਹੇ ਜਾਂਦੇ, ਮੇਰੇ ਤੁਹਾਡੇ ਸਾਹਮਣੇ ਵੀ ਨੌਜਵਾਨ ਨਸ਼ਾ ਕਰਦੇ ਨਹੀਂ ਕਰਦੇ, ਬਈ ਨਸ਼ੇੜੀ ਇੱਥੇ ਰਹਿ ਲੂ ਬਈ ਯਾਰ, ਕਿਸੇ ਤੋਂ ਨਹੀਂ ਰਹੀਦਾ ਬਈ, ਜਿਹੜਾ ਸੋਫੀ ਬੰਦਾ ਉਹੀ ਕੱਟੋ ਇੱਥੇ ਯਾਰ। ਬਾਕੀ ਜਜ਼ਬੇ ਦੇਖੋ ਨੌਜਵਾਨਾਂ ਦੇ ਬਈ, ਕੋਈ ਗੱਲਬਾਤ ਹੀ ਨਸ਼ੇ ਪੱਤੇ ਵਾਲੀ ਦਾ ਯਾਰ, ਬਦਨਾਮ ਕਰਨ ਨੂੰ ਕੋਈ ਕੁਛ ਮਰਜ਼ੀ ਕਹੀ ਜਾਏ ਬਈ, ਹਰੇਕ ਆਪਦੇ ਲੋੜ ਨੂੰ ਕੁਛ ਮਰਜ਼ੀ ਬੋਲਦਾ ਬਈ ਯਾਰ। ਤਾਂ ਬਾਈ ਜਦੋਂ ਨਾ ਆਹ ਮੁਕਾਬਲੇ ਜੇ ਹੁੰਦੇ ਆ ਬਾਡੀ ਬਿਲਡਿੰਗ ਦੇ ਜਾਂ ਖੇਡਾਂ ਦੇ, ਪੰਜਾਬ ਦੀ ਬੜੀ ਝੰਡੀ ਰਹੀ ਆ। ਹਰਿਆਣੇ ਦੀ ਇਸ ਵਕਤ ਸਾਡੇ ਤੋਂ ਅੱਗੇ ਆ, ਤਾਂ ਉਹ ਵੀ ਸਾਡਾ ਹੀ ਭਰਾ ਹੈ, ਨਿੱਕਾ ਭਾਈ ਆ, ਦੇਸ਼ ਪੰਜਾਬ ਦਾ ਹੀ ਹਿੱਸਾ ਹਰਿਆਣਾ ਸਰਕਾਰਾਂ ਨੇ ਵੰਡ ਦਿੱਤਾ। ਤਾਂ ਕੀ ਇਹ ਚੀਜ਼ਾਂ ਜਦੋਂ ਮੰਨ ਲਓ ਅਸੀਂ, ਸਾਡੇ ਮੁੰਡੇ ਗਾਣਾ ਕੱਢਦੇ ਆ
100 ਕਰੋੜ ਰੁਪਈਆ ਲਾ ਦਿੰਦੇ ਆ, ਵਿਆਹ ਕਰਦੇ ਆ ਆਪਣੇ 2-2 ਕਰੋੜ ਰੁਪਈਆ ਬੰਦੇ ਲਾ ਦਿੰਦੇ ਆ, ਕਾਰ 2.5 ਲੱਖ ਵਾਲੇ ਮੋਬਾਈਲ ਲਈ ਫਿਰਦੇ ਮੁੰਡੇ। ਤਾਂ ਕਿ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਲੋਕਾਂ ਨੂੰ ਜਾਂ ਭਾਰਤੀ ਸਰਕਾਰ ਨੂੰ ਚੁੱਭਦੀਆਂ ਵੀ ਯਾਰ ਇਹ ਐਡਾ ਰਾਜਿਆਂ ਵਾਂਗੂ ਰਹਿੰਦੇ ਆ, ਸੋਹਣਾ ਖਾਂਦੇ ਸੋਹਣਾ ਪੀਂਦੇ ਆ। ਇਹਨਾਂ ਚੀਜ਼ਾਂ ਨੂੰ ਵੇਖ ਕੇ ਉਹਨਾਂ ਨੇ ਇਦਾਂ ਦੇ ਕਾਨੂੰਨ ਬਣਾਏ ਜਿਹਦਾ ਸਾੜਾ ਜਿਹਾ ਨਹੀਂ ਹੋ ਜਾਂਦਾ ਵੀ ਇਹ ਐਦਾਂ ਕਿਉਂ ਆ, ਸਾਡੇ ਜਵਾਕ ਬਾਹਰ ਜਾ ਰਹੇ ਆ, ਜਗਮੀਤ ਸਿੰਘ ਵਰਗੇ ਉੱਥੇ ਰਾਜ ਕਰਦੇ ਆ, ਹਰਜੀਤ ਸਿੰਘ ਸਾਡੇ ਜਵਾਕ ਉੱਥੇ ਜਾ ਕੇ ਤਰੱਕੀਆਂ ਕਰ ਰਹੇ ਆ, ਕਿ ਇਹਨਾਂ ਚੀਜ਼ਾਂ ਕਰਕੇ ਇਹਨਾਂ ਨੂੰ ਸਾੜਾ ਜਿਹਾ ਹੋ ਗਿਆ ਸੀ ਪੰਜਾਬ ਨੂੰ ਕੰਗਾਲ ਕਰੋ। ਬਈ ਇਹਨਾਂ ਤੋਂ ਦੇਖਿਆ ਨਹੀਂ ਨਾ ਜਾਂਦਾ ਵੀ ਇਹ ਚੀਜ਼ਾਂ ਪੰਜਾਬ 'ਚ ਕੀ ਕੁਝ ਹੋ ਰਿਹਾ ਅੱਜ ਕੱਲ੍ਹ ਵੀ ਸਾਡਾ ਦੇਸ਼ ਤਰੱਕੀ ਕਰ ਰਿਹਾ। ਬਈ ਇਹ ਚੀਜ਼ਾਂ ਜਰੇ ਨਹੀਂ ਜਾਂਦੀਆਂ ਇਹਨਾਂ ਤੋਂ, ਇਹਨਾਂ ਨੂੰ ਐ ਵੀ ਸਾਡੇ ਘਰ ਭਰੀ ਜਾਣ, ਇਹ ਨੰਗ ਹੋਈ ਜਾਣ। ਬਸ ਇਹ ਚੀਜ਼ਾਂ ਦੇਖ ਕੇ ਪੰਜਾਬ ਨੂੰ ਬਰਬਾਦ ਕਰਨ ਤੇ ਹੋ ਗਏ ਬਈ, ਕਿਸਾਨ ਸੌਖੇ ਨਹੀਂ ਜਾਂਦੇ ਤੋਂ, ਤਾਂ ਕਰਕੇ ਬਸ ਉਹ ਗੱਲਾਂ ਸੋਚਦੇ ਆ ਬਈ। ਜਿਵੇਂ ਬਿਹਾਰ ਦੇ ਤੇ ਹੋਰ ਇਹਨਾਂ ਯੂਪੀ ਦੇ ਕਿਸਾਨ ਨਾ, ਯੂਪੀ ਦੇ ਨਹੀਂ ਖੈਰ ਬਿਹਾਰ ਦੇ ਖਾਸ ਕਰਕੇ, ਆਪਣੇ ਜਦੋਂ ਝੋਨੇ ਵੇਲੇ ਆਉਂਦੇ ਆ ਉਹ ਕੋਈ ਕਹਿੰਦਾ ਮੇਰੇ ਕੋਲ 10 ਵਿੱਗੇ ਆ, ਕੋਈ ਕਹਿੰਦਾ ਮੇਰੇ ਕੋਲ 10 ਕਿੱਲੇ ਆ, 20 ਕਿੱਲਿਆਂ ਵਾਲੇ ਸਾਡੇ ਦਿਹਾੜੀ ਕਰਦੇ ਆ, ਤਾਂ ਸਾਡੇ 20 ਕਿੱਲਿਆਂ ਵਾਲਾ ਸਰਪੰਚ ਹੁੰਦਾ, ਮਤਲਬ ਉਹਦੇ ਕੋਲ ਇੰਨੀ ਕੁ ਪੂੰਜੀ ਹੁੰਦੀ ਵੀ ਇਲੈਕਸ਼ਨ ਲੜਦਾ। ਹੁਣ ਇਹ ਸੋਚਦੇ ਆ ਨਾ ਵੀ ਇਹ ਵੀ ਨੰਗ ਕਰ ਦਈਏ ਅਸੀਂ, 20 ਕਿੱਲਿਆਂ ਵਾਲੇ ਵੀ ਥੱਲੇ ਲਾ ਲਗੇ ਵੀ ਐਸ਼ ਕਰ ਦੇਖਣ ਇਹਨਾਂ ਜਦੋਂ ਬਈ ਇਹਨੂੰ ਮੇਨ ਮੁੱਦਾ ਤਾਂ ਇਹੀ ਹੋ ਗਿਆ ਵੀ ਖਤਮ ਕਰੋ ਪੰਜਾਬ ਗੱਲ ਖਤਮ ਕਰੋ, ਬਸ ਇਹਨੂੰ ਕਿਸਾਨੀ ਨੂੰ ਮਾਰਨ ਨੂੰ ਫਿਰਦੇ ਆ ਬਈ ਯਾਰ। ਤਾਂ ਆਪਾਂ ਮੌਕੇ ਤੇ ਸਮਝ ਗਏ, ਜੇ ਨਾ ਸਮਝਦੇ ਤਾਂ ਸਾਡੇ ਹਾਲਾਤ ਉਹ ਹੁੰਦੇ ਜਿਹੜੇ ਅੱਜ ਵਿਚਾਰੇ ਫਾਟਕਾਂ ਤੇ ਖਲੋਤੇ ਆ ਉਹ ਕਿਰਤ ਕਰਨ ਵਾਸਤੇ। ਸਾਰਿਆਂ ਵਰਗੇ ਆਪਾਂ ਹੋ ਜਾਾਂਗੇ ਬਈ, ਜਦੋਂ ਆਪਣੇ ਆਪਾਂ ਕੰਮ ਕਰਦੇ ਆਪਾਂ ਬਾਹਰ ਜਾ ਕਰਨ ਲੱਗ ਗਏ ਕਿਤੇ, ਉਹੀ ਸਾਰਾ ਕੁਝ ਹੋਣਾ ਬਈ। ਇਹ ਆਪਾਂ ਨੂੰ ਦਿਖ ਰਿਹਾ ਬਈ ਯਾਰ। ਮੈਂ ਕਿਹਾ ਦੂਜੀਆਂ ਸਟੇਟਾਂ ਦੇ ਕਿਸਾਨ ਨੂੰ ਤਾਂ ਕੀ ਖੁਸ਼ਹਾਲ ਕਰਨਾ, ਇਹ ਕਹਿੰਦੇ ਜਿਹੜੇ ਕਿਸਾਨ ਪਹਿਲੀ ਖੁਸ਼ਹਾਲ ਆ ਉਹਨਾਂ ਨੂੰ ਹੋਰ ਗਰੀਬ ਕਰ ਦਈਏ। ਸੋ ਇਹਨਾਂ ਦੀ ਸੋਚ ਵੇਖ ਲਓ ਤੁਸੀਂ ਵੀ ਹੋਰ ਸਟੇਟਾਂ ਦੇ ਕਿਸਾਨਾਂ ਨੂੰ ਅਸੀਂ ਤਰੱਕੀ ਕਰੀਏ, ਉਹਨਾਂ ਨੂੰ ਕੋਈ ਇਦਾਂ ਦਾ ਹੀਲਾ ਕਰਕੇ ਦਈਏ, ਮੰਡੀਕਰਨ ਬਣਾ ਕੇ ਦਈਏ ਕਿ ਉਹ ਵੀ ਖੁਸ਼ਹਾਲ ਹੋਣ। ਇਹ ਚਾਹੁੰਦੇ ਜਿਹੜੇ ਖੁਸ਼ਹਾਲ ਆ ਉਹਨਾਂ ਨੂੰ ਹੋਰ ਥੱਲੇ ਸਿੱਟ ਦਈਏ। ਗੱਲ ਮੈਂ ਹੋਰ ਜਾਂਦੇ ਚੇਤਾ ਜਾ ਆ ਗਿਆ, 47 ਚ ਚਲੋ ਅਸੀਂ ਤਾਂ ਰਿਫਿਊਜੀ ਆ, ਪਾਕਿਸਤਾਨ ਨੂੰ ਉੱਜੜ ਕੇ ਆਏ ਆ, ਤਾਂ 47 ਚ ਜਦੋਂ ਅਸੀਂ ਇੱਧਰ ਆਏ ਨਾ ਉਦੋਂ ਬੰਜਰ ਦੀਆਂ ਜ਼ਮੀਨਾਂ, ਆਪਣੇ ਤਾਂ ਹਜੇ ਵੀ ਟਿੱਬੇ ਬਹੁਤ ਆ ਆਪਣੇ ਇਲਾਕੇ 'ਚ, ਬੋਰ ਜਲਾਲਾਬਾਦ ਕਿੰਨੇ ਟਿੱਬੇ ਹੁਣ ਲੋਕ ਕਰਾ ਰਹੇ ਆ, ਤਾਂ ਕਿਸੇ ਨੇ ਉਦੋਂ ਬਾਤ ਨਾ ਪੁੱਛੀ। 1 ਰੁਪਈਏ ਦੀ ਕੋਈ ਸਬਸਿਡੀ ਨਹੀਂ ਸੀ ਟਰੈਕਟਰਾਂ ਦੇ ਜਾਂ ਕਿਸੇ ਇਹਨਾਂ ਚੀਜ਼ਾਂ ਦੇ। ਲੋਕਾਂ ਨੇ ਆਪ ਮਿਹਨਤ ਕਰਕੇ ਉਹ ਬੰਜਰ ਜ਼ਮੀਨ ਨੂੰ, ਸਾਡੇ ਦਾਦਿਆਂ ਨੇ, ਸਾਡੇ ਨਾਨਿਆਂ ਨੇ, ਸਾਡੇ ਮਾਮਿਆਂ ਨੇ 2-2 ਵਜੇ ਉੱਠ ਕੇ ਹਲ ਵਾਹੁੰਦੇ ਸੀ ਤੇ ਸੋਨੇ ਵਰਗੀ ਬਣਾਤੀ ਜ਼ਮੀਨ। ਹੁਣ ਕਿੱਲੇ ਚੋਂ ਲੱਖ ਦਾ ਝੋਨਾ ਨਿਕਲਦਾ, ਤਾਂ ਉਦੋਂ ਕਿਸੇ ਨੇ ਪੁੱਛਿਆ ਨਹੀਂ। ਹੁਣ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਨੀਤ ਖੋਟੀ? ਮੈਂ ਨੀਤ ਖੋਟੀ ਦੀ ਗੱਲ ਨਹੀਂ, ਇੱਕ ਟਾਈਮ ਸੀ ਜਦੋਂ ਸਾਡਾ ਭਾਰਤ ਦੇਸ਼ ਅਮਰੀਕਾ ਤੋਂ ਜਾ ਕੇ ਕਣਕ ਮੰਗਦਾ ਸੀ ਕਿ ਸਾਡੇ ਕੋਲੇ ਖਾਣ ਨੂੰ ਕਣਕ ਹੈ ਨਹੀਂ, ਤਾਂ ਉਦੋਂ ਪੰਜਾਬੀਆਂ ਨੇ ਇੰਨਾ ਕੁ ਕਣਕ ਝੋਨਾ ਪੈਦਾ ਕਰਤਾ ਕਿ ਸਾਰੇ ਦੇਸ਼ ਦਾ ਢਿੱਡ ਭਰਿਆ। ਉਦੋਂ ਸਾਡੀ ਇਹਨਾਂ ਨੂੰ ਲੋੜ ਸੀ, ਸਾਨੂੰ ਥਾਪੀਆਂ ਵੀ ਦਿੰਦੇ ਸੀ ਵੀ ਪੰਜਾਬੀਆਂ ਨੇ, ਚਾਹੇ ਹਰੀ ਕ੍ਰਾਂਤੀ ਨੇ ਅੱਜ ਸਾਡਾ ਨੁਕਸਾਨ ਕਰਤਾ। ਸਾਡੇ ਕਈ ਜ਼ਿਲ੍ਹੇ ਇਹੋ ਜਿਹੇ ਜਿੱਥੇ ਪਾਣੀ ਪਤਾ ਨਹੀਂ ਕਿੰਨਾ ਕੁ ਥੱਲੇ ਚਲਾ ਗਿਆ। ਠੀਕ ਹੈ, ਸਾਡਾ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਸਾਨੂੰ ਪਤਾ ਵੀ ਸੀ, ਪਰ ਸਾਡੇ ਕਿਸਾਨਾਂ ਨੇ, ਸਾਡੇ ਪੰਜਾਬ ਦੇ ਲੋਕਾਂ ਨੇ ਸਾਰੇ ਦੇਸ਼ ਦਾ ਢਿੱਡ ਭਰਨ ਲਈ ਅੱਗੇ ਆ ਕੇ ਫਸਲ ਨੂੰ ਕੀਤਾ। ਹੁਣ ਜਦੋਂ ਪੰਜਾਬੀਆਂ ਨੇ ਅਸੀਂ ਜਾ ਕੇ ਯੂਪੀ ਨੂੰ ਖੁਸ਼ਹਾਲ ਕੀਤਾ, ਅਸੀਂ ਗੁਜਰਾਤ ਨੂੰ ਖੁਸ਼ਹਾਲ ਕੀਤਾ, ਮੱਧ ਪ੍ਰਦੇਸ਼ ਜਾ ਕੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਜਾ ਕੇ ਉੱਥੋਂ ਦੇ ਟਿੱਬਿਆਂ ਨੂੰ ਪੱਧਰੇ ਕਰਕੇ ਵਾਹ ਕੇ ਵਾਹੀਯੋਗ ਜ਼ਮੀਨ ਕਰਤੀ। ਅੱਜ ਰੌਲਾ ਹੀ ਇਹ ਆ ਵੀਰ ਮੇਰਿਆ, ਅੱਜ ਮੱਧ ਪ੍ਰਦੇਸ਼ 'ਚ ਵੀ ਕਣਕ ਹੋਣ ਲੱਗ ਪਈ, ਯੂਪੀ 'ਚ ਵੀ ਕਣਕ ਹੋਣ ਲੱਗ ਪਈ, ਗੁਜਰਾਤ 'ਚ ਵੀ ਹੋਣ ਲੱਗ ਪਈ। ਤਾਂ ਹੁਣ ਇਹਨਾਂ ਨੂੰ ਪੰਜਾਬ ਤੇ ਹਰਿਆਣੇ ਦਾ ਚੇਤਾ ਭੁੱਲਣ ਲੱਗ ਪਿਆ, ਤੇ ਉਹ ਵੇਲਾ ਇਹਨਾਂ ਨੂੰ ਯਾਦ ਕਰਨਾ ਚਾਹੀਦਾ। ਕਿਰਤਕਣ ਹੋ ਗਏ, ਕਿਰਤਕਣ ਹੋ ਗਏ। ਇਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਹੁਣ ਹੋਰ ਸੂਬਿਆਂ 'ਚ ਬੜਾ ਕਣਕ ਝੋਨਾ ਹੋਣ ਲੱਗ ਪਿਆ, ਤਾਂ ਹੁਣ ਸਾਨੂੰ ਪੰਜਾਬ ਦੀ ਕੀ ਲੋੜ ਆ। ਪਰ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ, ਕਿਸਾਨ ਸਾਡੇ ਨਾਲ ਆ, ਕਿਸਾਨ ਸਾਰੇ ਦੇਸ਼ ਦਾ ਇਹ ਚਾਹੁੰਦਾ ਕਿ ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ। ਸਾਡੇ ਬੜੇ ਬਿਹਾਰ ਤੋਂ ਲੋਕ ਸਾਡੇ ਇੱਥੇ ਆਉਂਦੇ ਆ, ਉਹ ਸਾਨੂੰ ਆਪ ਅੱਗੇ ਕਹਿੰਦੇ ਆ, ਉਹ ਕਹਿੰਦੇ ਭਾਈ ਸਾਹਿਬ ਸਾਡੇ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਪੰਜਾਬ ਵਰਗਾ, ਤਾਂ ਅਸੀਂ ਇੱਥੇ ਕੰਮ ਕਰਨੀ ਕਿਉਂ ਆਈਏ। ਤਾਂ ਮੈਨੂੰ ਇਹ ਲੱਗਦਾ ਇਹਨਾਂ ਨੇ ਸੋਚ ਰੱਖ ਲਈ ਵੀ ਪੰਜਾਬ, ਤੁਹਾਨੂੰ ਹੀ ਪਤਾ ਜਿੰਨੀਆਂ ਸਰਕਾਰਾਂ ਸੈਂਟਰ 'ਚ ਆਉਂਦੀਆਂ ਜੀ, ਪਤਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੀ ਵੈਰ ਹੈ। ਇਹਨਾਂ ਨੂੰ ਪੰਜਾਬ ਸਮਝ ਤੋਂ ਪਰੇ ਗੱਲਾਂ ਵੀ ਦੇਸ਼, ਤੁਹਾਨੂੰ ਦੱਸਿਆ ਵੀ ਹਰ ਚੀਜ਼ ਪੰਜਾਬੀ ਮੂਹਰੇ, ਤੇ ਧੱਕਾ ਵੀ ਸਭ ਤੋਂ ਵੱਧ ਪੰਜਾਬੀਆਂ ਨਾਲ ਕਰਨਾ। ਇਹਨਾਂ ਨੂੰ ਇਹ ਤਾਂ ਹੈ ਨਹੀਂ ਵੀ ਜੇ ਪੰਜਾਬ ਦੇ ਵਿੱਚ ਕੋਈ ਮੰਡੀਕਰਨ ਸਿਸਟਮ ਸਹੀ ਆ, ਹਰਿਆਣੇ ਦੇ ਵਿੱਚ ਮੰਡੀਕਰਨ ਸਿਸਟਮ ਸਹੀ ਆ, ਉਹ ਅਸੀਂ ਸਾਰੇ ਦੇਸ਼ 'ਚ ਲਾਗੂ ਕਰੀਏ, ਮੰਡੀਕਰਨ ਬਣਾਈਏ ਵੱਖ-ਵੱਖ। ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਹਰ ਚੀਜ਼ ਹੁੰਦੀ ਹੈ ਜੀ, ਅਸੀਂ ਤਾਂ ਜਿੰਨੀ ਮਰਜ਼ੀ ਦੇਸ਼ਾਂ ਨੂੰ ਐਕਸਪੋਰਟ ਕਰੀ ਚੱਲ ਗਏ, ਜਿੰਨੀ ਮਰਜ਼ੀ ਭੇਜੀ ਚੱਲ ਗਏ। ਜੋ ਇੱਥੇ ਕਿਤੇ ਮਿਰਚਾਂ, ਗੰਢੇ, ਸਾਡੇ ਲਸਣ, ਸਾਡੇ ਚਾਵਾਂ, ਪੱਤੀ, ਕੌਫੀ ਹਰ ਥਾਂ ਹੁੰਦੀ ਹੈ, ਉੱਥੇ ਵਧੀਆ ਮੰਡੀਕਰਨ ਬਣੇ, ਸਾਡੇ ਇੱਥੋਂ ਮੰਡੀ ਉੱਥੋਂ ਚੱਕਿਆ ਜਹਾਜ਼ਾਂ ਦੇ ਰਾਹੀਂ ਦੂਜੇ ਦੇਸ਼ਾਂ ਨੂੰ ਭੇਜਿਆ, ਤਾਂ ਸਾਡਾ ਤਾਂ ਕਿਸਾਨ ਪਹਿਲੇ ਨੰਬਰ ਤੇ ਅਮੀਰ ਹੋ ਜਾਊਗਾ। ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਅਮੀਰ ਹੋਵੇ। ਹਾਂ, ਮਨ 'ਚ ਖੋਟ ਆ ਇਹਨਾਂ ਦੇ। ਜੋ ਇਸ ਅੰਦੋਲਨ ਨੇ ਬਹੁਤ ਵੱਡਾ ਫਰਕ ਪਾਤਾ। ਅੱਜ ਦੇਸ਼ ਦਾ ਸਾਰਾ ਨੌਜਵਾਨ, ਜਿੰਨਾ ਵੀ ਨੌਜਵਾਨ ਆ, ਚਾਹੇ ਉਹ ਕਿਤੇ ਵੀ ਜੌਬ ਕਰਦਾ,
ਪ੍ਰਾਈਵੇਟ ਸੈਕਟਰ ਜੌਬ ਕਰਦਾ ਚਾਹੇ ਗਵਰਨਮੈਂਟ ਸੈਕਟਰ ਦੇ ਜੌਬ ਵਿੱਚ ਕਰਦਾ, ਉਹਦਾ ਦਾਦਾ ਜਾਂ ਉਹਦਾ ਪਿਓ ਕਿਸਾਨ ਰਿਹਾ, ਤਾਂ ਉਹਨਾਂ ਨੂੰ ਸਮਝ ਆ ਗਈ ਕਿ ਵੀ ਸਰਕਾਰਾਂ ਹਮੇਸ਼ਾ ਕਿਸਾਨ ਨਾਲ ਧੱਕਾ ਕਰਦੀਆਂ। ਤੁਸੀਂ ਦੇਖਿਓ ਇਹ ਅੰਦੋਲਨ ਤੋਂ ਬਾਅਦ ਇਸ ਦੇਸ਼ ਦੀ ਸਿਆਸਤ ਵੀ ਬਦਲੂਗੀ, ਇਸ ਦੇਸ਼ ਦੀ ਫਿਜ਼ਾ ਵੀ ਬਦਲੂਗੀ ਤੇ ਆਉਣ ਵਾਲੇ ਕਾਨੂੰਨ ਵੀ ਕਿਸਾਨਾਂ ਦੇ ਹੱਕ 'ਚ ਬਣਨਗੇ ਤੇ ਇਸ ਦੇਸ਼ ਦਾ ਕਿਸਾਨ ਹਰ ਪਾਸੇ ਖੜਾ ਹੋ ਕੇ ਕਹੂਗਾ ਵੀ ਸਾਨੂੰ ਸਾਡੇ ਹੱਕ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਕਿਸਾਨ ਖੁਸ਼ਹਾਲ ਹੋਊਗਾ ਤੇ ਸਾਡਾ ਸਾਰਾ ਦੇਸ਼ ਖੁਸ਼ਹਾਲ ਹੋਊਗਾ। ਤਾਂ ਕਿਸਾਨ ਜਿਹੜਾ ਕਿ ਸੰਘਰਸ਼ ਉਹ ਮੰਗਦਾ ਜਾ ਰਿਹਾ ਔਰ ਰੋਜ਼ਾਨਾ ਕੁਝ ਨਵੇਂ ਇਤਿਹਾਸਕ ਪਲ ਜਿਹੜੇ ਅਸੀਂ ਇਹਨਾਂ ਕੈਮਰਿਆਂ 'ਚ ਕੈਦ ਕਰਦੇ ਹਾਂ ਔਰ ਆਪਣੇ ਜ਼ਿਹਨ ਦੇ ਵਿੱਚ ਕੈਦ ਕਰਦੇ ਹਾਂ। ਤਾਂ ਮੈਨੂੰ ਯਾਦ ਆ ਜਦੋਂ ਹੁਣ ਅਸੀਂ ਰਾਤ ਨੂੰ ਬੰਦ ਕਰਕੇ ਜਾ ਕੇ ਨੈੱਟ ਚਲਾਵਾਂਗੇ, ਇੰਸਟਾਗ੍ਰਾਮ ਤੇ ਸੈਂਕੜੇ ਮੈਸੇਜ ਵਿਦੇਸ਼ਾਂ 'ਚ ਰਹਿੰਦੇ ਸਾਡੇ ਭੈਣ ਭਰਾਈ ਸੱਜਣ ਮਿੱਤਰ ਜਿਹੜੇ ਸਾਡੇ ਵੱਡੇ ਛੋਟੇ, ਉਹ ਕਹਿੰਦੇ ਬਾਈ ਸਟੋਰੀਆਂ ਪਾਇਆ ਕਰੋ, ਗਰਾਊਂਡ ਰਿਐਲਿਟੀ ਦਿਖਾਓ ਵੀ ਲੋਕ ਨੈਸ਼ਨਲ ਹਾਈਵੇਜ਼ ਦੇ ਉੱਤੇ ਛਾਉਣੀਆਂ ਕਿਵੇਂ ਲਾ ਕੇ ਬੈਠੇ ਹੋਏ ਆ, ਨਿਹੰਗ ਸਿੰਘ ਆਰਤੀਆਂ ਪੜ੍ਹ ਰਹੇ ਆ, ਜਿਹੜੇ ਮੁਸਲਮਾਨ ਵੀਰ ਆ ਉਹ ਨਮਾਜ਼ਾਂ ਪੜ੍ਹ ਰਹੇ ਆ। ਔਰ ਸੱਚਮੁੱਚ ਇਹ ਬਹੁਤ ਅਨੋਖਾ ਵਰਤਾਰਾ ਇਤਿਹਾਸ 'ਚ ਪਹਿਲੀ ਵਾਰੀ ਹੋਇਆ। ਜਿਹੜੇ ਨੈਸ਼ਨਲ ਹਾਈਵੇ ਤੇ 59 ਸਕਿੰਟ ਤੇ ਵੀ ਗੱਡੀ ਨਹੀਂ ਰੁਕਦੀ, ਨਾ 61 ਤੇ ਰੁਕਦੀ ਸੀ, ਉੱਥੇ ਅੱਜ ਰੁਕੀਆਂ ਹੀ ਹੋਈਆਂ ਲਗਾਤਾਰ। ਸਰਕਾਰ ਹੈਰਾਨ ਹੋ ਰਹੀ ਆ। ਹਾਂਜੀ ਤਾਂ ਹਾਂਜੀ ਬਾਈ, ਕੀ ਹਾਲ ਚਾਲ ਤੁਹਾਡਾ? ਸਤਿ ਸ਼੍ਰੀ ਅਕਾਲ ਵੀਰੇ, ਠੀਕ ਠਾਕ ਵਧੀਆ, ਚੜ੍ਹਦੀ ਧਨੋਆ ਸਾਹਿਬ ਮੌਜੂਦ ਨੇ ਸਾਡੇ ਬਾਈ, ਸਾਡੇ ਇਲਾਕੇ ਚੋਂ ਹੀ ਆ, ਕੋਟਲੀ ਪਿੰਡ ਆਉਂਦਾ ਦਾ। ਬਾਈ ਤੁਸੀਂ ਵੀ ਉਦੋਂ ਦੇ ਹੀ ਆਏ ਹੋਏ ਇੱਥੇ? ਹਾਂਜੀ ਬਾਈ ਜੀ 25 ਤਰੀਕ ਤੋਂ ਚੱਲੇ ਸੀਗੇ ਤੇ ਅਸੀਂ 26 ਨੂੰ ਇੱਥੇ ਪਹੁੰਚ ਗਏ। ਬਸ ਉਸ ਸਾਡੇ ਲਗਾਤਾਰ ਮੋਰਚੇ ਇੱਥੇ ਡਟੇ ਹੋਏ ਆ। ਇੱਕ ਮੈਨੂੰ ਐਂ ਦੱਸੋ, ਆਮ ਹੀ ਆਪਣੇ ਪਿੰਡਾਂ 'ਚ ਹੁੰਦਾ ਵੀ ਸਰਦਾ ਨਹੀਂ, ਨਿੱਕੇ ਪਿੰਡ ਦਾ ਸਰਦਾ ਨਹੀਂ, ਹੁਣ ਘਰੇ ਸਰਦਾ ਕਿਵੇਂ? ਘਰਦੇ ਐ ਤਾਂ ਨਹੀਂ ਕਹਿੰਦੇ ਵੀ ਆ ਜਾ ਤੇਰੇ ਬਿਨਾਂ ਸਰਦਾ ਨਹੀਂ? ਨਹੀਂ ਬਾਈ ਜੀ ਬਿਲਕੁਲ ਕੋਈ 1% ਦੀ ਵੀ ਸਮੱਸਿਆ ਨਹੀਂ। ਉਹ ਘਰ ਦੇ ਕਹਿੰਦੇ ਜੇ ਕੋਈ ਗੱਲ ਨਹੀਂ ਆਪਾਂ ਹੈਗੇ ਆ ਘਰੇ, ਤੁਸੀਂ ਸਾਂਭੋ ਇੱਥੇ। ਪਰ ਇੱਥੇ ਐ ਮੁੜਨਾ ਤੁਸੀਂ ਫਤਿਹ ਕਰਕੇ ਹੀ ਮੈਦਾਨ, ਵੀ ਐਵੇਂ ਨਹੀਂ ਵੀ ਆ ਗਏ ਨਾ ਵੀ ਤੁਸੀਂ ਆਪਾਂ ਕਹਦੇ ਵੀ ਆਪਾਂ ਹਾਰ ਕੇ ਆ ਗਏ, ਨਹੀਂ ਮੈਦਾਨ ਫਤਿਹ ਕਰਕੇ ਆਓ। ਜੇ ਬੇਸ਼ੱਕ 2 ਮਹੀਨੇ ਲੱਗ ਜਾਣ, ਭਲਾ 6 ਮਹੀਨੇ ਲੱਗ ਜਾਣ, ਭਲਾ ਸਾਲ ਲੱਗ ਜੇ, ਬਹੁਤ ਵੱਡੀ ਗੱਲ ਆ ਸਾਲ ਲੱਗ ਜੇ। ਤਾਂ ਪਹਿਲਾਂ ਹੁਣ ਤੁਸੀਂ ਲਗਭਗ ਆਪਾਂ ਨੂੰ 15 18 ਦਿਨ ਹੋ ਗਏ ਆਇਆਂ ਨੂੰ, ਤਾਂ ਪਹਿਲਾਂ ਕਿਤੇ ਲੰਮਾ ਟਾਈਮ ਐ ਕਿਸੇ ਇਸ ਤਰ੍ਹਾਂ ਦੇ ਸੰਘਰਸ਼ 'ਚ ਰਹੇ ਹੋ? ਰਾਤਾਂ ਦਿਨ ਰਾਤ ਐ ਰਹੇ ਹੋ? ਨਹੀਂ ਬਾਈ ਜੀ ਇਹ ਫਸਟ ਟਾਈਮ ਹੀ ਆ ਵੀ ਪਤਾ ਲੱਗੇ ਵੀ ਸਾਡੀ ਆਪਦੀ ਹੋਣ ਤੇ ਆ ਗਈ ਆ। ਹੁਣ ਜਾਂ ਤਾਂ ਖੂਹ ਤੇ ਖਾਣ ਵਾਲੀ ਗੱਲ ਆ ਬਈ, ਮਰੇ ਹੀ ਆ ਹੁਣ ਤਾਂ। ਜੇ ਆਪਾਂ ਮੰਨ ਕੇ ਚਲੋ ਜੇ ਤਾਂ ਆਪਾਂ ਆਪਦੀਆਂ ਨਸਲਾਂ ਪੀੜ੍ਹੀਆਂ ਬਚਾਉਣੀਆਂ ਤਾਂ ਆਪਾਂ ਨੂੰ ਇੱਥੇ ਪ੍ਰੋਟੈਸਟ ਕਰਨਾ ਪਊਗਾ, ਕੁਛ ਨਾ ਕੁਛ ਇੱਥੋਂ ਜਿੱਤ ਕੇ ਆਪਦੇ ਹੱਕ ਲੈ ਕੇ ਜਾਣੇ ਪੈਣਗੇ। ਜੇ ਆਪਾਂ ਇੱਥੋਂ ਖਾਲੀ ਹੱਥ ਜਾਵੜੇ ਆਪਣੇ ਪੱਲੇ ਕੁਛ ਨਹੀਂ ਰਹਿਣਾ। ਸਹੀ ਗੱਲ ਆ ਤੁਹਾਡੀ। ਜੇ ਅਜੇ ਵੀ ਇੰਨਾ ਲੜ ਕੇ ਵੀ ਖਾਲੀ ਹੱਥ ਜਾਵੜੇ ਪੱਲੇ ਗਾਉ ਨਹੀਂ ਕਰਨਾ, ਮਗਰ ਲੈਣੇ ਨਹੀਂ ਛੱਡਣਾ ਵੀ ਕਰਕੇ ਕੀ ਆਏ ਹੋ। ਸਹੀ ਗੱਲ ਆ ਬਈ, ਬਿਲਕੁਲ ਸਹੀ ਗੱਲ ਆ ਜੀ। ਤਾਂ ਭਾਰਤ ਸਰਕਾਰ ਨੂੰ ਤੁਹਾਡਾ ਸੁਨੇਹਾ ਕੀ ਹੈ ਕਿ ਨੌਜਵਾਨ ਹੋ ਤੁਸੀਂ, ਉਦੋਂ ਦੇ ਲੜ ਰਹੇ ਹੋ, ਮੈਸੇਜ ਜਿੱਦਾਂ ਦੇਣਾ ਹੋਵੇ ਮੀਡੀਆ ਰਾਹੀਂ ਕੀ ਮੈਸੇਜ ਦੋਗੇ? ਭਾਰਤ ਸਰਕਾਰ ਨੂੰ ਸਾਡਾ ਇਹੀ ਮੈਸੇਜ ਆ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਯੋਧਿਆਂ ਜਰਨੈਲਾਂ ਦੀ ਧਰਤੀ ਤੋਂ ਆਏ ਆ। ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ। ਅਸੀਂ ਹੱਕਾਂ ਲਈ ਖੜਨਾ ਵੀ ਜਾਣਦੇ ਆ, ਲੜਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ। ਅਸੀਂ ਇਹ ਮੈਦਾਨ ਫਤਿਹ ਕਰਕੇ ਜਾਵਾਂਗੇ। ਜੀ ਬਿਲਕੁਲ। ਤਾਂ ਲੜਨਾ ਵੀ ਜਾਣਦੇ ਆ, ਖੜਨਾ ਵੀ ਜਾਣਦੇ ਆ, ਮਰਨਾ ਵੀ ਜਾਣਦੇ ਆ। ਅੱਜ ਲੜ ਵੀ ਰਹੇ ਆ, ਖੜ ਵੀ ਰਹੇ ਆ, ਅੱਜ ਮਰ ਵੀ ਰਹੇ ਆ। ਬਸ ਇੰਨਾ ਵੀ ਇਹ ਜਿਹੜੀ ਸਾਡੀ ਲੜਾਈ ਹੈ ਨਾ, ਇਹ ਬਹੁਤ ਸੁਚੱਜੇ ਤਰੀਕੇ ਨਾਲ, ਹਲੀਮੀ ਦੇ ਨਾਲ, ਨਿਮਰਤਾ ਦੇ ਨਾਲ, ਜਿਹਨੂੰ ਸ਼ਾਂਤੀ ਆਖ ਦਿੰਦੇ ਆ, ਸਾਡੀ ਨਿਮਰਤਾ ਹੁੰਦੀ ਆ, ਉਹ ਸਹਿਣਸ਼ੀਲਤਾ ਨਾਲ ਲੜੀ ਜਾ ਰਹੀ ਆ। ਪਰ ਗੁਰੂ ਮਹਾਰਾਜ ਦਾ ਕਥਨ ਆ ਵੀ ਉਹ ਚੂੰਕਾਰ ਆ ਜਾ ਮਾਹੀਲ ਤੇ ਹਰਦਾਰ ਗੁਜਸ਼ਤ ਹਲਾਲ ਅਸਤ ਬੁਰਦਨ ਬਾਹ ਸ਼ਮਸ਼ੀਰ ਦਸਤ। ਜਦੋਂ ਸਾਰੇ ਰਾਹ ਮੁੱਕ ਜਾਣ ਫਿਰ ਗੁਰੂ ਦਾ ਸਿੱਖ ਸ਼ਸਤਰ ਨੂੰ ਹੱਥ ਪਾਉਂਦਾ। ਪਰ ਇਹ ਸਾਡੀ ਲੜਾਈ ਬੜੀ ਸਹਿਣਸ਼ੀਲਤਾ ਦੇ ਨਾਲ ਆ, ਨਿਮਰਤਾ ਦੇ ਨਾਲ ਆ। ਤਾਂ ਅਸੀਂ ਨਿਮਰਤਾ ਕਾਇਮ ਰੱਖਣੀ ਚਾਹੁੰਦੇ ਆ, ਕਿਉਂਕਿ ਕਿਸਾਨ ਲੀਡਰ ਜਿਹੜੇ ਆ ਉਹਨਾਂ ਦਾ ਹੁਕਮ ਸਿਰ ਮੱਥੇ ਆ। ਸਾਰੀ ਇਸ ਸੰਘਰਸ਼ ਨੂੰ, ਇਹ ਲਹਿਰ ਨੂੰ, ਜਿੱਦਾਂ ਬਾਈ ਰੋਬਿਨ ਨੇ ਵੀ ਕਿਹਾ ਸੀ, ਤਿਆਰੀਆਂ ਸਾਡੀਆਂ ਫੁੱਲੀਆਂ ਵੀ ਚੂੜੀਆਂ ਪਾ ਕੇ ਨਹੀਂ ਆਏ ਹੋਏ। ਪਰ ਇਹ ਆ ਵੀ ਸਾਨੂੰ ਲੀਡਰ ਕਹਿੰਦੇ ਵੀ ਸੰਘਰਸ਼ ਹੀ ਸ਼ਾਂਤਮਈ ਰੱਖਣਾ, ਨਿਮਰਤਾ ਹੀ ਰੱਖਾਂਗੇ। ਇਹ ਵੀ ਵਿਖਾਵਾਂਗੇ ਵੀ ਐਡੀ ਵੱਡੀ ਗਿਣਤੀ ਵਿੱਚ ਲੋਕ ਨਿਮਰਤਾ 'ਚ ਕਿਵੇਂ ਲੜਦੇ ਆ। ਅਸੀਂ ਦੱਸਣਾ ਵੀ ਅਸੀਂ ਲੜਦੇ ਕਿਵੇਂ ਆ। ਅਸੀਂ ਉਹ ਆ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਸੌਂਦੇ ਰਹੇ ਆ। ਜੇ ਅਸੀਂ ਸਵਾ ਲੱਖ ਨਾਲ ਲੜ ਸਕਦੇ ਆ, ਅਸੀਂ ਨਿਮਰਤਾ ਵੀ ਲੜ ਸਕਦੇ ਆ। ਪੰਜਾਬ ਜਿੱਤ ਰਿਹਾ ਬੜੇ ਸੋਹਣੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਜਿਹੜਾ ਇਹ ਸੰਘਰਸ਼ ਲੜਿਆ ਜਾ ਰਿਹਾ। ਅਸੀਂ ਦੱਸ ਰਹੇ ਹੀ ਲੜਦੇ ਕਿਵੇਂ ਆ। ਤਾਂ ਬਜ਼ੁਰਗਾਂ ਨਾਲ ਹੀ ਜਾਂਦੇ ਗੱਲਬਾਤ ਕਰਨੀ। ਹਾਂਜੀ ਤੁਹਾਡਾ ਨਾਮ ਕੀ ਆ? ਸੁਖਦੇਵ ਸਿੰਘ ਆ ਜੀ, ਕਿੱਥੋਂ ਆਏ ਹੋ ਜੀ? ਅੱਬੂ ਵਾਲਾ ਪਿੰਡ, ਲੁਧਿਆਣਾ ਜ਼ਿਲ੍ਹਾ ਜੀ। ਲੁਧਿਆਣਾ ਜ਼ਿਲ੍ਹਾ ਜੀ। ਤਾਂ ਬਾਬਾ ਜੀ ਕਿਵੇਂ ਲੱਗਦਾ? ਇੱਥੇ ਠੰਡ ਵੀ ਬੜੀ ਆ, ਘਰੇ ਦਾ ਸਹੂਲਤਾਂ ਹੁੰਦੀਆਂ ਬਹੁਤ ਜ਼ਿਆਦਾ। ਚਲੋ ਇੱਥੇ ਵੀ ਮਹਾਰਾਜ ਨੇ ਕੀਤੀ ਕਿਰਪਾ, ਸਾਰਾ ਕੁਝ ਠੰਡਾ ਕਾਦੀਆਂ ਨੇ ਇਹ ਜਿਹੀਆਂ ਠੰਡਾ ਤਾਂ ਬਹੁਤ ਕੱਸੀਆਂ ਦੇ ਪਾਣੀ ਲਾਉਂਦੇ ਰਹੇ ਆ ਹੁਣ ਤੱਕ। ਇਹ ਜਿਹੀਆਂ ਠੰਡਾ ਤੋਂ ਅਸੀਂ ਕੀ ਡਰਦੇ ਆ? ਨਹੀਂ ਜੀ ਅਸੀਂ ਨਹੀਂ ਡਰਦੇ ਇਹ ਜਿਹੀ ਠੰਡਾ ਤੋਂ। ਜਿਹੜਾ ਕੰਮ ਕਰਨਾ ਆ ਅਸੀਂ ਤਾਂ ਉਹ ਕਰਕੇ ਜਾਣਾ, ਕਰਕੇ ਹੀ ਜਾਵਾਂਗੇ। ਹਾਂਜੀ ਕਰਕੇ ਜਾਵਾਂਗੇ। ਸਰਕਾਰ ਕਹਿੰਦੀ ਵੀ ਵਿੱਚ ਵਿਚਾਲੇ ਕਹਿੰਦੇ ਰਾਜੀਨਾਮਾ ਕਰ ਲੈਣੇ ਆ। ਨਾ ਜੀ ਕੋਈ ਰਾਜੀਨਾਮਾ ਨਹੀਂ ਹੋਣਾ ਹੈਗਾ। ਨਾ ਰਾਜੀਨਾਮਾ ਕੋਈ ਨਹੀਂ ਕਰਨਾ ਹੈਗਾ। ਰਾਜੀਨਾਮਾ ਨਹੀਂ ਕਰਨਾ। ਆਰ ਜਾਂ ਪਾਰ ਭਾਵ ਜਿੱਤ ਮਤਲਬ ਕਾਨੂੰਨ ਰੱਦ ਕਰਾ ਕੇ ਫੇਰ ਹੀ ਮੁੜਨਾ। ਹਾਂ ਜੈਸ ਨੋ ਬਸ ਹੋਇਆ। ਹਾਂ ਜੈਸ। ਕਿਸਾਨ ਲੀਡਰਾਂ ਨੂੰ ਕੀ ਸੁਨੇਹਾ, ਜਿਹੜੇ ਆਪਣੇ ਤੁਹਾਡੇ ਉਮਰ ਦੇ ਆ, ਸਾਡੇ ਤਾਂ ਬਜ਼ੁਰਗ ਆ, ਉਹਨਾਂ ਨੂੰ ਸੁਨੇਹਾ ਕੀ ਆ ਵੀ ਅੜੇ ਰਿਹਾ ਜੇ ਗੱਲਬਾਤ ਤੇ ਵੇਖਿਆ ਜੇ ਕਿਤੇ ਕਈ ਵਾਰੀ ਪਹਿਲਾਂ ਮੁੜ ਕੇ? ਨਹੀਂ ਅੜੇ ਹੋਏ ਆ, ਪੱਕੇ ਹੀ ਅੜੇ ਹੋਏ ਆ। ਹਾਂਜੀ ਪੱਕੇ ਹੀ ਫਾਨੇ ਲਾਏ ਪਏ ਆ। ਇਹੋ ਜੀ ਗੱਲ ਨਹੀਂ। ਫਾਨਾ ਇੱਕ ਬਹੁਤ ਸ਼ਬਦ ਕਿ ਇਹਨੇ ਵੱਖਰਾ ਹੀ ਫਾਨਾ ਲਾਇਆ। ਔਰ ਫਾਨਾ ਜਿੱਥੇ ਲੱਗ ਜੇ ਨਾ, ਉਸ ਤੋਂ ਬਾਅਦ ਉਹ ਚੀਜ਼
ਤੋੜਨੀ ਪੈਂਦੀ ਆ, ਫਾਨਾ ਨਹੀਂ ਨਿਕਲਦਾ ਕਿ ਨਹੀਂ ਬਾਬਿਓ? ਨਾ ਜੀ ਉਹ ਨਹੀਂ ਪੁਰਾਣੇ ਨਿਕਲਦਾ। ਸਮੇਂ 'ਚੋਂ ਲੱਕੜ ਦੀ ਹਾਂ ਫਾਨਾ ਲਾਉਂਦੇ ਹੁੰਦੇ ਸੀ ਹਾਂ ਉਹ ਫਾਨਾ ਲਾ ਦਿੰਦੇ ਸੀ, ਉੱਤੋਂ ਪਾਣੀ ਪਾ ਦਿੰਦੇ ਸੀ, ਉਹ ਗਿੱਲਾ ਹੋ ਜਾਂਦਾ ਸੀਗਾ, ਉਹ ਪਾਵਾ ਟੁੱਟ ਜਾਂਦਾ ਸੀਗਾ, ਡੱਟ ਲੱਗ ਜਾਂਦਾ ਸੀਗਾ ਜੀ, ਡੱਟ ਲੱਗ ਜਾਂਦਾ ਫਾਨਾ ਲੱਗ ਗਿਆ। ਲੱਗ ਗਿਆ ਜੀ, ਪੂਰਾ ਪੱਕਾ ਫਾਨਾ ਲੱਗ ਗਿਆ। ਲਓ ਜੀ, ਇਹ ਫਾਨਾ ਲੱਗ ਗਿਆ। ਹੁਣ ਇਹ ਵੇਖਣਾ ਵੀ ਭਾਰਤੀ ਸਰਕਾਰ ਕਿੰਨਾ ਕੁ ਚਿਰ ਅੜਦੀ ਹੈ ਸਾਡੇ ਫਾਨੇ ਅੱਗੇ। ਤਾਂ ਅੱਗੇ ਬਜ਼ੁਰਗ ਬੈਠੇ ਆ, ਇੱਕ ਇਹ ਜਿਹੜਾ ਲਾਏ ਹੋਏ ਇਹਨਾਂ ਦੇ ਤੰਬੂ ਜੇ, ਆਪਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ 2 ਮਿੰਟ। ਹੋਰ ਜੀ ਕੀ ਹਾਲ ਚਾਲ ਜੀ ਤੁਹਾਡਾ? ਠੀਕ ਆ ਜੀ। ਨਾਮ ਕੀ ਬਜ਼ੁਰਗੋ ਤੁਹਾਡਾ? ਸ਼ਮਸ਼ੇਰ ਸਿੰਘ ਜੀ, ਕਿੱਥੋਂ ਆਏ ਹੋ ਜੀ? ਕੋਟਲੀ ਦੇਵਨ। ਕੋਟਲੀ ਦੇ ਮੁਕਤਸਰ ਦੇ ਹੀ ਹੋ ਫਿਰ ਤਾਂ ਸਾਡੇ ਬਜ਼ੁਰਗ ਹੋ। ਤਾਂ ਸਿਹਤ ਦੱਸੋ ਤੁਹਾਡੀ ਕਿਵੇਂ ਹੈ ਜੀ? ਠੀਕ ਆ ਜੀ। ਸਿਹਤ ਠੀਕ ਹੈ ਜੀ। ਹਾਂਜੀ। ਤਾਂ ਇੱਥੇ ਬੈਠੇ ਹੋ, ਘਰਾਂ ਤੋਂ ਦੂਰ ਬੈਠੇ ਆ, ਠੀਕ ਹੈ, ਪ੍ਰਬੰਧ ਮਹਾਰਾਜ ਨੇ ਬੜੀ ਕਿਰਪਾ ਕੀਤੀ, ਸਭ ਕੁਝ ਆ, ਪਰ ਤੁਹਾਨੂੰ ਕੀ ਲੱਗਦਾ ਸਰਕਾਰ ਗੱਲਬਾਤ ਜੇ ਸੁਣ ਨਹੀਂ ਰਹੀ, ਢੀਠ ਜੀ ਬਣੀ ਖਲੋਤੀ, ਕੀ ਲੱਗਦਾ? ਜਿਹਨਾਂ ਦੀ ਗੱਲਬਾਤ ਨਹੀਂ ਸੁਣਦੀ ਉਹਨਾਂ ਦੀ ਬੈਠੇ ਆ ਅਸੀਂ ਇੱਥੇ, ਤਾਂ ਜਾਂਦੇ ਨਹੀਂ ਕਿ ਮੋਰਚਾ ਫਤਿਹ ਕਰਕੇ ਜਾਵਾਂਗੇ। ਤਾਂ ਬਾਬਾ ਜੀ ਇਲਾਕੇ ਵਾਲੇ ਜਿਹੜੇ ਦਿੱਲੀ ਦੇ ਲੋਕ ਆ, ਉਹ ਇੱਥੇ ਲੰਗਰ ਵਗੈਰਾ ਲੈ ਕੇ ਆ ਰਹੇ, ਚੰਗੇ ਲੋਕ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਬਹੁਤ ਸ਼ਾਬਾਸ਼ ਉਹਨਾਂ ਦੇ ਜਿਹੜੇ ਦਿੰਦੇ ਆ ਲੰਗਰ, ਸਾਨੂੰ ਸਹਾਇਤਾ ਕਰਦੇ ਆ। ਠੀਕ ਆ ਜੀ। ਤਾਂ ਸਾਉਣ ਦਾ ਵਧੀਆ ਪ੍ਰੋਗਰਾਮ ਮਿਲ ਗਿਆ ਜੀ ਇੱਥੇ? ਬਿਲਕੁਲ ਜੀ। ਠੰਡ ਤਾਂ ਨਹੀਂ ਲੱਗਦੀ ਇਹਦੇ 'ਚ? ਠੰਡ ਨਹੀਂ ਲੱਗਦੀ ਜੀ, ਫਿਰ ਮਜਬੂਰੀ ਹੈ ਜੀ। ਨਾਲੇ ਮਜਬੂਰੀ ਵੀ ਆ। ਹਾਂ ਮਜਬੂਰੀ ਹੈ। ਤਾਂ ਦਿੱਲੀ 'ਚ ਬੈਠੇ ਸਾਡੇ ਬਜ਼ੁਰਗ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ, ਤੁਸੀਂ ਵੀ ਸੁਣਾਓ, ਕੀ ਹਾਲ-ਬਾਤ? ਠੀਕ ਹੋ ਜੀ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਜੀ, ਤਾਂ ਪਰਿਵਾਰ ਨੂੰ ਕੀ ਸੁਨੇਹਾ ਦੇਣਾ ਪਿੱਛੇ? ਪਰਿਵਾਰ ਮੈਨੂੰ ਦੇਈ ਜਾਂਦਾ ਜੀ, ਤੂੰ ਦਿੱਲੀ ਆਪਦੀ ਬਣਾ ਕੇ ਬਹਿ ਗਿਆ, ਆ ਅਸੀਂ ਜਾਣਾ। ਅੱਛਾ ਜੀ। ਸੁਨੇਹਾ ਤਾਂ ਉਹ ਦੇਈ ਜਾਂਦੇ ਜੀ, ਮੈਨੂੰ ਤਾਂ ਦੇਣ ਦੀ ਲੋੜ ਹੀ ਨਹੀਂ। ਅੱਛਾ, ਕੀ ਕਹਿੰਦੇ ਤੁਸੀਂ ਦਿੱਲੀ ਜੀ ਲਾ ਕੇ ਬਹਿ ਗਏ? ਦਿੱਲੀ ਆਪਦੀ ਬਣਾ ਕੇ ਬਹਿ ਗਏ, ਜੀ ਲਾ ਕੇ ਬਹਿ ਗਏ, ਸਾਨੂੰ ਮੌਕਾ ਦਿਓ। ਅੱਛਾ ਜੀ, ਉਹ ਆਂਦੇ ਵੀ ਹੁਣ ਬਾਪੂ ਤੂੰ ਆ ਜਾ, ਅਸੀਂ ਵੀ ਆਉਣਾ। ਹਾਂਜੀ ਹਾਂਜੀ। ਜੀ ਜੀ। ਤਾਂ ਵਾਪਸ ਜਾਣ ਨੂੰ ਜੀ ਕਰਦਾ? ਵਾਪਸ ਜਾਣ ਨੂੰ ਜੀ ਕਰਦਾ ਤਾਂ ਮੈਂ ਭੱਜ ਜਾਂਦਾ, ਮੈਂ ਤਾਂ ਰੁਕਿਆ ਬੈਠਾ। ਨਹੀਂ ਕਰਦਾ? ਨਹੀਂ, ਫਤਿਹ ਕਰਕੇ ਜਾਵਾਂਗੇ। ਕਿਹੜੀ ਗੱਲ ਆ ਜਿਹੜੀ ਤੁਹਾਡਾ ਇੱਥੇ ਜੀ ਲਾਈ ਬੈਠੀ ਆ? ਵੇਖੋ ਆ ਗੰਦਾ ਜਿਹਾ ਧੂਆਂ, ਮੁਸ਼ਕ ਮਾਰਦਾ, ਬੁਰੇ ਹਾਲ ਆ, ਪਰ ਚੀਜ਼ ਕਿਹੜੀ ਜਿਹੜਾ ਤੁਹਾਡਾ ਸਾਰੇ ਭਰਾਵਾਂ ਦਾ ਪਿਆਰ, ਇਹ ਜੀ ਲਾਈ ਬੈਠਾ ਹੈ। ਹੋਰ ਕੱਲਾ ਦਾ ਜੀ ਨਹੀਂ ਲੱਗਦਾ ਸੀ, ਅਸੀਂ ਆਏ ਤਾਂ ਇਕੱਲੇ ਹੀ ਸਾਂ ਵੀ ਔਖੇ ਹੋਵਾਂਗੇ, ਪਰ ਇੰਨਾ ਪਿਆਰ ਮਿਲਿਆ ਸਾਨੂੰ ਜਾਣ ਨੂੰ ਜੀ ਨਹੀਂ ਕਰਦਾ। ਲੱਗਦਾ ਵੀ ਬੰਦਾ ਜਿਵੇਂ ਅਸੀਂ ਵੱਡੇ ਕਿਸੇ ਵਿਆਹ 'ਚ ਜਾਂਦੇ ਆ, ਉੱਥੇ ਸਾਰੇ ਦਾਦਕੇ ਨਾਨਕੇ ਸਾਰੇ ਇਕੱਠੇ ਹੋ ਜਦੋਂ ਉਵੇਂ ਲੱਗਦਾ ਨਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਉਵੇਂ। ਤਾਂ ਇਹ ਪਰਿਵਾਰ ਦਾ ਪਿਆਰ ਆ, ਭਰਾਵਾਂ ਦਾ ਪਿਆਰ ਆ ਜਿਹੜਾ ਇੱਥੇ ਜੀ ਲਾਈ ਬੈਠਾ। ਹਾਂਜੀ, ਤੁਹਾਡਾ ਕੀ ਹਾਲ ਚਾਲ ਆ? ਭੱਜਣਾ ਨਹੀਂ ਆਓ, ਕੀ ਹਾਲ ਚਾਲ ਤੁਹਾਡਾ? ਵਧੀਆ ਜੀ, ਬਹੁਤ ਵਾਹਵਾ ਚਿਰ ਹੋ ਗਿਆ ਤੁਸੀਂ ਖਲੋਤੇ ਹੋ। ਨਾਮ ਕੀ ਤੁਹਾਡਾ? ਮੰਦਰ ਸਿੰਘ ਜੀ, ਕਿੱਥੋਂ ਆਏ ਹੋ ਜੀ? ਕੱਟਿਆਂ ਵਾਲੀ ਫਾਈਲ ਕਰ। ਫਾਜ਼ਿਲਕਾ ਤੋਂ ਆਏ ਹੋ ਜੀ। ਤਾਂ ਪਰਿਵਾਰ ਨੂੰ ਕੀ ਸੁਨੇਹਾ? ਮੈਂ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਪਰਿਵਾਰ ਤਾਂ ਮੈਨੂੰ ਸੁਨੇਹਾ ਲਾਈ ਜਾਂਦਾ ਵੀ ਤੂੰ ਆ ਜਾ, ਹੁਣ ਅਸੀਂ ਆਉਣਾ। ਤੁਹਾਨੂੰ ਵੀ ਫੋਨ ਆਉਂਦੇ ਪਿੱਛੋਂ? ਪਰਿਵਾਰ ਤਾਂ ਜਵਾਕ ਤਾਂ ਨਿੱਕੇ ਨਿੱਕੇ ਯਾਦ ਕਰੀ ਜਾਂਦੇ, ਹੁਣ ਹੈਂਡਾ ਦੂਜਾ ਕਰੀ ਗਿਆ, ਵੀਡੀਓ ਕਾਲ ਕਰੀ ਖੜੇ ਸੀ। ਅੱਛਾ ਜੀ। ਆਂਦੇ ਵਿਖਾਓ ਤਾਂ ਅਸੀਂ ਬਾਪੂ ਜੀ ਨੂੰ ਵਿਖਾਓ। ਤੁਸੀਂ ਵਿਖਾਉਣੇ ਆ ਸਾਰਾ ਮਾਹੌਲ ਇੱਥੋਂ ਵਾਲਾ, ਰੌਣਕ ਮੇਲਾ? ਛੋਟਾ ਮੈਂ ਹੁਣ ਵਿਖਾਇਆ ਵੀਡੀਓ। ਹਾਂਜੀ। ਤਾਂ ਕੀ ਕਹਿੰਦੇ ਫਿਰ ਉਹ, ਕੀ ਕਹਿੰਦੇ ਆਪਣੇ ਬਾਰੇ? ਉਹ ਤਾਂ ਜਵਾਕ ਛੋਟੇ ਛੋਟੇ ਨਾ, 3-4 ਸਾਲ 3-3 ਕਹਿੰਦੇ ਆ ਸਾਲ। ਵੀ ਅੱਛਾ ਕਿਵੇਂ ਉੱਥੇ ਬਾਪੂ ਸਾਡਾ ਕਿੱਥੇ ਗਿਆ? ਆਹੋ ਆਹੋ, ਉਹ ਆਂਦੇ ਸਾਡਾ ਜੀ ਨਹੀਂ ਲੱਗਦਾ, ਆ ਜਾ। ਮੈਂ ਕੋਈ ਨਹੀਂ, ਹੁਣ ਤਾਂ ਜੰਗ ਜਿੱਤ ਕੇ ਆਵਾਂਗੇ। ਜੰਗ ਜਿੱਤ ਕੇ ਆਵਾਂਗੇ। ਤਾਂ ਇਹ ਮਾਹੌਲ ਹੈ ਜੀ ਟਿਕਰੀ ਬਾਰਡਰ। ਅਸੀਂ ਤੁਹਾਨੂੰ ਅੱਜ ਵਿਖਾਇਆ, ਬਹੁਤ ਸਾਰੀਆਂ ਗੱਲਾਂ ਬਾਤਾਂ ਨੌਜਵਾਨਾਂ ਦੇ ਨਾਲ ਕੀਤੀਆਂ, ਬੀਬੀਆਂ ਦੇ ਨਾਲ ਕੀਤੀਆਂ, ਕਿਸਾਨਾਂ ਦੇ ਨਾਲ ਕੀਤੀਆਂ, ਨੌਜਵਾਨਾਂ ਦੇ ਨਾਲ ਕੀਤੀਆਂ। ਅੱਗੇ ਅਸੀਂ ਹੋਰ ਵੀ ਜਿਹੜਾ ਤੁਹਾਨੂੰ ਮਾਹੌਲ ਦੇ ਵਿਖਾਵਾਂਗੇ। ਲਗਾਤਾਰ ਅਸੀਂ ਕੋਸ਼ਿਸ਼ ਕਰਾਂਗੇ ਟਿਕਰੀ ਬਾਰਡਰ ਅਸੀਂ ਕੁਝ ਦਿਨ ਤੁਹਾਨੂੰ ਵਿਖਾਈਏ। ਉਹਨਾਂ ਦੇ ਰਾਜ ਦੇ ਵਿੱਚ ਬੇਟੀਆਂ ਨਾਲ ਬਲਾਤਕਾਰ ਹੋ ਰਿਹਾ, ਲੋਕ ਟੋਏ ਡਿਗ-ਡਿਗ ਮਰ ਰਹੇ ਆ, ਪਸ਼ੂ ਦੀ ਤਾਂ ਸੁਰੱਖਿਆ ਹੈਗੀ ਆ, ਬੱਚੀਆਂ ਦੀ ਸੁਰੱਖਿਆ ਹੈ ਨਹੀਂ। ਦਿੱਲੀ 'ਚ ਮਹੀਨੇ 'ਚ ਬਲਾਤਕਾਰ ਹੋ ਜਾਂਦਾ, ਕਈਆਂ ਦੇ ਪਰਚੇ ਦਰਜ ਹੁੰਦੇ ਆ, ਕਈਆਂ ਦੇ ਨਹੀਂ ਹੁੰਦੇ। ਕਿਹੜਾ ਡਿਜੀਟਲ ਇੰਡੀਆ, ਕਿਹੜੇ ਰਾਮ ਰਾਜ ਦੀ ਗੱਲ ਕਰ ਰਹੇ ਆ? ਕਿੱਦਾਂ ਯਕੀਨ ਕਰਾਂਗੇ ਅਸੀਂ? ਯਕੀਨ ਕਰਕੇ ਤਾਂ ਲੋਕਾਂ ਨੇ ਦੂਰੀ ਦੀ ਸਰਕਾਰ ਬਣਾਤੀ। ਬੀਜੇਪੀ ਜਦੋਂ ਵੀ ਵੋਟਾਂ ਲੈਂਦੀ ਆ, ਉਦੋਂ ਸੀਤਾ ਮਾਤਾ ਦੇ ਪਤੀ ਰਾਮ ਜੀ ਦੇ ਨਾਂ ਤੇ ਲੈਂਦੀ, ਤੇ ਜਦੋਂ ਕੰਮ ਕਰਨਾ ਹੁੰਦਾ ਉਦੋਂ ਅਨੀਤਾ ਦੇ ਪਤੀ ਮੁਕੇਸ਼ ਅੰਬਾਨੀ ਲਈ ਕਰਦੀ। ਤਾਂ ਭਾਈ ਸੰਘਰਸ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਤੁਹਾਨੂੰ ਵੀ ਹੁਣ ਇੱਥੇ 15-18 ਦਿਨ ਹੋ ਗਏ ਰਹਿੰਦਿਆਂ ਨੂੰ, ਤਾਂ ਸਰਕਾਰ ਦਾ ਰਵੱਈਆ ਜਿਹੜਾ ਦੇਸੀ ਭਾਸ਼ਾ ਚ ਅੜੀਅਲ ਜਿਹਾ, ਉਹਨੂੰ ਤੁਸੀਂ ਕਿਵੇਂ ਲੈਂਦੇ? ਸਾਨੂੰ ਚਾਹੇ 2 ਮਹੀਨੇ ਇੱਥੇ ਬਹਿਣਾ ਪੈ ਜੇ, ਚਾਹੇ 3 ਮਹੀਨੇ ਬਹਿਣਾ ਪੈ ਜੇ, ਅਖੀਰ ਨੂੰ ਇਹ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਸ਼ਾਂਤਮਈ ਅੰਦੋਲਨ, ਆਪਦੀਆਂ ਰੋਟੀਆਂ ਲਾਉਣੇ ਆ, ਖਾ ਲੈਂਦੇ ਆ, ਇੱਥੇ ਬਹਿ ਜਾਂਦੇ ਆ, ਤੇ ਮੋਦੀ ਨੂੰ ਮਜਬੂਰ ਕਰ ਦਾਂਗੇ। ਇਹ ਚੁੱਪ ਸਾਡੀ ਇੱਥੇ ਬੈਠਿਆਂ ਦੀ, ਉਹਨੂੰ ਵੀ ਪਤਾ ਸ਼ਾਂਤਮਈ ਬੈਠੇ ਆ, ਪਰ ਤਿਆਰੀ ਵੀ ਭੁੱਲ ਜਾਂਦੇ। ਮੋਦੀ ਨੂੰ ਪਤਾ ਹੀ ਹੋਣਾ ਮੇਰੇ ਖਿਆਲ 'ਚ, ਵੀ ਜੇ ਹਰਿਆਣੇ ਉਹ ਆ ਗਏ ਤਾਂ ਗਾਂ ਕਿੰਨੀ ਕੁ ਵਾਟ ਆ। ਕੀ ਲੱਗਦਾ ਸਰਕਾਰ ਤੇ ਪ੍ਰੈਸ਼ਰ ਹੈਗਾ? ਜਿੰਨਾ ਕੁ ਪਹਿਲੇ 2-3 ਦਿਨ ਜਦੋਂ ਅਸੀਂ ਬਾਰਡਰ ਭੰਨ ਕੇ ਆਏ ਆ, ਬੈਰੀਅਰ ਤੋੜ ਕੇ ਆਏ ਆ, ਕੰਡਿਆਲੀਆਂ ਤਾਰਾਂ ਪੁੱਟ ਕੇ ਆਏ ਆ, ਇਹਨਾਂ ਦੀਆਂ ਪਾਣੀ ਵਾਲੀਆਂ ਜਿਹੜੀਆਂ ਉਹ ਫੁਹਾਰਿਆਂ ਦੇ ਮੂੰਹ ਮੋੜ ਕੇ ਇਹਨਾਂ ਦੇ ਸਿਰਾਂ 'ਚ ਕਰਕੇ ਆਏ ਆ, ਚੀਕਾਂ ਇਹਨਾਂ ਦੀਆਂ ਨਿਕਲੀਆਂ ਪਈਆਂ, ਇਹ ਹੁਣ ਬਾਜਾਂ ਮਾਰਨ ਚਾਹੇ ਨਾ ਮਾਰਨ। ਇਹ ਅੰਦੋਲਨ ਇੱਥੇ ਬੈਠਾ, ਅਸੀਂ ਇੱਥੇ ਬੈਠੇ ਆ, ਸਾਨੂੰ ਬੈਠਿਆਂ ਨੂੰ ਦੇਖ ਕੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਦਿਨ ਰੋਜ਼ ਸਿਰ ਖੜੇ ਹੋ ਰਹੇ ਆ।
ਦਿਨ ਬ ਦਿਨ ਸੰਸਥਾਵਾਂ ਉੱਠ ਰਹੀਆਂ, ਦਿਨ ਬ ਦਿਨ ਲੋਕ ਉੱਠ ਰਹੇ ਆ, ਬੁੱਧੀਜੀਵੀ ਉੱਠ ਰਹੇ ਆ। ਹੈਦਰਾਬਾਦ ਦੀਆਂ ਚੋਣਾਂ ਤੁਸੀਂ ਵੇਖੀਆਂ, ਹੈਦਰਾਬਾਦ ਦੀਆਂ ਚੋਣਾਂ ਇਹਨਾਂ ਨੇ ਐਂ ਬਣਾਤੀਆਂ ਜਿਵੇਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੁੰਦੀਆਂ। ਇਹਨਾਂ ਦੇ ਸਾਰੇ ਮੰਤਰੀ ਜਾ ਕੇ ਉੱਥੇ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਰੋਜ਼ ਉੱਥੇ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਦੇ ਆ। ਕੀ ਉਦੋਂ ਕਰੋਨਾ ਨਹੀਂ ਹੁੰਦਾ? ਕੀ ਕਿਸਾਨਾਂ ਆਰੀ ਕਰੋਨਾ ਹੁੰਦਾ? ਜੇ ਕਰੋਨਾ ਦਾ ਬਹਾਨਾ ਪਾਰਲੀਮੈਂਟ ਸੈਸ਼ਨ ਲਈ ਚੱਲ ਸਕਦਾ ਤਾਂ ਕਰੋਨਾ ਵੇਲੇ ਕਿਸਾਨੀ ਬਿੱਲ ਲਿਆਉਣੇ ਇੰਨੇ ਕਿੰਨੇ ਜ਼ਰੂਰੀ ਸੀ। ਇੱਥੋਂ ਪਤਾ ਲੱਗਦਾ ਕਿ ਅਡਾਨੀਆਂ ਅੰਬਾਨੀਆਂ ਪੂੰਜੀਵਾਦੀਆਂ ਨੂੰ ਉਹਨਾਂ ਲਈ ਇਸੇ ਕਰਕੇ ਇੱਥੇ ਅਸੀਂ ਇੱਕ ਸਲੋਗਨ ਵੀ ਲਾਇਆ, ਨਾ ਕਿਸਾਨੋਂ ਦਾ ਨਾ ਮਜ਼ਦੂਰੋਂ ਦਾ, ਮੋਦੀ ਹੈ ਅਮੀਰੋਂ। ਤਾਂ ਬਾਈ ਪੰਜਾਬ ਤੇ ਆਉਣੇ ਉਹਦੇ 86% ਨਸ਼ੇੜੀ ਆ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਦਰ ਭਟਕ ਰਹੇ ਆ। ਤਾਂ ਤੁਹਾਨੂੰ ਲੱਗਦਾ ਵੀ ਉਹ 86% ਜੇ ਨਸ਼ੇੜੀ ਆ ਤੇ ਆ ਇੱਥੇ ਜਿਹੜੇ ਦਿੱਲੀ ਨੂੰ ਵਗਾਰ ਰਹੇ ਆ, ਥਾਪੀਆਂ ਮਾਰਦੇ ਸ਼ਾਮ ਨੂੰ, ਉਹ 86% ਨਸ਼ੇੜੀ ਵਾਲੀ ਗੱਲ ਕਿਤੇ ਢੁੱਕਦੀ ਨਜ਼ਰ ਨਹੀਂ ਆ ਰਹੀ। ਤਾਂ ਉਹ ਪਾਰਟੀਆਂ ਨੂੰ ਤੁਹਾਡਾ ਕੀ ਜਵਾਬ? ਭਾਈ ਜੀ ਕੁਛ ਅਖੌਤੀ ਲੀਡਰ ਜਿਹੜੇ ਜਿਨ੍ਹਾਂ ਦੀ ਆਪ ਦੀ ਦੁਕਾਨ ਨਹੀਂ ਚੱਲਦੀ ਸੀ, ਉਹਨਾਂ ਨੇ ਇੱਕ ਬਹਾਨਾ ਬਣਾਇਆ ਵੀ ਕਿਉਂ ਨਾ ਅਸੀਂ ਪੰਜਾਬ ਦੇ ਆਪ ਦੀ ਦੁਕਾਨ ਚਲਾਉਣ ਲਈ ਉਹਨਾਂ ਨੇ ਇੱਕ ਸਾਡੇ ਤੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਜੋ ਨੌਜਵਾਨ ਆ ਉਹ ਨਸ਼ੇੜੀ ਆ। ਪਹਿਲਾਂ ਤਾਂ ਇਹਦਾ ਡੌਲਾ ਵੇਖੋ ਤੇ ਫਿਰ ਉਹਦਾ ਡੌਲਾ ਵੇਖੋ, ਤੁਹਾਨੂੰ ਕਿਹੜੇ ਪਾਸੇ ਨਸ਼ੇੜੀ ਲੱਗਦੀ ਹੈ। ਪੰਜਾਬ ਦੇ ਸ਼ੇਰ ਪੁੱਤ ਆ ਜਿਨ੍ਹਾਂ ਨੇ ਸਰੀਰ ਪਾਲੇ ਹੋਇਆ। ਔਰ ਦੱਸੋ, ਮੈਂ ਗਿਣ ਲੈਨੇ ਆਪਾਂ ਬੰਦੇ ਜਿੰਨੇ ਖਲੋਤੇ ਜਿੰਨੇ ਬੈਠੇ ਆ। ਲਓ ਜੀ, ਇਹ ਪੰਜਾਬ ਦੇ ਇਹ ਗੱਭਰੂ ਪੁੱਤ ਆ। ਸਿਰਫ ਸਾਡੇ ਤੇ ਟੈਗ ਲਾਇਆ ਸੀਗਾ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰ ਦਿਓ। ਉਹ ਤੁਹਾਡੇ ਸਾਹਮਣੇ ਟਰੋਲ ਚੱਲ ਰਿਹਾ। ਅਮਿਤ ਸ਼ਾਹ ਨੂੰ ਮੋਦੀ ਪੁੱਛਦਾ, ਕਹਿੰਦਾ ਤੂੰ ਤਾਂ ਕਹਿੰਦਾ ਸੀ ਇੱਥੇ ਕੈਨੇਡਾ ਜਾਵੜੇ, ਇੱਥੇ ਨਸ਼ੇੜੀ ਆ ਕਿਹੜੇ ਬੈਠੇ ਆ? ਵੀ ਸਬਰ ਨਾਲ ਬੈਠੇ ਆ, ਪਰ ਤਿਆਰੀ ਸਾਡੀ ਆ, ਫੁੱਲ ਤਿਆਰੀ ਆ ਸਾਡੀ। ਜਦੋਂ ਸਾਨੂੰ ਕੋਈ ਸੰਕੇਤ ਮਿਲਿਆ ਵੀ ਇਹ 19-21 ਕਰਦੇ ਆ ਤਾਂ ਪਾਰਲੀਮੈਂਟ ਖੜੀ ਜੀ 10 ਕਿਲੋਮੀਟਰ ਤੇ ਸਾਰੇ ਬੈਰੀਕੇਡ ਤੋੜ ਕੇ ਪਾਰਲੀਮੈਂਟ ਨੂੰ ਘੇਰਾ ਪਾਵਾਂਗੇ। ਸੋ ਅਸੀਂ ਜੇ ਸਾਡੇ ਨਾਲ ਧੱਕਾ ਹੋਊਗਾ ਤਾਂ ਅਸੀਂ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਾਂਗੇ। ਤੇ ਅੱਜ ਉਹ ਆਵਾਜ਼ ਪੰਜਾਬ ਤੋਂ ਉੱਠ ਕੇ ਹਰਿਆਣੇ ਵਿੱਚ ਹੁੰਦੀ ਹੋਈ, ਰਾਜਸਥਾਨ ਵੇਚਦੀ ਹੁੰਦੀ ਹੋਈ ਸਾਰੇ ਭਾਰਤ ਦੇਸ਼ ਦੇ ਵਿੱਚ ਜਾ ਚੁੱਕੀ ਆ। ਤਾਂ ਤੁਹਾਡੇ ਸਾਹਮਣੇ ਕੇਸਰੀ ਨਿਸ਼ਾਨ ਸਾਹਿਬ ਉੱਚਾ, ਸਦਾ ਹੀ ਉੱਚਾ, ਕਿਉਂਕਿ ਇਹ ਦੁਨੀਆ ਦੇ ਉਹਨਾਂ ਮੁਲਕਾਂ 'ਚ ਝੂਲਦਾ ਜਿਹੜਾ ਇਸ ਭਾਰਤ ਤੋਂ 200 ਸਾਲ ਐਡਵਾਂਸ ਆ। ਇਹ ਨਿਸ਼ਾਨ ਸਾਹਿਬ ਸਾਡੇ ਨਿਸ਼ਾਨ ਗੁਰੂ ਨੇ ਸਾਨੂੰ ਇਹ ਝੰਡਾ ਬਖਸ਼ਿਆ, ਇਹ ਹਮੇਸ਼ਾ ਹੀ ਉੱਚਾ ਰਹੂਗਾ। ਇਸ ਕਰਕੇ ਉਹ ਝੰਡਾ ਲਾਇਆ ਤੇ ਭਾਰਤ ਦੇ ਅਸੀਂ ਵਸਨੀਕ ਆ। ਸਾਡਾ ਭਾਰਤ ਦੇਸ਼ ਦੇ ਵਿੱਚ ਬਹੁਤ ਯਕੀਨ ਆ। ਅਸੀਂ ਚਾਹੁੰਦੇ ਆ ਕਿ ਸਾਡਾ ਭਾਰਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਇਸ ਕਰਕੇ ਸਾਡੇ ਭਾਰਤ ਦੇਸ਼ ਦੇ ਝੰਡੇ ਜੇ ਅਜੇ ਵੀ ਇੰਨਾ ਲੜਕੇ ਵੀ ਖਾਲੀ ਹੱਥ ਜਾਵੜੇ ਪੱਲੇ ਗਾਉ ਨਹੀਂ ਗੁਰਾਂ ਨਾ ਮਗਰ ਲੈਣੇ ਨਹੀਂ ਛੱਡਣਾ ਵੀ ਕਰਕੇ ਕੀ ਆਏ ਹੋ। ਸਹੀ ਗੱਲ ਬਈ, ਬਿਲਕੁਲ ਸਹੀ ਗੱਲ ਵੀ ਅਸੀਂ ਪੰਜਾਬ ਦੀ ਧਰਤੀ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਯੋਧਿਆਂ ਜਰਨੈਲਾਂ ਦੀ ਧਰਤੀ ਤੋਂ ਆਏ ਆ। ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ। ਅਸੀਂ ਹੱਕਾਂ ਲਈ ਖੜਨਾ ਵੀ ਜਾਣਦੇ ਆ, ਲੜਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ। ਅੱਜ ਲੜ ਵੀ ਰਹੇ ਆ, ਖੜ ਵੀ ਰਹੇ ਆ, ਅੱਜ ਮਰ ਵੀ ਰਹੇ ਆ।